ਜੀ ਅਮਰਦੀਪ ਸਿੰਘ ਸਾਹਿਬ, ਜੀ ਆਇਆਂ ਨੂੰ ਜਨਾਬ ਸਾਡੇ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਬਹੁਤ ਸ਼ੁਕਰੀਆ ਜਨਾਬ, ਤੁਸੀਂ ਆਪਣਾ ਟਾਈਮ ਦਿੱਤਾ। ਤੁਸੀਂ ਖਾਸੇ ਮਸਰੂਫ ਹੁੰਦੇ ਹੋ ਮੁਖਤਲਿਫ ਕੰਮਾਂ 'ਚ। ਅੱਜ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਸੋ ਸਾਡੇ ਵਿਊਵਰਸ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਔਰ ਜਨਾਬ ਮੈਂ ਤੁਹਾਡਾ ਤਾਰਫ ਦੇ ਚੁੱਕਿਆ। ਹੁਣ ਤੁਸੀਂ ਪਲੀਜ਼ ਆਪਣਾ ਲੈਕਚਰ ਸ਼ੁਰੂ ਕਰੋ। ਐਟ ਦ ਐਂਡ ਆਫ ਦਾ ਲੈਕਚਰ ਅਸੀਂ ਫਿਰ ਜਿਹੜੀ ਕੋਈ ਸਾਡੇ ਦੋਸਤ ਜਿਹੜੇ ਕਮੈਂਟ ਦੇ ਵਿੱਚ ਆਪਣੇ ਜੋ ਵੀ ਕਮੈਂਟਸ ਕੁਐਸਚਨ ਨੇ ਉਹ ਕਰਨਗੇ ਔਰ ਐਟ ਦ ਐਂਡ ਅਸੀਂ ਉਹਨਾਂ ਨੂੰ ਫਿਰ ਆਪਣੇ ਸਕੋਲਰ ਦੇ ਨਾਲ ਉਹਨਾਂ ਕੋਲ ਟਾਈਮ ਲੈ ਕੇ ਉਹਨਾਂ ਨਾਲ ਡਿਸਕਸ ਕਰ ਲਾਂਗੇ। ਜੀ ਸਰ, ਓਵਰ ਟੂ ਯੂ ਸਰ। ਤੋਏ ਸਾਹਿਬ ਸਲਾਮ, ਤੁਸੀਂ ਮੌਕਾ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਐਂਡ ਹੈਲੋ ਟੂ एवरीवन। ਤੇ ਅੱਜ ਤੁਸੀਂ ਟੌਪਿਕ ਮੈਨੂੰ ਕਿਹਾ ਹੈ ਗੱਲ ਕਰਨ ਦੇ ਵਾਸਤੇ, ਜਿਹੜੀ ਅਸੀਂ ਇੱਕ ਪ੍ਰੋਜੈਕਟ ਕਰ ਰਹੇ ਹਾਂ ਪਿਛਲੇ 15-16 ਮਹੀਨੇ ਤੋਂ ਅਸੀਂ ਚਲੇ ਹੋਏ ਹਾਂ ਇਸ ਸਫ਼ਰ ਤੇ। ਗੁਰੂ ਨਾਨਕ ਸਾਹਿਬ ਦੇ ਸਫ਼ਰ ਦਾ ਇੱਕ ਪੂਰਾ ਇੱਕ ਸਫ਼ਰਨਾਮਾ ਬਣਾਉਣਾ ਔਰ ਉਸ ਦੇ ਥਰੂ ਅਸੀਂ ਇੱਕ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਗਲੀ ਪਨੀਰੀ ਵਾਸਤੇ। ਉਸ ਦੇ ਬਾਰੇ 'ਚ ਅਸੀਂ ਗੱਲ ਕਰਾਂਗੇ ਅੱਜ। ਤੇ ਲੇਕਿਨ ਉੱਥੇ ਤੱਕ, ਉਸ ਮੁਕਾਮ ਤੱਕ ਅਸੀਂ ਪਹੁੰਚੇ ਕਿਸ ਤਰ੍ਹਾਂ, ਮੈਂ ਚਾਹੁੰਦਾ ਕਿ ਥੋੜਾ ਜਿਹਾ ਉਸਦਾ ਬੈਕਗਰਾਉਂਡ ਦੱਸ ਦਈਏ ਤਾਂ ਕਿ ਲੋਕਾਂ ਨੂੰ ਇਹ ਵੀ ਪਤਾ ਚੱਲੇ ਕਿ ਇਹ ਜਰਨੀ ਜਿਹੜੀ ਕਾਰਪੋਰੇਟ ਤੋਂ ਬਾਅਦ ਮੈਂ ਸ਼ੁਰੂ ਕੀਤੀ ਹੈ, ਇਹ ਮੈਂ ਇਸਨੂੰ ਅਕਸਰ ਕਹਿਣਾ ਕਿ ਇਹ ਇੱਕ ਰੱਬ ਦੀ ਬਖਸ਼ਿਸ਼ ਹੈ। ਇਸਨੂੰ ਮੈਂ ਅਕਸਰ ਕਹਿਣਾ ਇੰਗਲਿਸ਼ ਵਿੱਚ ਇਟਸ ਅ ਡਿਵਾਈਨ ਇੰਟਰਵੈਂਸ਼ਨ। ਕੁਝ ਵੀ ਪਲਾਨ ਨਹੀਂ ਕੀਤਾ ਸੀਗਾ, ਕਦੀ ਨਹੀਂ ਪਲਾਨ ਕੀਤਾ ਔਰ ਇਹ ਸਾਰੀ ਚੀਜ਼ਾਂ ਹੋ ਗਈਆਂ ਨੇ। ਤੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਰੱਬ ਨੇ ਸਾਨੂੰ ਚੂਜ਼ ਕੀਤਾ, ਇਹੋ ਜਿਹੇ ਕਦਮ ਤੇ ਇਹੋ ਜਿਹੇ ਰਸਤੇ ਤੇ ਚੱਲਣ ਦਾ ਇੱਕ ਮੌਕਾ ਦਿੱਤਾ। ਕਿਉਂਕਿ ਜ਼ਿੰਦਗੀ ਵਿੱਚ ਮਹਿਸੂਸ ਹੁੰਦਾ ਹੈ ਹੁਣ ਕਿ ਦੋ ਪੱਖ ਦੇਖ ਕੇ, ਇੱਕ ਕਾਰਪੋਰੇਟ ਦੀ ਮਟੀਰੀਅਲਿਸਟਿਕ ਪੱਖ ਦੇਖ ਕੇ ਤੇ ਇੱਕ ਜਿੱਥੇ ਅਸੀਂ ਸਾਰਾ ਕੁਝ ਛੱਡ ਕੇ ਚਲੇ ਹੋਏ ਹਾਂ ਕੰਮ ਕਰਨ ਵਾਸਤੇ, ਜਿਹੜੀ ਅਗਲੀ ਪਨੀਰੀ ਵਾਸਤੇ ਡਾਕੂਮੈਂਟੇਸ਼ਨ ਕਰਨ ਵਾਸਤੇ, ਇਹਨਾਂ ਦੋਵਾਂ ਪੱਖਾਂ ਦੇ ਅੰਦਰ ਮਤਲਬ ਖਿੱਚਾਤਾਣੀ ਕਾਫੀ ਹੁੰਦੀ ਹੈ ਇਨਸਾਨ ਦੇ ਅੰਦਰ। ਲੇਕਿਨ ਜ਼ਿੰਦਗੀ ਜੀਣੇ ਦਾ ਚਾਹ ਹੀ ਇਹ ਹੈ ਕਿ ਇਹ ਮੌਕਾ ਹਰ ਕਿਸੇ ਨੂੰ ਮਿਲੇ। ਤੇ ਇਹ ਕਹਿੰਦੇ ਹੋਏ ਥੋੜਾ ਜਿਹਾ ਬੈਕਗਰਾਉਂਡ ਦੱਸਾਂ ਕਿ 2014 ਜਦ ਮੈਂ ਛੱਡਿਆ ਸੀਗਾ ਤਾਂ ਸਭ ਤੋਂ ਪਹਿਲਾ ਕੰਮ ਹੋਇਆ ਸੀਗਾ ਜਿਹੜਾ ਮੈਂ ਪਾਕਿਸਤਾਨ 'ਚ ਗਿਆ ਤੇ ਪਹਿਲੀ ਕਿਤਾਬ ਕੀਤੀ ਸੀਗੀ ਲੋਸਟ ਹੈਰੀਟੇਜ ਦਾ ਸਿੱਖ ਲੈਗੇਸੀ ਇਨ ਪਾਕਿਸਤਾਨ। ਤੇ ਤੋਹੇ ਸਾਹਿਬ ਤੁਸੀਂ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਹੈ ਕਿ ਮੇਰਾ ਜਿਹੜਾ ਕੰਮ ਹੈ ਉਹਦੇ ਅੰਦਰ ਮੈਂ ਕਦੀ ਕੁਝ ਕਲਮਬੰਦ ਨਹੀਂ ਕਰਦਾ, ਕਦੀ ਕੁਝ ਨਹੀਂ ਲਿਖਦਾ ਜਦ ਤੱਕ ਮੈਂ ਉੱਥੇ ਚੱਲ ਕੇ ਉਸ ਚੀਜ਼ ਨੂੰ ਮਹਿਸੂਸ ਨਾ ਕਰਾਂ, ਇਸ ਚੀਜ਼ ਨੂੰ ਮੈਂ ਦੇਖਾਂ ਨਾ, ਉਸਦੇ ਸਰਾਊਂਡਿੰਗਸ ਦੇ ਅੰਦਰ ਮੈਂ ਵਿਚਰਾਂ ਨਾ, ਮੈਂ ਤਦ ਤੱਕ ਕੁਝ ਲਿਖਦਾ ਨਹੀਂ ਹਾਂ। ਤੇ ਇਹ ਕਰਨ ਦਾ ਰੀਜ਼ਨ ਇਸ ਕਰਕੇ ਹੈ ਕਿ ਮੇਰੀ ਕੋਸ਼ਿਸ਼ ਹੈ ਕਿ ਕੰਟੈਂਪਰੇਰੀ ਟਾਈਮਸ, ਜਿਹੜਾ ਅੱਜ ਦਾ ਵਕਤ ਹੈ, ਉਹਦੇ ਅੰਦਰ ਜਿਹੜਾ ਕਲਚਰ, ਜਿਹੜੀ ਇੱਕ ਥਿੰਕਿੰਗ ਹੈਗੀ, ਜਿਹੜੇ ਲੋਕਾਂ ਨੂੰ ਮਿਲ ਰਹੇ ਹੈ, ਜਿਹੜਾ ਅਸੀਂ ਅੱਜ ਦੇ ਜ਼ਮਾਨੇ 'ਚ ਉਹ ਜਿਹੜੀ ਰਿਮੇਨਸ ਦੀ ਚੀਜ਼ਾਂ ਦੇਖ ਰਹੇ ਹਾਂ, ਕਲਚਰਲ, ਟੈਂਜੀਬਲ, ਇਨਟੈਂਜੀਬਲ। ਟੈਂਜੀਬਲ ਹੋ ਗਿਆ ਜਿਹੜਾ ਅਸੀਂ ਛੂ ਸਕਦੇ ਹਾਂ, ਜਿਹੜੀ ਇਨਟੈਂਜੀਬਲ ਚੀਜ਼ਾਂ ਹੋ ਗਈਆਂ ਜਿਹਨੂੰ ਅਸੀਂ ਛੂ ਨਹੀਂ ਸਕਦੇ ਲੇਕਿਨ ਮਹਿਸੂਸ ਕਰ ਸਕਦੇ ਹਾਂ। ਇੱਕ ਸੋਸਾਇਟੀ ਦੇ ਅੰਦਰ ਜਿਹੜੀ ਚੀਜ਼ ਅੱਜ ਵੀ ਕਾਇਮ ਹੈ, ਉਸ ਨੂੰ ਜਦ ਤੱਕ ਮਹਿਸੂਸ ਨਾ ਕਰਾਂ, ਉਹ ਇਮਾਰਤਾਂ ਦੇ ਅੰਦਰ, ਖੰਡਰਾਤਾਂ ਦੇ ਅੰਦਰ ਮੈਂ ਉਸਦੀ ਫੀਲਿੰਗ ਨਹੀਂ ਲਿਆ ਸਕਦਾ। ਇਸ ਕਰਕੇ ਕੋਸ਼ਿਸ਼ ਮੇਰੀ ਇਹੀ ਰਹਿੰਦੀ ਹੈ ਕਿ ਮੈਂ ਜਾ ਕੇ ਉਸ ਚੀਜ਼ ਨੂੰ ਪਹਿਲਾਂ ਦੇਖਾਂ। ਤੇ ਪਹਿਲਾ ਕੰਮ ਜਿਹੜਾ ਕੀਤਾ ਸੀਗਾ ਉਹ ਇਹ ਕੰਮ ਹੈਗਾ, ਜਿਹੜਾ ਪਹਿਲੀ ਕਿਤਾਬ ਸੀਗੀ ਲੋਸਟ ਹੈਰੀਟੇਜ ਦ ਸਿੱਖ ਲੈਗੇਸੀ ਇਨ ਪਾਕਿਸਤਾਨ। ਇਹਦੇ ਅੰਦਰ 36 ਸ਼ਹਿਰ ਤੇ ਪਿੰਡਾਂ ਦੇ ਅੰਦਰ, ਜਿਹਦੇ ਅੰਦਰ ਡਾਕੂਮੈਂਟੇਸ਼ਨ ਦੇ ਵਿੱਚ, ਜਿਹਦੇ ਅੰਦਰ ਸਿੱਖ ਵਿਰਾਸਤ ਦੀ ਅੰਸ਼ ਮੈਨੂੰ ਨਜ਼ਰ ਆਈ ਹੈ। ਔਰ ਮੈਂ ਹਾਲਾਂਕਿ ਇਹਨੂੰ ਸਿੱਖ ਵਿਰਾਸਤ ਕਹਿਣਾ, ਲੇਕਿਨ ਉਹਨੂੰ ਤੁਸੀਂ ਜਦੋਂ ਦੇਖਦੇ ਹੋ ਤੇ ਗੱਲ ਜਿਹੜੀ ਸਮਝ ਆਉਂਦੀ ਹੈ ਕਿ ਉਹ ਇੱਕ ਬੜਾ ਸੈਕੂਲਰ ਟਾਈਮ ਸੀਗਾ, ਬੜਾ ਪਲੂਰਲਿਸਟਿਕ ਟਾਈਮ ਸੀ, ਜਿਹਦੇ ਅੰਦਰ ਤੁਸੀਂ ਸਟ੍ਰੈਂਡਸ ਆਫ ਇਸਲਾਮਿਕ, वेदांतिक, हिंदुइस्टिक और प्लस सिख ਦਾ ਐਸਪੈਕਟ ਜਿਹਦਾ ਅਸੀਂ ਡਿਫਾਈਨ ਕਰਦੇ ਹਾਂ ਅੱਜ, ਸਭ ਮਿਲ ਜੁਲ ਕੇ ਇੱਕ ਨਿਚੋੜ ਬਣਦਾ ਸੀਗਾ। ਉਹਨੂੰ ਅੱਜ ਪੁਰਾਤਨ ਚੀਜ਼ਾਂ ਨੂੰ ਫੀਲ ਕਰਨ ਵਾਸਤੇ ਉੱਥੇ ਜਾ ਕੇ ਜੋ ਚੀਜ਼ ਨੂੰ ਅਸੀਂ ਦੇਖਦੇ ਹਾਂ, ਉਸ ਨੂੰ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਇਸ ਪਹਿਲੀ ਕਿਤਾਬ ਅੰਦਰ ਲੋਸਟ ਹੈਰੀਟੇਜ ਦਾ ਸਿੱਖ ਲੈਗੇਸੀ ਇਨ ਪਾਕਿਸਤਾਨ। ਉਸ ਤੋਂ ਬਾਅਦ ਫਿਰ ਮੌਕਾ ਮਿਲਿਆ ਜਿਹਦੇ ਅੰਦਰ ਮੈਂ ਦੂਜੀ ਕਿਤਾਬ ਕੀਤੀ ਸੀਗੀ, ਇਹ ਜਿਹੜੀ ਹੈਗੀ ਦ ਕੁਐਸਟ ਕੰਟੀਨਿਊਜ਼, ਲੋਸਟ ਹੈਰੀਟੇਜ ਦ ਸਿੱਖ ਲੈਗੇਸੀ ਇਨ ਪਾਕਿਸਤਾਨ। ਇਹ ਹੈਗੀ ਦ ਕੁਐਸਟ ਕੰਟੀਨਿਊਜ਼, ਮਤਲਬ ਖੋਜ ਅਜੇ ਜਾਰੀ ਹੈ। ਤੇ ਇਹਦੇ ਅੰਦਰ 90 ਸ਼ਹਿਰ ਤੇ ਪਿੰਡਾਂ ਦੇ ਵਿੱਚ ਡਾਕੂਮੈਂਟੇਸ਼ਨ ਕੀਤੀ ਸੀਗੀ। ਤੇ ਜਿਹੜੀ ਦੋ ਕਿਤਾਬਾਂ ਹੋਣ ਅਗਰ ਦੇਖਿਆ ਜਾਏ ਤੇ ਪਹਿਲੀ ਵਾਰੀ ਜਿਹੜੀ ਡਾਕੂਮੈਂਟੇਸ਼ਨ ਹੋਈ ਹੈ ਉਹ ਇਹ ਹੈਗੀਆਂ ਲੋਸਟ ਹੈਰੀਟੇਜ ਤੇ ਦ ਕੁਐਸਟ ਕੰਟੀਨਿਊਜ਼। ਤੇ ਬੇਸਿਕਲੀ ਅਗਰ ਇਹਨਾਂ ਦੋਵਾਂ 6 ਕਿਲੋ ਦੀ ਡਾਕੂਮੈਂਟੇਸ਼ਨ ਦੇ ਅਗਰ ਅਸੀਂ
ਅਗਰ ਸਾਰਾਂਸ਼ ਮੈਂ ਅਗਰ ਦੇਵਾਂ ਤੇ ਇਹਦੇ ਅੰਦਰ ਅਸੀਂ ਜੋ ਡਾਕੂਮੈਂਟੇਸ਼ਨ ਕੀਤੀ ਹੈ, ਇਹਦੇ ਅੰਦਰ ਪਾਕਿਸਤਾਨ ਦੇ 5 ਸਟੇਟਸ ਦੇ ਅੰਦਰ खुद चल के जो चीज देखी है। 5 स्टेट में अगर कहना, कश्मीर बल्तिस्तान, खैबर पख्तूनवा, जिहदे अंदर इहो ਜਿਹੇ इलाके जिथे ਮੈਨੂੰ ਮਹਿਸੂਸ ਹੁੰਦਾ ਹੈ ਕਿ ਈਵਨ ਪਾਕਿਸਤਾਨੀਆਂ ਨੂੰ ਜਾਣ ਵਾਸਤੇ ਬੜੀ ਮੁਸ਼ਕਿਲ ਆਉਂਦੀ ਹੈ, ਜਿੱਥੇ ਪਾਰਾ ਚਿਨਾਰ ਅਫਗਾਨਿਸਤਾਨ ਬਾਰਡਰ ਦੇ ਨਾਲ ਤੱਕ ਅਸੀਂ ਹੋ ਕੇ ਆਏ ਹਾਂ। ਪੰਜਾਬ ਤੇ ਹੈ ਹੀ ਹੈ, ਤੇ ਨਾਲ ਸਿੰਧ ਤੇ ਬਲੋਚਿਸਤਾਨ। ਮੇਨ ਚੀਜ਼ ਇਸ ਦੇ ਅੰਦਰ ਇਹ ਹੈ ਕਿ ਮੈਂ ਕਹਿਣਾ ਚਾਹਾਂਗਾ ਕਿ ਜਿਹੜੀ ਇਹ ਕਮਿਊਨਿਟੀ ਉੱਥੇ ਇੰਡਸ ਬੈਲਟ ਵਿੱਚ ਰਹਿੰਦੀ ਸੀਗੀ, ਉਹਨਾਂ ਦੀ ਜਿਹੜੀ ਸੋਚ ਨਹੀਂ ਸੀਗੀ, ਉਸ ਨੂੰ ਅਗਰ ਅਸੀਂ ਸਮਝਣਾ ਚਾਹੀਏ ਤੇ ਅੱਜ ਦੇ ਦਿਨ ਵਿੱਚ ਉਹ ਜਿਹੜੀ ਕਮਿਊਨਿਟੀ ਉੱਥੋਂ ਚੱਲ ਕੇ ਗੈਂਜੈਟਿਕ ਬੈਲਟ ਵਿੱਚ ਚਲੀ ਗਈ ਹੈ। ਉਹਨੂੰ ਸਮਝਣ ਵਾਸਤੇ ਸਿਰਫ 2 ਹੀ ਤਰੀਕੇ ਨੇ, ਜਾਂ ਤੇ ਤੁਸੀਂ ਜਾ ਕੇ ਜਿਹੜੇ ਉੱਥੇ ਲੋਕ ਰਹਿ ਗਏ ਨੇ, ਜੋ ਨਹੀਂ ਮੂਵ ਹੋਏ, ਜਿਹੜੇ ਅਸੀਂ ਗੱਲ ਕਰ ਰਹੇ ਹਾਂ ਇੱਥੇ, ਮੈਂ ਕਹਿਣਾ ਨਹੀਂ ਚਾਹੁੰਦਾ ਲੇਕਿਨ ਰਿਐਲਿਟੀ ਇਹ ਹੈ ਕਿ ਡਿਵੀਜ਼ਨ ਰਿਲੀਜੀਅਸ ਲਾਈਨਸ ਤੇ ਹੋਇਆ ਸੀਗਾ, ਤੇ ਜਿਹੜੇ ਨਾਨ ਇਸਲਾਮਿਕ ਜਿਹੜੇ ਲੋਕ ਰਹਿ ਗਏ ਨੇ, ਉਹਨਾਂ 'ਚ ਤੁਸੀਂ ਜਾ ਕੇ ਅਗਰ ਵਿਚਰੋਗੇ, ਤੁਸੀਂ ਉਸ ਚੀਜ਼ ਨੂੰ ਰਿਅਲਾਈਜ਼ ਕਰੋਗੇ ਕਿ ਉਹ ਕਮਿਊਨਿਟੀ ਨੇ ਆਪਣੇ ਆਪ ਨੂੰ ਬੰਦ ਕਰ ਲਿਆ। ਜਿਹੜਾ ਉਹਨਾਂ ਦੀ ਪ੍ਰੈਕਟਿਸਿਸ ਹੈਗੀਆਂ ਉਹ ਅੱਜ ਵੀ 70 ਸਾਲ ਪਹਿਲੇ ਦੀ ਪ੍ਰੈਕਟਿਸਿਸ ਹੈਗੀਆਂ। ਤੇ ਜਦੋਂ ਅਸੀਂ ਉਸ ਨੂੰ ਕੰਪੇਅਰ ਕਰਦੇ ਹਾਂ ਜਿਹੜੇ ਲੋਕ ਗੈਂਜੈਟਿਕ ਬੈਲਟ ਦੇ ਅੰਦਰ 47 ਵਿੱਚ ਆ ਗਏ, ਤੇ ਕੀ ਸਾਨੂੰ ਡਿਫਰੈਂਸਿਸ ਨਜ਼ਰ ਆਉਂਦੇ ਨੇ, ਉਹ ਜਾ ਕੇ ਉੱਥੇ ਮਹਿਸੂਸ ਕਰਨ ਦਾ ਮੌਕਾ ਮਿਲਿਆ ਇਹਨਾਂ 5 ਸਟੇਟਸ ਦੇ ਅੰਦਰ। ਦੂਜੀ ਚੀਜ਼ ਜਿਹੜੀ ਹੈ, ਇਮਾਰਤਾਂ ਦੇ ਅੰਦਰ ਜਿਹੜੀ ਆਰਟ, ਆਰਕੀਟੈਕਚਰ, ਫ੍ਰੈਸਕੋਜ਼, ਜਿਹੜੇ ਗੁਰਦੁਆਰੇ, ਜਿਹੜੇ ਬਿਲਡਿੰਗਸ, ਕਿਲੇ ਜਿੱਥੇ ਸਾਡੀ ਹਿਸਟਰੀ ਹੋਈ ਸੀਗੀ, ਇਹ ਸਾਰਿਆਂ ਨੂੰ ਸਟੱਡੀ ਕਰਦੇ ਹੋਏ ਇੱਕ ਲੈਗੇਸੀ ਨੂੰ ਡਾਕੂਮੈਂਟ ਕਰਨ ਦਾ, ਇੱਕ ਵਿਰਾਸਤ ਨੂੰ ਡਾਕੂਮੈਂਟ ਕਰਨ ਦਾ ਮੌਕਾ ਮਿਲਿਆ ਹੈ। ਮੈਂ ਅਕਸਰ ਕਹਿਣਾ ਕਿ ਲੈਗੇਸੀ ਇਜ਼ ਬਿਗਰ ਦੈਨ ਰਿਲੀਜਨ। ਹੁਣ ਅਸੀਂ ਅਗਰ ਦੇਖੀਏ, ਹਰ ਉਸ ਸ਼ਖਸ ਨੂੰ ਮੈਂ ਸਲਾਮ ਕਰਨਾ ਜੋ ਇਸ ਪੱਖ ਤੇ ਚੱਲ ਰਹੇ ਨੇ, ਜੋ ਡਾਕੂਮੈਂਟੇਸ਼ਨਸ ਕਰ ਰਹੇ ਨੇ ਅਗਲੀ ਜਨਰੇਸ਼ਨ ਨੂੰ, ਹਰ ਉਸ ਸ਼ਖਸ ਨੂੰ ਸਲਾਮ ਕਰਨਾ। ਮੈਂ ਸਲਾਮ ਕਰਨਾ ਇਕਬਾਲ ਕੈਸਰ ਸਾਹਿਬ ਦਾ, ਜਿਨ੍ਹਾਂ ਨੇ ਅੱਜ ਤੋਂ ਕਾਫੀ ਸਾਲ ਪਹਿਲਾਂ ਗੁਰਦੁਆਰਿਆਂ ਦੇ ਉੱਤੇ ਡਾਕੂਮੈਂਟੇਸ਼ਨ ਕੀਤੀ ਸੀ, ਜਿਸ ਦੇ ਅੰਦਰ ਪ੍ਰਾਇਮਰੀਲੀ ਪੰਜਾਬ ਦੇ ਡਾਕੂਮੈਂਟੇਸ਼ਨ ਹੋਈ ਸੀਗੀ, ਲੇਕਿਨ ਉਸ ਤੋਂ ਬਾਅਦ ਜਿਹੜਾ ਇਵੈਕੂ ਟਰਸਟ ਪ੍ਰਾਪਰਟੀ ਬੋਰਡ ਨੇ ਇੱਕ ਡਾਕੂਮੈਂਟੇਸ਼ਨ ਕੀਤੀ ਹੈ। ਲੇਕਿਨ ਜੋ ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਦੇ ਅੰਦਰ ਅਸੀਂ ਗੁਰਦੁਆਰੇ ਦੇ ਦਾਇਰੇ ਤੋਂ ਬਾਹਰ ਵੀ ਨਿਕਲੀਏ। ਗੁਰਦੁਆਰੇ ਤੇ ਹੈ ਹੀ ਹਨ, ਲੇਕਿਨ ਵਿਰਾਸਤ ਦੇ ਅੰਦਰ ਉਹ ਕਿਲੇ ਵੀ ਆਣ, ਉਹ ਆਰਟ ਵੀ ਆਵੇ, ਉਹ ਫ੍ਰੈਸਕੋਜ਼ ਵੀ ਆਣ, ਕਿਉਂਕਿ ਉਸ ਦੇ ਥਰੂ ਸਾਨੂੰ ਸਮਝ ਆਉਂਦਾ ਹੈ ਕਿ ਸਾਡੇ ਬਜ਼ੁਰਗ ਕੀ ਸੋਚਦੇ ਸੀਗੇ। ਤੇ ਇਹ ਪਹਿਲਾ ਕੰਮ ਸੀਗਾ। ਫਿਰ ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਜਿਹੜੀ 2 ਡਾਕੂਮੈਂਟਰੀਜ਼ ਹੈਗੀਆਂ ਜਿਹਦੀ ਲਿੰਕ ਤੁਸੀਂ ਸ਼ੇਅਰ ਵੀ ਕੀਤੀਆਂ ਨੇ, ਲੇਕਿਨ ਜਿਨ੍ਹਾਂ ਨੂੰ ਨਹੀਂ ਪਤਾ, ਉਸ ਤੋਂ ਬਾਅਦ ਇਸ ਪ੍ਰੋਗਰਾਮ ਤੋਂ ਬਾਅਦ ਉਹ YouTube ਤੇ ਜਾ ਕੇ ਸਰਚ ਕਰ ਸਕਦੇ ਨੇ। ਮੇਰੇ ਚੈਨਲ ਦੇ ਉੱਤੇ, ਅਮਰਦੀਪ ਸਿੰਘ ਦੇ ਚੈਨਲ ਦੇ ਉੱਤੇ 2 ਡਾਕੂਮੈਂਟਰੀਜ਼ ਹੈਗੀਆਂ, ਇੱਕ ਪੀਅਰਿੰਗ ਸੋਲ ਔਰ ਇੱਕ ਪੀਅਰਿੰਗ ਵਾਰੀਅਰ। ਪੀਅਰਿੰਗ ਸੋਲ ਜਿਹੜੀ ਹੈਗੀ 50 ਮਿੰਟ ਦੀ ਡਾਕੂਮੈਂਟਰੀ ਹੈ, ਜਿਹਦੇ ਅੰਦਰ ਮੈਂ ਉਹਨਾਂ ਇਲਾਕਿਆਂ ਵਿੱਚ ਲੈ ਕੇ ਜਾ ਰਿਹਾ ਹਾਂ ਸਿਰਫ ਇੱਕ ਝਲਕ ਦਿਖਾਉਣ ਵਾਸਤੇ ਕਿ ਵਿਰਾਸਤ ਜਿਹੜੀ ਹੈ ਗੁਰਦੁਆਰੇ ਤੋਂ ਇਲਾਵਾ ਜਿਹੜੇ ਅੱਜ ਪਪੂਲਰਲੀ ਮੰਨੇ ਜਾਂਦੇ ਨੇ, ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ, ਪੰਜਾ ਸਾਹਿਬ, ਇਹਨਾਂ ਗੁਰਦੁਆਰਿਆਂ ਤੋਂ ਇਲਾਵਾ ਇੱਕ ਬੜੀ ਵੱਡੀ ਲੈਗੇਸੀ ਹੈ ਜਿਹਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਲਾਸਟ ਚੀਜ਼ ਜਿਹੜੀ ਹੈ ਪੀਅਰਿੰਗ ਵਾਰੀਅਰ ਡਾਕੂਮੈਂਟਰੀ, ਉਹਦੇ ਅੰਦਰ ਜਿਹੜੇ ਕਿਲੇ ਜਿੱਥੇ ਸਿੱਖ ਤਾਰੀਖ ਗੁਜ਼ਰੀ ਸੀਗੀ ਨਾਰਥ ਵੈਸਟ ਫਰੰਟੀਅਰ ਦੇ ਅੰਦਰ, ਤੇ ਆਪਣੇ ਇੰਡਸ ਦਰਿਆ ਦੇ ਲਾਗੋਂ ਲੈ ਕੇ ਅਫਗਾਨਿਸਤਾਨ ਬਾਰਡਰ ਤੱਕ ਜਿਹੜੇ ਕਿਲੇ ਅੱਜ ਮੌਜੂਦ ਨੇ, ਤਾਰੀਖ ਵਿੱਚ ਆਉਂਦਾ ਹੈ there were 29 forts built by the Sikhs। ਉਹਨਾਂ 29 forts ਵਿੱਚੋਂ ਕੁਝ forts ਅੱਜ ਵੀ ਕਾਇਮ ਨੇ, ਲੇਕਿਨ ਉਹਨਾਂ ਦੇ ਅੰਦਰ ਐਕਸੈਸ ਮਿਲਣਾ ਬਹੁਤ ਮੁਸ਼ਕਿਲ ਹੈ। ਤੇ ਰੱਬ ਦੀ ਦੇਣ ਸੀ ਕਿ ਮੈਨੂੰ ਐਕਸੈਸ ਮਿਲ ਗਿਆ। ਮੈਂ ਉਸ ਨੂੰ ਡਾਕੂਮੈਂਟ ਕੀਤਾ ਇਸ ਦੂਸਰੀ ਡਾਕੂਮੈਂਟਰੀ ਦੇ ਅੰਦਰ। ਇਹ 35 ਮਿੰਟ ਦੀ ਡਾਕੂਮੈਂਟਰੀ ਹੈ ਜਿਹਦਾ ਨਾਮ ਹੈ ਪੀਅਰਿੰਗ ਵਾਰੀਅਰ। ਤੇ ਗੁਜ਼ਾਰਿਸ਼ ਹੈ ਕਿ ਪੀਅਰਿੰਗ ਸੋਲ ਔਰ ਪੀਅਰਿੰਗ ਵਾਰੀਅਰ ਮੇਰੇ YouTube ਚੈਨਲ ਤੇ ਜਾ ਕੇ ਅਗਰ ਦੇਖ ਲੈਣ, ਤੁਹਾਨੂੰ ਇੱਕ ਝਲਕ ਮਿਲ ਜਾਏਗੀ ਵਰਕਸ ਦੀ। ਤੇ ਅੱਗੇ ਚੱਲਦੇ ਹੋਏ, ਜਿਸ ਨੂੰ ਕਿਤਾਬ ਦੀ ਲੋੜ ਹੈ, ਅੱਜ ਕੱਲ Amazon ਦੇ ਉੱਤੇ ਡਿਲੀਵਰੀਜ਼ ਬੰਦ ਨੇ, ਅਗਰ ਕਿਸੇ ਨੂੰ ਲੋੜ ਹੈ ਤੇ ਮੈਨੂੰ ਮੈਸੇਂਜਰ ਤੇ ਮੈਸੇਜ ਪਾ ਦੇਣ, ਜਾਂ ਤੇ ਮੇਰਾ WhatsApp ਨੰਬਰ ਹੈ +6598326508, ਉੱਥੇ ਮੈਨੂੰ ਮੈਸੇਜ ਪਾ ਦੇਣ ਤੇ ਮੈਂ ਬੇਸ਼ੱਕ ਐਜ਼ ਐਨ ਆਥਰ ਤੁਹਾਡੇ ਵਾਸਤੇ ਅਰੇਂਜ ਕਰਵਾ ਸਕਣਾ ਪਬਲਿਸ਼ਰ ਦੇ ਥਰੂ। ਇਹ ਇੰਟਰੋਡਕਸ਼ਨ ਤੋਂ ਬਾਅਦ ਅੱਗੇ ਚੱਲਦਾ ਜਿਸ ਵਾਸਤੇ ਅੱਜ ਅਸੀਂ ਇਕੱਠੇ ਹੋਏ ਹਾਂ। ਜਿਹੜਾ ਪ੍ਰੋਜੈਕਟ ਅਸੀਂ ਹੁਣ ਕਰ ਰਹੇ ਹਾਂ, ਐਲੇਗਰੀ ਅ ਟੈਪਿਸਟਰੀ ਆਫ ਗੁਰੂ ਨਾਨਕ ਟਰੈਵਲਸ। ਐਲੇਗਰੀ ਦਾ ਮਤਲਬ ਹੁੰਦਾ ਹੈ ਇੱਕ ਰਾਜ਼ ਦੀ ਗੱਲ ਦਰਸਾਣਾ, ਇੱਕ ਛੁਪੀ ਹੋਈ ਗੱਲ। ਟੈਪਿਸਟਰੀ ਆਫ ਗੁਰੂ ਨਾਨਕ ਟਰੈਵਲਸ ਤੇ ਜਿਸ ਤਰ੍ਹਾਂ ਇੱਕ ਫੈਬਰਿਕ ਹੁੰਦਾ ਨਾ ਜਿਹਦੇ ਅੰਦਰ ਬੁਣਿਆ ਜਾਂਦਾ ਹੈ, ਇੱਕ ਉਹਨਾਂ ਦਾ ਜਿਹੜਾ ਸਫ਼ਰ ਸੀਗਾ, ਸਫ਼ਰਨਾਮਾ, ਉਸ ਨੂੰ ਦਰਸਾਣਾ। ਲੇਕਿਨ ਮੈਂ ਅਕਸਰ ਕਹਿਣਾ
कि ये जो गुरु नानक का सफर हम दर्शाने की कोशिश कर रहे हैं, ये तो सिर्फ एक बहाना है, सिर्फ एक बहाना है, क्योंकि असल में उनका फलसफा दर्शाना है। तो एलेगरी या टैपेस्ट्री ऑफ गुरु नानक ट्रैवल्स ਦੇ ਅੰਦਰ ਪਹਿਲਾ ਅੱਖਰ ਜਿਹੜਾ ਅਸੀਂ ਪਾਇਆ ਹੈ ਐਲੇਗਰੀ। ਐਲੇਗਰੀ ਦਾ ਮਤਲਬ ਹੈ ਇੱਕ ਰਾਜ਼ ਦੀ ਗੱਲ ਦੱਸਣਾ, ਕਿ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਦੀ ਰਾਈਟਿੰਗਸ ਦੇ ਥਰੂ ਸਮਝਣਾ, ਉਸ ਸਫ਼ਰ ਨੂੰ ਦਿਖਾਉਂਦੇ ਹੋਏ। ਲੇਕਿਨ ਸਾਡਾ ਫੋਕਸ ਸਫ਼ਰ ਨਹੀਂ ਹੈ, ਸਟਲੀ ਪਿੱਛੋਂ ਅਸੀਂ ਉਹਨਾਂ ਦੇ ਮੈਸੇਜ ਨੂੰ ਦੇਣਾ ਚਾਹੁੰਦੇ ਹਾਂ। ਇਹ ਸਾਡਾ ਮਤਲਬ ਅਲਟੀਮੇਟ ਮੁਕਾਮ ਇਹੀ ਹੈ ਸਾਡਾ। ਹੁਣ ਗੱਲ ਇਹ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਫ਼ਰ ਦੇ ਉੱਤੇ ਜਾਂ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਦੇ ਅੰਦਰ ਉਹਨਾਂ ਦੀ ਪੈਦਾਇਸ਼ ਤੋਂ ਲੈ ਕੇ ਕਰਤਾਰਪੁਰ ਸਾਹਿਬ ਤੱਕ ਦੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਕਾਫੀ ਕੁਝ ਚੀਜ਼ਾਂ ਲਿਖੀਆਂ ਹੋਈਆਂ ਨੇ। ਪੁਰਾਤਨ ਟਾਈਮ ਤੋਂ ਹੁਣ ਤੱਕ ਕਾਫੀ ਲੋਕਾਂ ਨੇ ਲਿਖਿਆ ਹੈ, ਲੇਕਿਨ ਇਸ ਨੂੰ ਇੱਕ ਡਾਕੂਮੈਂਟਰੀ ਦੇ ਰੂਪ ਵਿੱਚ ਇਸ ਪੂਰੇ ਸੀਕੁਐਂਸ਼ੀਅਲ ਜਰਨੀ ਨੂੰ ਅੱਜ ਤੱਕ ਕਿਸੇ ਨੇ ਦਰਸਾਇਆ ਨਹੀਂ ਹੈ। ਬੇਸ਼ੱਕ ਥੋੜੀ ਥੋੜੀ ਅੰਸ਼ ਹੈਗੀਆਂ, ਮੈਂ ਇਹ ਨਹੀਂ ਕਹਿ ਰਿਹਾ ਕਿ ਲੋਕਾਂ ਨੇ ਨਹੀਂ ਕੰਮ ਕੀਤਾ ਹੈ, ਲੇਕਿਨ ਉਹਨਾਂ ਸਾਈਟਸ ਤੇ ਜਾ ਕੇ, ਉਹਨਾਂ ਸਾਈਟਸ ਦੇ ਥਰੂ, ਉਹਨਾਂ ਲੋਕੇਸ਼ਨਸ ਦੇ ਥਰੂ ਉਸ ਚੀਜ਼ ਨੂੰ ਦਰਸਾਣਾ, ਇਹ ਕੰਮ ਅੱਜ ਤੱਕ ਹੋਇਆ ਨਹੀਂ ਹੈ। ਤੇ ਬੰਦਾ ਸੋਚਦਾ ਹੈ ਫਿਰ ਕਿਉਂ ਨਹੀਂ ਹੋਇਆ। अगर बीबीसी एक डॉक्यूमेंट्री बना सकती है द जर्नी ऑफ अलेक्जेंडर द ग्रेट, अगर बीबीसी एक डॉक्यूमेंट्री बना सकती है चेंगीज खान दे उत्ते, मार्को पोलो दे उत्ते, जिहड़े सारे लोग चले सन, लेकिन वो चले किस करके सन? वो चले सन अपने पर्सनल गेन दे करके, या तो कोई एम्पायर बनाने वास्ते, या लोगों को मारन वास्ते, या तो वैल्थ इकट्ठा करने वास्ते। ते आज दी मटीरियलिस्टिक दुनिया ਉਹਨਾਂ ਨੂੰ ਅਹਿਮ ਰੱਖਦੇ ਹੋਏ ਉਹਨਾਂ ਦੇ ਉੱਤੇ ਡਾਕੂਮੈਂਟਰੀ ਬਣਾ ਸਕਦੀ ਹੈ। ਲੇਕਿਨ ਜਿਹੜਾ ਇੱਕ ਸ਼ਖਸ ਜਿਹੜਾ ਚੱਲਿਆ ਸੀਗਾ ਇਨਸਾਨੀਅਤ ਦੇ ਕਰਕੇ, ਇੱਕ ਮੈਸੇਜ ਆਫ ਵਨਨੈਸ ਨੂੰ ਲੈ ਕੇ, ਉਸ ਵਨਨੈਸ ਦੇ ਮੈਸੇਜ ਦੇ ਬੇਸਿਸ ਤੇ ਅੱਜ ਤੱਕ ਕਿਸੇ ਨੇ, ਬਿਗ ਪ੍ਰੋਡਕਸ਼ਨ ਹਾਊਸ ਨੇ, ਬਿਗ ਕੰਪਨੀਆਂ ਨੇ ਇਹੋ ਜਿਹਾ ਪ੍ਰੋਜੈਕਟ ਚੁੱਕਿਆ ਹੀ ਨਹੀਂ। ਤੇ ਬੰਦਾ ਫਿਰ ਸੋਚਦਾ ਹੈ ਕਿਉਂ। ਉਸ ਕੁਐਸਚਨ ਨੂੰ ਲੈਂਦੇ ਹੋਏ ਫਿਰ ਇੱਕ ਕੌਨਫੀਡੈਂਸ ਉੱਠਦੀ ਹੈ ਆਪਣੇ ਜ਼ਿਹਨ ਦੇ ਅੰਦਰ, जो कहती है कि अगर मैं 2014 ਵਿੱਚ ਜਦੋਂ ਕਾਰਪੋਰੇਟ ਜਗਤ ਤੋਂ ਬਾਹਰ ਨਿਕਲਿਆ ਸੀਗਾ, ਉਸ એનર્ਜੀ ਨੇ ਇਤਨੀ ਹੈਲਪ ਕੀਤੀ ਹੈ ਕਿ ਇਤਨੇ ਦੂਰ ਦਰਾਕੇ ਦੇ ਇਲਾਕਿਆਂ ਦੇ ਅੰਦਰ, ਪਾਕਿਸਤਾਨ ਦੇ ਅੰਦਰ ਇੰਨਾ ਵੱਡਾ 2 ਵੋਲਿਊਮਸ ਦੇ ਅੰਦਰ 5 ਸਟੇਟਸ ਦੇ ਅੰਦਰ ਕੰਮ ਹੋ ਗਿਆ। ਔਰ ਮੈਂ ਇਹ ਕਹਿ ਸਕਦਾ ਕਿ ਸ਼ਾਇਦ ਪਾਕਿਸਤਾਨੀਆਂ ਨੂੰ ਇਤਨੀ ਡੀਪ ਐਕਸੈਸ ਨਾ ਮਿਲੇ। ਤੇ ਇਹਦਾ ਮਤਲਬ ਇਹ ਅਸੀਂ ਨਹੀਂ ਕਰ ਰਹੇ ਕੰਮ, ਇਹ ਕੋਈ એનર્ਜੀ ਸਾਡੇ ਕੋਲੋਂ ਕੰਮ ਕਰਾ ਰਹੀ ਹੈ। ਤੇ ਕੀ ਉਹ એનર્ਜੀ ਸਾਨੂੰ ਫਿਰ ਮਦਦ ਕਰੇਗੀ ਕਿ ਅਸੀਂ ਫਿਰ ਚੱਲੀਏ ਤੇ ਇਹ ਕੰਮ ਗੁਰੂ ਨਾਨਕ ਡਾਕੂਮੈਂਟਰੀ ਦਾ ਮੁਕੰਮਲ ਕਰ ਪਾਈਏ। ਤੇ ਮੈਂ ਪਹਿਲਾਂ ਕਿਹਾ ਹੈ ਕਿ ਗੁਰੂ ਨਾਨਕ ਦਾ ਸਫ਼ਰ ਸੀਗਾ ਵਨਨੈਸ ਦੇ ਮੈਸੇਜ ਦੇ ਕਰਕੇ। ਪਹਿਲਾਂ ਥੋੜਾ ਸੀ ਫਲਸਫੇ ਨੂੰ ਸਮਝੀਏ ਕਿ ਕਿਉਂ ਇਹ ਫਲਸਫੇ ਨੂੰ ਦਰਸਾਉਣਾ ਹੈ ਔਰ ਕਿਉਂ ਇਸ ਦੀ ਅੱਜ ਦੇ ਜ਼ਮਾਨੇ ਵਿੱਚ ਇਤਨੀ ਜ਼ਿਆਦਾ ਲੋੜ ਹੈ। ਗੁਰੂ ਨਾਨਕ ਸਾਹਿਬ ਦੇ ਚਲੇ ਸੀਗੇ, ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜਿਹਦੇ ਅੰਦਰ 10 ਗੁਰੂਆਂ ਦੀ ਬਾਣੀ ਹੈ, ਬਾਬਾ ਫਰੀਦ ਸੂਫੀ ਸੇਂਟਸ ਦੀ ਬਾਣੀ ਹੈ, ਕਬੀਰ ਜੀ ਦੀ ਬਾਣੀ ਹੈ, ਬੜੇ ਹੋਰ ਸਿਮਿਲਰ ਵਿਚਾਰ ਦੇ ਜਿਹੜੇ ਸੰਤ ਮਹਾਤਮਾ ਮਹਾਪੁਰਸ਼ ਹੋਏ ਸੀਗੇ, ਉਹਨਾਂ ਦੀ ਬਾਣੀਆਂ ਹੈਗੀਆਂ। ਲੇਕਿਨ ਉਹਦਾ ਪਹਿਲਾ ਅੱਖਰ ਜਿਹੜਾ ਹੈਗਾ, ਪਹਿਲਾ ਅੱਖਰ, ਉਹ ਅੱਖਰ ਵੀ ਨਹੀਂ ਹੈ, ਉਹ ਇੱਕ ਨਿਊਮਰਲ ਹੈ। ਇੱਕ ਗ੍ਰੰਥ ਸਾਹਿਬ ਉੱਥੋਂ ਹੀ ਸਟਾਰਟ ਹੁੰਦੀ ਹੈ, ਇੱਕ ਅੱਗੇ ਚੱਲ ਕੇ ਫਿਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਉੱਥੋਂ ਪੂਰੀ ਜਰਨੀ 1430 ਪੇजेस ਦੀ ਜਰਨੀ ਸਟਾਰਟ ਹੁੰਦੀ ਹੈ ਸਪਿਰਿਚੁਅਲ ਅੰਡਰਸਟੈਂਡਿੰਗ ਦੀ, ਜਿਹਨੂੰ ਅਸੀਂ ਕਹਿੰਦੇ ਹਾਂ ਬਾਣੀ। ਲੇਕਿਨ ਪਹਿਲਾ ਅੱਖਰ ਜਿਹੜਾ ਲਿਖਿਆ ਗਿਆ ਗੁਰੂ ਨਾਨਕ ਸਾਹਿਬ ਦਾ ਲਿਖਿਆ ਗਿਆ ਇੱਕ, ਔਰ ਇੱਕ ਦਾ ਮਤਲਬ ਹੁੰਦਾ ਹੈ ਵਨਨੈਸ। ਔਰ ਉਸਨੂੰ ਉਹਨਾਂ ਨੇ ਅੱਖਰ ਦੇ ਰੂਪ ਵਿੱਚ ਨਹੀਂ ਲਿਖਿਆ, ਉਹਨਾਂ ਨੇ ਉਸਨੂੰ ਨਿਊਮਰਲ ਦੇ ਰੂਪ ਵਿੱਚ ਲਿਖਿਆ, ਕਿਉਂਕਿ ਨਿਊਮਰਲ ਦੇ ਅੰਦਰ ਇੱਕ ਜਿਹੜਾ ਹੈ ਨਾ, 1 cannot be 2, 1 cannot be 10, 1 cannot be 20, 1 ਹੀ ਹੁੰਦਾ ਹੈ। ਗੁਰੂ ਨਾਨਕ ਸਾਹਿਬ ਦਾ ਮੈਸੇਜ ਸੀਗਾ ਅਸੀਂ ਇੱਕ ਹਾਂ। ਗੁਰੂ ਨਾਨਕ ਸਾਹਿਬ ਆਪ ਕਹਿੰਦੇ ਨੇ, ਸੋ ਹਮ ਆਪ ਪਛਾਨੀਏ ਸ਼ਬਦ ਭੇਟ ਪਤਾਈਏ। ਸੋ ਹਮ ਇੱਕ ਇੰਡਿਕ ਕਲਚਰ ਦਾ, ਜਿਹੜਾ ਇੰਡਿਕ ਕਲਚਰ ਦੀ ਬੈਲਟ ਹੈ ਇੰਡਸ ਦੇ ਲੈਫਟ ਸਾਈਡ ਦੀ, ਉਹਦੇ ਅੰਦਰ ਇੱਕ ਹੈਲੋ
ਜਿਹੜੀ ਇੰਡਸ ਦੀ ਇੱਕ ਬੈਲਟ ਹੈ, ਜਿਹੜੀ ਇੰਡਸ ਦਰਿਆ ਤੋਂ ਜਿਹੜੀ ਲੈਫਟ ਸਾਈਡ ਦੀ ਇੰਡਿਕ ਕਲਚਰ ਬੈਲਟ ਹੈ, ਉਹਦੇ ਅੰਦਰ ਇੱਕ ਵਰਡ ਆਉਂਦਾ ਹੈ ਸੋਹਮ। ਸੋਹਮ, that is me। ਮਤਲਬ that ਜਾਂ ਤੇ ਰੱਬ, ਜਿਹਨੂੰ ਅਸੀਂ ਸੂਫੀ ਲੈਂਗੁਏਜ ਦੇ ਅੰਦਰ ਕਹਿ ਦਾਂਗੇ ਇੱਕ ਵਜੂਦ, ਜਾਂ ਇੱਕ ਵਜੂਦ ਅਸੀਂ ਕਹਿ ਦਈਏ ਪੰਜਾਬੀ ਦੇ ਅੰਦਰ, ਇੱਕ ਵਜੂਦ ਜਿਹੜਾ ਉਹ ਜਾਂ ਤੁਸੀਂ ਤੇ ਮੈਂ, ਜਿਹੜਾ ਰੱਬ ਜਾਂ ਮੈਂ ਜਾਂ ਤੁਸੀਂ ਜਾਂ ਮੈਂ, ਅਸੀਂ ਸਾਰੇ ਇੱਕ ਹਾਂ, ਅਸੀਂ ਇੱਕ ਇਕੋਸਿਸਟਮ ਦੇ ਹਾਂ, ਇੱਕੋ ਅਸੀਂ ਨਾਲ ਜੁੜੇ ਹੋਏ ਹਾਂ, ਤੇ ਸਾਡੇ ਵਿੱਚ ਤਫਰਕਾ ਕੀ ਹੈ ਫਿਰ? ਔਰ ਇसी ਚੀਜ਼ ਨੂੰ ਅਗਰ ਦੂਜੇ ਭਗਤ ਰਵਿਦਾਸ ਜੀ ਨੂੰ ਮੈਂ ਅਕਸਰ ਇਹ ਕੋਟ ਕਰਨਾ, ਕਿਉਂਕਿ ਮੇਰੇ ਇਹ ਬਹੁਤ ਮੈਨੂੰ ਸ਼ਬਦ ਜਿਹੜਾ ਹੈਗਾ ਬਹੁਤ ਦਿਲੋਂ ਛੂੰਦਾ ਹੈ। ਉਹਨਾਂ ਨੇ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇਰੇ ਵਿੱਚ ਤੇ ਮੇਰੇ ਵਿੱਚ, ਮੇਰੇ ਵਿੱਚ ਤੇ ਤੇਰੇ ਵਿੱਚ ਕੀ ਅੰਤਰ ਹੈ? ਚਾਹੇ ਇਸ ਨੂੰ ਅਸੀਂ ਤੋਹਿਤ ਸਾਹਿਬ ਨੂੰ ਮੰਨ ਲਈਏ ਜਾਂ ਮੈਂ ਆਪਣੇ ਆਪ ਨੂੰ, ਸਾਡੇ ਵਿੱਚ ਕੀ ਫਰਕ ਹੈ, ਜਾਂ ਤੇ ਰੱਬ ਔਰ ਮੇਰੇ ਵਿੱਚ ਕੀ ਫਰਕ ਹੈ? ਅੰਤਰ ਕੈਸਾ? ਇੱਕ ਕੁਐਸਚਨ, ਇੱਕ ਪ੍ਰੋਫਾਉਂਡ ਕੁਐਸਚਨ ਹੈ। ਇਸ ਚੀਜ਼ ਨੂੰ ਦਰਸਾਉਣ ਵਾਸਤੇ, ਇਸ ਚੀਜ਼ ਨੂੰ ਲੋਕਾਂ ਦੇ ਅੰਦਰ ਮੈਸੇਜ ਪਹੁੰਚਾਉਣ ਵਾਸਤੇ ਗੁਰੂ ਨਾਨਕ ਸਾਹਿਬ ਚੱਲੇ ਸਨ ਭਾਈ ਮਰਦਾਨਾ ਜੀ ਦੇ ਨਾਲ, ਜਿਹੜੇ ਉਹਨਾਂ ਦੇ ਮੁਸਲਮਾਨ ਦੋਸਤ ਸੀਗੇ। ਤੇ ਜਦੋਂ ਉਹ ਚੱਲੇ ਸਨ, ਅਕਸਰ ਮੈਂ ਬਚਪਨ ਤੋਂ ਪੜ੍ਹ ਰਿਹਾ ਤੇ ਮੈਨੂੰ ਕਦੀ ਕਦੀ ਮਹਿਸੂਸ ਹੁੰਦਾ, ਅਸੀਂ ਗੁਰੂ ਨਾਨਕ ਸਾਹਿਬ ਨੂੰ ਜਿਸ ਤਰ੍ਹਾਂ ਪੇਸ਼ ਕਰ ਦਿੱਤਾ ਹੈ ਨਾ, ਸ਼ਾਇਦ ਇਹ ਮੇਰਾ ਪਰਸਨਲ ਵਿਚਾਰ ਹੈ, ਸ਼ਾਇਦ ਉਹ ਉਸ ਤਰ੍ਹਾਂ ਬਿਲਕੁਲ ਨਹੀਂ ਸਨ। ਕਿਉਂਕਿ ਅਸੀਂ ਦਿਖਾਣੇ ਆ ਇਹ ਮੈਨ ਆਫ ਫੇਥ ਜਿਹੜੇ ਹਨ ਨਾ, ਜਿਨ੍ਹਾਂ ਨੂੰ ਆਪਣੇ ਗੁਰੂਆਂ ਪੀਰਾਂ ਦੇ ਨਾਲ ਪ੍ਰੇਮ ਹੁੰਦਾ ਹੈ, ਉਹਨਾਂ ਦੀ ਅਕਸਰ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਉੱਚਾ ਦਿਖਾਣਾ। ਲੇਕਿਨ ਇਹ ਤੁਹਾਡਾ ਕੋਈ ਤੁਹਾਡੇ ਕੋਲੋਂ ਮੰਗ ਨਹੀਂ ਰਹੇ ਕਿ ਸਾਨੂੰ ਉੱਚਾ ਦਿਖਾਓ ਤੁਸੀਂ, ਇਹ ਤੇ ਸਿਰਫ ਜੋ ਕਰ ਰਹੇ ਨੇ ਸਾਨੂੰ ਉਹ ਸਮਝਣ ਦੀ ਸਾਨੂੰ ਲੋੜ ਹੈਗੀ ਬਸ। ਲੇਕਿਨ ਅਸੀਂ ਜੋ ਲਿਖਦੇ ਹਾਂ ਲਿਟਰੇਚਰ ਦੇ ਅੰਦਰ, ਅਸੀਂ ਉਹਨਾਂ ਨੂੰ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਡੇ ਕੋਲ ਗਲਤੀ ਹੋ ਜਾਂਦੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਫਿਲਾਸਫੀ ਨੂੰ ਅਗਰ ਸਮਝੀਏ, ਉਹ ਕਹਿੰਦੇ ਨੇ 6 ਘਰ 6 ਗੁਰ 6 ਉਪਦੇਸ਼, ਗੁਰ ਏਕੋ ਵੇਸ ਅਨੇਕ, ਬਾਬਾ ਜੇ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ। ਉਹ ਕਹਿ ਰਹੇ ਨੇ 6 ਘਰ। ਦੇਖੋ ਇੰਡੀਅਨ ਫਿਲੋਸੋਫੀਕਲ ਸਿਸਟਮ ਦੇ ਅੰਦਰ ਕੋਈ ਵੀ ਅਗਰ ਪੜ੍ਹੇ, ਜਿਸ ਤਰ੍ਹਾਂ ਵੈਸਟਰਨ ਫਿਲੋਸੋਫੀਕਲ ਸਿਸਟਮ ਦੇ ਅੰਦਰ ਅਸੀਂ ਫਿਲਾਸਫੀ ਪੜ੍ਹਦੇ ਹਾਂ, ਉਹਦੇ ਅੰਦਰ ਰੱਬ ਦੀ ਕੋਈ ਵਜੂਦ ਨਹੀਂ ਹੈ, ਉਹਦੇ ਅੰਦਰ ਮੋਰਲਸ, ਐਥਿਕਸ, ਇਹ ਸਭ ਦੀ ਗੱਲ ਕਰਦੇ ਨੇ, ਇਟਸ ਡਿਵੋਇਡ ਆਫ ਗੋਡ। ਬਟ ਜਦੋਂ ਅਸੀਂ ਇੰਡਿਕ ਕਲਚਰਸ ਦੀ ਗੱਲ ਕਰਦੇ ਹਾਂ ਨਾ, ਉੱਥੇ ਦੇ ਲੋਕਾਂ ਦੇ ਅੰਦਰ ਇੱਕ ਪੁਰਾਤਨ ਟਾਈਮ ਤੋਂ ਇੱਕ ਸਿਸਟਮ ਚੱਲ ਰਿਹਾ ਸੀ, ਜਿਹਦੇ ਅੰਦਰ 6 ਫਿਲੋਸੋਫੀਕਲ ਸਿਸਟਮ ਸੀਗੇ, ਜਿਨ੍ਹਾਂ ਨੂੰ ਅਸੀਂ ਗੱਲ ਕਰੀਏ ਨਿਆਏ, ਵਿਸ਼ੇਕ, ਸਾਂਖਿਆ, ਯੋਗ, ਵਿਦਾਂਤ, ਮੀਮਾਂਸਾ, ਤੇ ਉਹ 6 ਘਰ ਦੀ ਗੱਲ ਕਰ ਰਹੇ ਹਾਂ। 6 ਘਰ ਨੇ, ਉਹਨਾਂ ਦੇ 6 ਉਪਦੇਸ਼ ਨੇ ਇਹਨਾਂ ਫਿਲਾਸਫੀਜ਼ ਦੇ, ਉਹਨਾਂ ਦੇ 6 ਗੁਰ ਨੇ। ਉਹ ਕਹਿੰਦੇ ਨੇ ਗੁਰ ਏਕੋ ਵੇਸ ਅਨੇਕ, ਉਹਨਾਂ ਦੇ ਗੁਰੂ ਤੇ ਸਿਰਫ ਇੱਕੋ ਹੀ ਹੈ। ਉਹਨਾਂ ਦੇ ਇਹ ਫਿਲਾਸਫੀਆਂ ਦੇ ਬੜੀ ਵੇਸ ਨੇ। ਉਹ ਫਿਰ ਕਹਿੰਦੇ ਨੇ ਬਾਬਾ ਜੇ ਘਰ ਕਰਤੇ ਕੀਰਤ ਹੋਏ, ਜਿਹੜੇ ਵੀ ਘਰ ਦੇ ਅੰਦਰ ਰੱਬ ਦੀ ਸਿਫਤ ਸਲਾਹ ਹੋਵੇ ਨਾ, ਬਾਬਾ ਨਾਨਕ ਇੱਕ ਡਿਸੀਜਨ ਦੇ ਰਹੇ ਨੇ, ਬਾਬਾ ਜੇ ਘਰ ਕਰਤੇ ਕੀਰਤ ਹੋਏ, ਉਹ ਕਹਿੰਦੇ ਨੇ ਸੋ ਘਰ ਰਾਖ ਵਡਾਈ ਤੋਏ। ਉਹੀ ਘਰ ਜਿਹੜਾ ਹੈ ਸਭ ਤੋਂ ਸੁਪਰੀਮ ਹੈ, ਸਭ ਤੋਂ ਵੱਡਾ ਹੈ। ਮੈਂ ਇਸ ਕਰਕੇ ਇਸ ਚੀਜ਼ ਨੂੰ ਕਹਿ ਰਿਹਾ ਕਿਉਂਕਿ ਬਾਬਾ ਨਾਨਕ ਨੇ ਕਿਸੇ ਨਾਲ ਕੌਨਫਲਿਕਟ ਨਹੀਂ ਕੀਤਾ, ਇਸ ਲਈ ਸਾਨੂੰ ਉਹਨਾਂ ਨੂੰ ਸੁਪਰੀਮ ਦਿਖਾਉਣ ਦੀ ਕੋਈ ਲੋੜ ਨਹੀਂ ਹੈ। ਉਹਨਾਂ ਦਾ ਵੱਡਾਪਨ ਹੈ ਕਿ ਉਹ ਇੱਕ ਸਫ਼ਰ ਵਿੱਚ ਚਲੇ, ਇੰਟਰਫੇਥ ਸਫ਼ਰ ਸੀਗਾ, ਲੋਕਾਂ ਨੂੰ ਸਮਝਣ ਵਾਸਤੇ ਜੋ ਚੀਜ਼ਾਂ ਦੇਖੀਆਂ, ਜੋ ਚੀਜ਼ਾਂ ਉਹ ਪ੍ਰੈਕਟਿਸ ਨੂੰ, ਵਨਨੈਸ ਨੂੰ ਕਰਪਟ ਕਰ ਰਹੀਆਂ ਸੀਗੀਆਂ, ਉਹਦੇ ਬਾਰੇ ਚ ਉਹਨਾਂ ਨੇ ਕੁਝ ਸੰਦੇਸ਼ ਦਿੱਤਾ ਲੋਕਾਂ ਨੂੰ। ਉਹ ਸੰਦੇਸ਼ ਇੰਪੋਰਟੈਂਟ ਹੈ, ਲੇਕਿਨ ਉਹ ਸੰਦੇਸ਼ ਨੂੰ ਅਸੀਂ ਕਿਸੇ ਨੂੰ ਥੱਲੇ ਨੂੰ ਦਿਖਾਉਣ ਵਾਸਤੇ ਨਹੀਂ ਅਸੀਂ ਮੰਨ ਸਕਦੇ ਹਾਂ, ਕਿਉਂਕਿ ਬਾਬਾ ਨਾਨਕ ਇੱਕ ਵਨਨੈਸ ਦਾ ਮੈਸੇਜ ਲੈ ਕੇ ਚੱਲ ਰਹੇ ਨੇ, ਉਹ ਇੱਕ ਇੰਟਰਫੇਥ ਮੈਸੇਜ ਹੈ। ਇਹ ਗੱਲ ਕਰਦੇ ਹੋਏ ਮੈਂ ਇਹ ਕਹਿਣਾ ਚਾਹਨਾ ਕਿ ਬਾਬਾ ਨਾਨਕ ਦਾ ਸਫ਼ਰ ਜਿਹੜਾ ਹੈਗਾ, ਉਹ ਉਹਨਾਂ ਨੂੰ ਸੂਫੀ ਸਾਈਟਸ ਤੇ ਲੈ ਕੇ ਜਾਂਦਾ ਹੈ, ਇਸਲਾਮਿਕ ਸਾਈਟਸ ਤੇ ਲੈ ਕੇ ਜਾਂਦਾ ਹੈ, ਹਿੰਦੂ ਸਾਈਟਸ ਤੇ ਲੈ ਕੇ ਜਾਂਦਾ ਹੈ, ਜੈਨ ਸਾਈਟਸ, ਬੁੱਧਿਸਟ ਸਾਈਟਸ, ਜਿੱਥੇ ਗੋਰਖਪੰਥੀ ਜੋਗੀ ਰਹਿੰਦੇ ਸੀਗੇ, ਕਨਫੱਟੇ ਜੋਗੀ ਰਹਿੰਦੇ ਸੀਗੇ, ਉਹਨਾਂ ਕੋਲ ਲੈ ਕੇ ਜਾਂਦਾ ਹੈ। ਬੜੀ ਵੱਡੀ ਜਰਨੀ ਸੀਗੀ ਉਹਨਾਂ ਦੀ। ਲੇਕਿਨ ਅਫਸੋਸ ਇਹ ਹੈ ਕਿ ਅੱਜ ਅਸੀਂ ਮੈਂ ਆਪਣੇ ਪੰਥ ਦੀ ਗੱਲ ਕਰ ਰਿਹਾ, ਸਿੱਖ ਪੰਥ ਦੇ ਅੰਦਰ ਸ਼ਾਇਦ ਸਾਡੇ ਕੋਲ ਇਹ ਐਪੇਟਾਈਟ ਨਹੀਂ ਰਹਿ ਗਈ ਹੈ ਕਿ ਅਸੀਂ ਗੁਰਦੁਆਰੇ ਤੋਂ ਬਾਹਰ ਕੁਝ ਚੀਜ਼ ਅਸੀਂ ਦੇਖ ਸਕੀਏ, ਸਮਝ ਸਕੀਏ। ਲੇਕਿਨ ਇੱਕ ਚੀਜ਼ ਮੈਂ ਕਹਿਣਾ ਚਾਹਨਾ, ਦੇਖੋ ਗੁਰਦੁਆਰੇ ਦੀ ਜਗ੍ਹਾ ਆਪਣੀ ਜਗ੍ਹਾ ਹੈ, ਸਲਾਮ ਕਰਦੇ ਹਾਂ ਅਸੀਂ ਗੁਰਦੁਆਰੇ ਨੂੰ, ਲੇਕਿਨ ਗੁਰੂ ਨਾਨਕ ਨੂੰ ਅਗਰ ਸਮਝਣਾ ਹੈ ਤਾਂ ਗੁਰੂ ਨਾਨਕ ਨੂੰ ਸਮਝਣ ਵਾਸਤੇ ਤੁਹਾਨੂੰ ਗੁਰਦੁਆਰੇ ਤੋਂ ਬਾਹਰ ਨਿਕਲਣਾ ਹੀ ਪਏਗਾ। ਤੁਹਾਨੂੰ ਉਹਨਾਂ ਥਾਂ ਤੇ ਜਾਣਾ ਪਏਗਾ ਜਿੱਥੇ ਉਹ ਗਏ ਸਨ, ਜਿੱਥੇ ਉਹ ਇੰਗੇਜਮੈਂਟ ਕਰ ਰਹੇ ਸਨ ਅਲੱਗ-ਅਲੱਗ ਮਜ਼ਹਬਾਂ ਦੇ ਨਾਲ, ਅਲੱਗ-ਅਲੱਗ ਪਰਸਨੈਲਿਟੀਜ਼ ਦੇ ਨਾਲ ਕੁਝ ਚੀਜ਼ ਸਮਝਣ ਵਾਸਤੇ। ਤੇ ਸਾਡਾ ਫਿਰ
ਇਹ ਇੱਕ ਮੁਕਾਮ ਬਣ ਗਿਆ ਕਿ ਅਸੀਂ ਵੀ ਇਹ ਕੋਸ਼ਿਸ਼ ਕਰੀਏ। ਅਗਰ ਡਿਵਾਈਨ એનર્ਜੀ ਨੇ ਪਹਿਲੇ ਕੰਮ ਵਿੱਚ ਸਾਨੂੰ ਹੈਲਪ ਕੀਤਾ ਤੇ ਸ਼ਾਇਦ ਡਿਵਾਈਨ એનર્ਜੀ ਸਾਨੂੰ ਹੈਲਪ ਕਰੇ, ਸ਼ਾਇਦ ਮੈਂ ਕਹਿ ਰਿਹਾ। ਤੇ ਇਸ ਸ਼ਾਇਦ ਨੂੰ ਲੈ ਕੇ ਅਸੀਂ ਚਲੇ 11 ਜਨਵਰੀ 2019 ਨੂੰ। ਅੱਜ ਤੁਹਾਡੇ ਅੱਗੇ ਬੈਠ ਕੇ ਗੱਲ ਕਰ ਰਹੇ ਹਾਂ ਤੇ ਮੈਂ ਖੁਸ਼ੀ ਮਹਿਸੂਸ ਕਰਦਾ। ਇਸ ਮੇਰਾ ਕੰਮ ਨਹੀਂ ਹੈ, ਸਾਡੀ ਟੀਮ ਦਾ ਕੰਮ ਹੈ, ਤੁਹਾਡਾ ਮੇਰਾ ਸਾਰਿਆਂ ਦਾ ਕੰਮ ਹੈ। ਬੜੇ ਲੋਕਾਂ ਨੇ ਮਦਦ ਕੀਤੀ ਹੈ, ਲੋਕਾਂ ਦੀ ਮਦਦ ਤੋਂ ਬਿਨਾਂ ਇਹ ਕੰਮ ਹੋ ਵੀ ਨਹੀਂ ਸਕਦਾ। ਲੇਕਿਨ ਸਭ ਤੋਂ ਵੱਡੀ ਮਦਦ ਜਿਹੜੀ ਹੈ ਡਿਵਾਈਨ ਨੇ ਐਮਬ੍ਰੇਸ ਕੀਤਾ ਹੈ, ਰੱਬ ਨੇ ਆਪ ਤੁਹਾਡਾ ਹੱਥ ਫੜਿਆ ਹੈ। ਅੱਜ ਤੁਹਾਡੇ ਅੱਗੇ ਬੈਠਦੇ ਹੋਏ ਮੈਂ ਕਹਿ ਰਿਹਾ ਕਿ ਅਸੀਂ 98% ਆਫ ਦੀ ਫਿਲਮਿੰਗ ਜਿਹੜੀ ਹੈ ਪੂਰੀ ਕੰਪਲੀਟ ਕਰ ਚੁੱਕੇ ਹਾਂ। ਹੁਣ ਇਸ ਤੋਂ ਬਾਅਦ ਇੱਕ ਬੜਾ ਵੱਡਾ ਕੰਮ ਹੈਗਾ ਕਿ 70 ਟੈਰਾਬਾਈਟਸ ਡੇਟਾ ਨੂੰ ਜੋੜਨਾ, ਉਸ ਨੂੰ ਕਰਦੇ ਕਰਦੇ ਇੱਕ ਸਵਾ ਸਾਲ ਸਾਨੂੰ ਲੱਗ ਜਾਏਗਾ। ਲੇਕਿਨ ਛੋਟਾ ਜਿਹਾ ਸਾਡਾ ਪੱਖ ਰਹਿ ਗਿਆ ਹੈ ਕਸ਼ਮੀਰ ਔਰ ਲਦਾਖ ਦਾ, ਉਹ ਕੋਰੋਨਾ ਵਾਇਰਸ ਤੇ ਖਤਮ ਹੋਣ ਤੋਂ ਬਾਅਦ ਅਸੀਂ ਜਾ ਕੇ ਕਰਾਂਗੇ 2 ਹਫ਼ਤੇ ਦੇ ਅੰਦਰ। ਉਸ ਤੋਂ ਬਾਅਦ ਸਾਨੂੰ ਬੈਠ ਕੇ ਪੂਰੀ ਸਟੋਰੀ ਨੂੰ ਸਟਿਚ ਕਰਨਾ ਹੈ, ਸੀਕੁਐਂਸ਼ਲੀ ਪ੍ਰੈਜ਼ੈਂਟ ਕਰਨਾ ਹੈ। ਹੁਣ ਗੱਲ ਇਹ ਆਂਦੀ ਹੈ, ਅਗਰ ਗੁਰੂ ਨਾਨਕ ਜੀ ਦਾ ਸਫ਼ਰ ਅਗਰ ਅਸੀਂ ਡਾਕੂਮੈਂਟ ਕਰਨਾ ਹੈ, ਇੱਕ ਉਹਨਾਂ ਦਾ ਫਲਸਫਾ ਦਰਸਾਉਣ ਵਾਸਤੇ, ਤੇ ਪਹਿਲੀ ਗੱਲ ਆਂਦੀ ਹੈ ਫਲਸਫੇ ਦੇ ਹਿਸਾਬ ਨਾਲ ਅਸੀਂ ਅਗਰ ਆਪਣੇ ਨੂੰ ਪੁੱਛੀਏ ਗੁਰੂ ਨਾਨਕ ਸਾਹਿਬ ਗਏ ਕਿੱਥੇ ਸਨ। ਅਸੀਂ ਇੰਨਾ ਵੱਡਾ ਕੰਮ ਡਾਕੂਮੈਂਟ ਕਰਨ ਚੱਲ ਰਹੇ ਹਾਂ ਕਿ ਗੁਰੂ ਨਾਨਕ ਜੀ ਦਾ ਸਫ਼ਰ ਕਰਨ ਜਾ ਰਹੇ ਹਾਂ, ਲੇਕਿਨ ਸਾਡੇ ਕੋਲ ਬੇਸ ਕੀ ਹੈ, ਪਹਿਲੇ ਇਹ ਪੁੱਛੀਏ ਅਸੀਂ। ਜਦੋਂ ਇਹ ਕੁਐਸਚਨ ਅਸੀਂ ਪੁੱਛਾਂਗੇ ਤੇ ਇੱਕ ਇੰਟਰਸਟਿੰਗ ਆਬਜ਼ਰਵੇਸ਼ਨ ਅੱਗੇ ਆਂਦੀ ਹੈ। ਉਹ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਬਾਰੇ ਵਿੱਚ ਕਦੀ ਕੁਝ ਲਿਖਿਆ ਹੀ ਨਹੀਂ। ਤੇ ਮਤਲਬ ਕਿ ਜੋ ਅਗਰ ਅਸੀਂ ਜਹਾਂਗੀਰ ਦੀ ਗੱਲ ਕਰੀਏ, ਤੁਜ਼ਕ ਜਹਾਂਗੀਰੀ ਹੈ, ਬਾਬਰ ਦੀ ਗੱਲ ਕਰੀਏ, ਬਾਬਰ ਨਾਮ ਹੈ, ਜਿਹੜੇ ਰਾਜਾ ਮਹਾਰਾਜਾ ਸੇ ਉਹ ਆਪਣੇ ਬਾਰੇ ਚ ਲਿਖਦੇ ਸਨ। ਗੁਰੂ ਨਾਨਕ ਸਾਹਿਬ ਦਾ ਇਹ ਵੱਡਾਪਨ ਹੈ ਕਿ ਉਹਨਾਂ ਨੇ ਆਪਣੇ ਬਾਰੇ ਚ ਕੁਝ ਲਿਖਿਆ ਹੀ ਨਹੀਂ ਕਦੀ। ਅਗਰ ਉਹਨਾਂ ਨੇ ਕੁਝ ਲਿਖਿਆ ਵੀ ਹੈ ਤੇ ਬਾਣੀ ਦੇ ਅੰਦਰ, ਗੁਰਬਾਣੀ ਦੇ ਅੰਦਰ ਨੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਭੂਤਨਾ ਤੇ ਬੇਤਾਲਾ ਕਿਹਾ ਹੈ। ਇਹ ਉਹਨਾਂ ਦਾ ਵੱਡਾਪਨ ਹੈ ਕਿ ਆਪਣੇ ਆਪ ਨੂੰ ਦਿਖਾ ਰਹੇ ਨੇ ਕਿ ਮੈਂ ਤੇ ਬੇਤਾਲਾ, ਲੇਕਿਨ ਉਹਨਾਂ ਨੇ ਆਪਣੇ ਬਾਰੇ ਚ ਕੁਝ ਨਹੀਂ ਲਿਖਿਆ। ਫਿਰ ਅਸੀਂ ਕਹਿ ਰਹੇ ਹਾਂ ਕਿ ਅਸੀਂ ਉਹਨਾਂ ਦੇ ਜ਼ਿੰਦਗੀ ਦੇ ਬਾਰੇ ਚ ਇੱਕ ਸਫ਼ਰਨਾਮਾ ਬਣਾਉਣ ਜਾ ਰਹੇ ਹਾਂ। ਇਹ ਕਰਾਂਗੇ ਕਿਸ ਤਰ੍ਹਾਂ? ਇਹ ਬੜਾ ਇੰਟਰਸਟਿੰਗ ਚੈਲੰਜਿੰਗ ਇੱਕ ਟਾਸਕ ਹੈਗਾ। ਲੇਕਿਨ ਹਰ ਟਾਸਕ ਨੂੰ ਜਦੋਂ ਤੁਸੀਂ ਅਪਰੋਚ ਕਰੋ, ਜਦੋਂ ਤੁਸੀਂ ਫੜਨਾ ਸ਼ੁਰੂ ਕਰੋ, ਸੋਲੂਸ਼ਨਸ ਆਪੇ ਨਿਕਲਦੇ ਨੇ। ਕਿਉਂਕਿ ਇਹਦੇ ਪਿੱਛੇ ਇੱਕ 30 ਸਾਲ ਦੀ ਕਾਲਨਾ ਹੈ, ਸਟੱਡੀ ਹੈ, ਜੋ ਜ਼ਹਿਨ ਦੇ ਅੰਦਰ ਬੈਠੀ ਹੋਈ ਹੈ, ਸੋਰਸਸ ਪਤਾ ਨੇ, ਉਹ ਮੈਨੀਫੈਸਟ ਹੋ ਰਿਹਾ ਹੈ, ਉਹ ਹੁਣ ਇੱਕ ਰੂਪ ਲੈ ਰਿਹਾ ਹੈ। ਇਸ ਮੁਕਾਮ ਤੇ 54 ਇਅਰਸ ਦੀ ਮੇਰੀ ਉਮਰ ਹੈ। ਇਸ ਜਰਨੀ ਦੇ ਅੰਦਰ ਉਹ ਚੀਜ਼ਾਂ ਆਪਣੇ ਆਪ ਫਲ ਲੈ ਰਹੀਆਂ ਨੇ। ਤੇ ਜਿਹੜੇ ਸੋਰਸਸ ਸੀਗੀਆਂ ਉਹਨਾਂ ਚ ਅਸੀਂ ਅਗਰ ਉਸ ਸੋਰਸਸ ਦੀ ਗੱਲ ਕਰੀਏ ਤੇ ਉਹ ਸੋਰਸਸ ਦੀ ਗੱਲ ਇਹ ਹੈ ਕਿ ਅਗਰ ਗੁਰੂ ਨਾਨਕ ਸਾਹਿਬ ਆਪਣੇ ਜ਼ਿੰਦਗੀ ਦੇ ਬਾਰੇ ਚ ਅਗਰ ਕੁਝ ਛੋਟੀ ਜਿਹੀ ਵੀ ਝਲਕ ਦਿੰਦੇ ਨੇ ਨਾ, ਪਹਿਲੇ ਉਸ ਚੀਜ਼ ਨੂੰ ਅਸੀਂ ਸਮਝੀਏ ਜਿਓਗ੍ਰਾਫਿਕਲੀ, ਤੇ ਉਹ ਇੱਕ ਸੈਕਸ਼ਨ ਆਂਦਾ ਹੈ ਜਿਸ ਨੂੰ ਅਸੀਂ ਅਕਸਰ ਕਹਿੰਦੇ ਆ ਬਾਬਰ ਬਾਣੀ, ਗੁਰੂ ਗ੍ਰੰਥ ਸਾਹਿਬ ਵਿੱਚ ਆਂਦਾ ਹੈ। ਮਤਲਬ ਉਹ ਬਾਬਰ ਜਦੋਂ ਲੋਧੀ ਡਾਇਨੈਸਟੀ ਨੂੰ ਰਿਪਲੇਸ ਕਰਨ ਵਾਸਤੇ ਜਦੋਂ ਬਾਬਰ ਆਇਆ ਨਾ ਪੰਜਾਬ ਦੇ ਅੰਦਰ, ਤਾਂ ਜੋ ਉਹਨੇ ਤਹਿਸ ਨਹਿਸ ਕੀਤਾ, ਉਹਨੇ ਕੋਈ ਮਜ਼ਹਬ ਦੇ ਬੇਸਿਸ ਤੇ ਕੁਝ ਨਹੀਂ ਕੀਤਾ ਸੀਗਾ। ਉਹ ਤੇ ਲੁੱਟਣ ਆਏ ਸੀਗੇ। ਉਹਨਾਂ ਵਾਸਤੇ ਮੁਸਲਮਾਨ, ਹਿੰਦੂ, ਜਿਹੜੇ ਉਸ ਟਾਈਮ ਤੇ ਸਿੱਖ ਸੀਗਾ ਨਹੀਂ, ਜੋ ਵੀ ਨਜ਼ਰ ਆਏ ਉਹਨਾਂ ਨੂੰ ਮਾਰਿਆ, ਲੁੱਟਿਆ। ਤੇ ਬਾਬਾ ਨਾਨਕ ਨੂੰ ਇਤਨਾ ਦਰਦ ਹੋਇਆ, ਉਹਨਾਂ ਨੇ ਲਿਖਿਆ ਖੁਰਾਸਾਨ ਜਿਹੜਾ ਅਸੀਂ ਅੱਜ ਵੀ ਕਹਿੰਦੇ ਆ, ਜਿਹੜਾ ਆਈਸਿਸ ਕਹਿੰਦਾ ਹੈ ਖੁਰਾਸਾਨ ਦਾ ਇਲਾਕਾ, ਉਹ ਖੁਰਾਸਾਨ ਸੈਂਟਰਲ ਏਸ਼ੀਅਨ ਇਲਾਕਾ ਹੈ, ਉੱਥੋਂ ਆਇਆ। ਹਿੰਦੁਸਤਾਨ ਡਰਾਇਆ। ਜਿਹੜੀ ਇੰਡਸ ਰਿਵਰ ਤੋਂ ਲੈਫਟ ਦੀ ਜਿਹੜੀ ਰੀਜਨ ਸੀਗੀ, ਅੱਜ ਬੇਸ਼ੱਕ ਸਾਨੂੰ ਪਾਕਿਸਤਾਨ, ਹਿੰਦੁਸਤਾਨ, ਇੰਡੀਆ, ਪਾਕਿਸਤਾਨ ਇਹ ਵਰਡਸ ਚੰਗੇ ਨਾ ਲੱਗਦੇ ਹੋਣ, ਲੇਕਿਨ ਇੱਕ ਰੀਜਨ ਸੀਗਾ ਲੈਫਟ ਆਫ ਇੰਡਸ ਰਿਵਰ ਜਿਹਨੂੰ ਉਸ ਟਾਈਮ ਬਾਬਾ ਨਾਨਕ ਕਹਿ ਰਹੇ ਨੇ ਖੁਰਾਸਾਨ। ਲੇਕਿਨ ਕੁਐਸਚਨ ਇਜ਼ ਉਹ ਕਿੱਥੇ ਕਹਿ ਰਹੇ ਨੇ? ਹੁਣ ਅਸੀਂ ਅਗਰ ਬਾਬਾ ਨਾਨਕ ਦੀ ਲਾਈਫ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਸ ਵਿੱਚ ਅਕਸਰ ਅਸੀਂ ਕਹਿੰਦੇ ਆ ਇਮਨਾਬਾਦ ਵਿੱਚ ਉਹਨਾਂ ਨੇ ਇਹ ਸ਼ਬਦ ਦਾ ਜ਼ਿਕਰ ਕੀਤਾ, ਇਹ ਸ਼ਬਦ ਦਾ ਉਚਾਰਨ ਕੀਤਾ ਉਹਨਾਂ ਨੇ। ਠੀਕ ਹੈ, ਲੇਕਿਨ ਉਹਨਾਂ ਨੇ ਆਪ ਨਹੀਂ ਲਿਖਿਆ ਕਿ ਮੈਂ ਇਹ ਅਹਿਮਦਾਬਾਦ ਵਿੱਚ ਬੋਲ ਰਿਹਾ, ਇਹ ਤੇ ਲੋਕਾਂ ਨੇ ਲਿਖਿਆ ਨਾ। ਤੇ ਕਹਿਣ ਦਾ ਮਤਲਬ ਹੈ ਕਿ ਸਾਡੇ ਕੋਲ ਕੋਈ ਪ੍ਰਾਇਮਰੀ ਸੋਰਸ ਨਹੀਂ ਹੈ। ਔਰ ਅਕਸਰ ਕੋਈ ਹਿਸਟੋਰੀਅਨ ਹੋਏਗਾ ਉਹ ਜਾਣਦਾ ਹੈ ਕਿ ਬਿਨਾਂ ਪ੍ਰਾਇਮਰੀ ਸੋਰਸ ਤੇ ਕੁਝ ਕੰਮ ਕਰਨਾ ਬੜਾ ਔਖਾ ਹੁੰਦਾ ਹੈ। ਲੇਕਿਨ ਮੈਂ ਅਕਸਰ ਕਹਿਣਾ ਸੋਰਸਸ ਬੜੇ ਹੁੰਦੇ ਨੇ, ਲੇਕਿਨ ਸੋਰਸਸ ਦਾ ਨਿਚੋੜ ਕੱਢਣਾ ਹੁੰਦਾ, ਇਹ ਹਿਸਟੋਰੀਅਨਸ ਦਾ ਜੌਬ ਹੁੰਦਾ ਹੈ ਨਾ। ਮੈਂ ਅਪਫਰੰਟ ਕਹਿੰਦਾ ਮੈਂ ਕੋਈ ਹਿਸਟੋਰੀਅਨ ਨਹੀਂ ਹਾਂ,
ਲੇਕਿਨ ਅਸੀਂ ਇੱਕ ਜਜ਼ਬਾਤੀ ਬੰਦੇ ਹਾਂ, ਅਸੀਂ ਪੈਸ਼ਨੇਟ ਬੰਦੇ ਹਾਂ, ਅਸੀਂ ਕਿਸ ਚੀਜ਼ ਦੇ ਪਿੱਛੇ ਲੱਗ ਜਾਂਦੇ ਹਾਂ ਤੇ ਉਹਦਾ ਨਿਚੋੜ ਕੱਢਣ ਦੀ ਕੋਸ਼ਿਸ਼ ਕਰਨੇ ਆ, ਠੀਕ ਹੈ ਨਾ। ਤੇ ਜਿਹੜੀ ਟੈਕਸਟ ਸੀਗੀਆਂ ਉਹਨਾਂ ਵਿੱਚੋਂ ਸਭ ਤੋਂ ਪਹਿਲਾ ਟੈਕਸਟ ਜਿਹੜਾ ਆਉਂਦਾ ਹੈ ਗੁਰੂ ਨਾਨਕ ਜੀ ਦੇ ਬਾਰੇ ਜ਼ਿਕਰ ਹੁੰਦਾ ਨਾ, ਉਹ ਸਿੱਖ ਗੁਰੂਜ਼ ਦੇ ਟਾਈਮ ਵਿੱਚ ਹੀ ਆਉਂਦਾ ਹੈ। 5th ਗੁਰੂ ਦੇ ਟਾਈਮ ਤੇ ਭਾਈ ਗੁਰਦਾਸ ਜੀ ਸੀਗੇ ਜਿਨ੍ਹਾਂ ਨੇ ਆਪਣੀ ਵਾਰਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕੀਤਾ ਹੈ। ਉਹ ਕਰੀਬ ਗੁਰੂ ਨਾਨਕ ਜੀ ਦੇ ਚੱਲ ਵਸਨੇ ਤੋਂ 65 ਸਾਲ ਬਾਅਦ ਉਹ ਰਾਈਟਿੰਗ ਕਰਦੇ ਨੇ, 65 years ਆਫਟਰ ਗੁਰੂ ਨਾਨਕ। ਉਸ ਟਾਈਮ ਗੁਰੂ ਅਰਜਨ 5th ਗੁਰੂ ਜਿਨ੍ਹਾਂ ਦੀ ਸ਼ਹੀਦੀ ਲਾਹੌਰ 'ਚ ਹੋਈ ਸੀਗੀ ਡੇਰਾ ਸਾਹਿਬ ਦੇ ਅੰਦਰ, ਉਹਨਾਂ ਦੇ ਟਾਈਮ ਤੇ ਉਹ ਲਿਖ ਰਹੇ ਨੇ ਭਾਈ ਗੁਰਦਾਸ ਜੀ ਦੀ ਵਾਰ ਜਿਨ੍ਹਾਂ ਨੂੰ ਅਸੀਂ ਅੱਜ ਕਹਿੰਦੇ ਆ, ਉਹ ਵਾਰ ਨੰਬਰ 1 ਦੇ ਅੰਦਰ ਗੁਰੂ ਨਾਨਕ ਜੀ ਦਾ ਜ਼ਿਕਰ ਕਰਦੇ ਨੇ, ਠੀਕ ਹੈ। ਗੁਰੂ ਨਾਨਕ ਤੋਂ ਲੈ ਕੇ ਗੁਰੂ ਹਰਗੋਬਿੰਦ 6th ਗੁਰੂ ਤੱਕ ਦੀ ਜ਼ਿਕਰ ਉਹ ਕਰਦੇ ਨੇ ਭਾਈ ਗੁਰਦਾਸ ਜੀ। ਲੇਕਿਨ ਗੁਰੂ ਨਾਨਕ ਜੀ ਦਾ ਸਿਰਫ ਪਹਿਲੀ ਵਾਰ ਦੇ ਅੰਦਰ ਜ਼ਿਕਰ ਆਉਂਦਾ ਹੈ। ਔਰ ਅਗਰ ਉਹ ਉਹਨਾਂ ਦੇ ਟਰੈਵਲ ਦੇ ਬਾਰੇ ਜੇਕਰ ਗੱਲ ਕਰਦੇ ਨੇ, ਉਹ ਕਹਿੰਦੇ ਨੇ ਬਾਬਾ ਨਾਨਕ ਤੇ ਮਰਦਾਨਾ ਬਹੁਤ ਦੂਰ ਚਲੇ। ਉਸ ਬਾਲੇ ਦੀ ਵੀ ਗੱਲ ਨਹੀਂ ਕਰ ਰਹੇ, ਸਿਰਫ 2 ਸ਼ਖਸ ਦੀ, ਨਾਨਕ ਤੇ ਮਰਦਾਨਾ ਬਹੁਤ ਦੂਰ ਚਲੇ। ਅਗਰ ਨਾਂ ਲੈਂਦੇ ਨੇ ਤਾਂ ਨਾਂ ਵਿੱਚ ਕਹਿੰਦੇ ਨੇ ਉਹ ਗਏ ਮੱਕਾ, ਬਗਦਾਦ, ਸੁਮੇਰ ਪਰਬਤ ਜਿਹਨੂੰ ਅਕਸਰ ਕੈਲਾਸ਼ ਕਹਿੰਦੇ ਨੇ ਅਸੀਂ, ਬਟਾਲਾ, ਇਹੋ ਜਿਹੀਆਂ ਕੁਝ ਥਾਵਾਂ ਦੀ ਜ਼ਿਕਰ ਕਰਦੇ ਨੇ। ਹੁਣ ਇੰਨੇ ਛੋਟੇ ਜਿਹੇ ਜ਼ਿਕਰ ਦੇ ਨਾਲ ਜਿੱਥੇ ਇੱਕ ਬੜਾ ਵੱਡਾ ਸਟੇਟਮੈਂਟ ਦੇ ਰਹੇ ਨੇ, ਉਹ ਕਾਫੀ ਦੂਰ ਤੱਕ ਚਲੇ, ਲੇਕਿਨ ਸਪੈਸੀਫਿਕ ਇੰਨਾ ਹੀ ਦੱਸਿਆ। ਇਹਦੇ ਨਾਲ ਕੋਈ ਡਾਕੂਮੈਂਟਰੀ ਤੇ ਨਹੀਂ ਬਣ ਸਕਦੀ ਨਾ, ਉਹ ਵੀ ਇੱਕ 900 ਮਿੰਟਸ ਦੀ 30 ਐਪੀਸੋਡਸ ਦੀ ਡਾਕੂਮੈਂਟਰੀ, ਇਹ ਇਤਨੇ ਦੇ ਨਾਲ ਤੇ ਬਣ ਨਹੀਂ ਸਕਦੀ। ਫਿਰ ਅਸੀਂ ਅੱਗੇ ਚੱਲਦੇ ਹਾਂ। ਹੁਣ ਅਸੀਂ ਅੱਗੇ ਚੱਲਦੇ ਨੇ, ਸਾਨੂੰ ਇੱਕ ਸੰਗ੍ਰਹਿ ਮਿਲਦਾ ਹੈ, ਇੱਕ ਕੰਸੋਲੀਡੇਟਡ ਲਿਟਰੇਚਰ ਮਿਲਦਾ ਹੈ which is written about between 70 years of Guru Nanak's passing away of his life, after his life, till about 100 years। ਉਹ 30 ਸਾਲਾਂ ਦੇ ਅੰਦਰ ਬੜੇ ਇਹੋ ਜਿਹੇ ਲੋਕ ਉੱਠੇ ਜਿਨ੍ਹਾਂ ਨੇ ਕਿਹਾ, ਅਜੇ ਗੁਰੂ ਸਾਹਿਬ ਸਿੱਖ ਗੁਰੂ ਸਨ ਉਹਨਾਂ ਟਾਈਮ ਦੇ ਅੰਦਰ, ਬਿਕੋਜ਼ ਗੁਰੂ ਨਾਨਕ 1469 ਵਿੱਚ ਪੈਦਾ ਹੁੰਦੇ ਨੇ, 1539 ਵਿੱਚ ਕਰਤਾਰਪੁਰ ਜੋ ਜੋਤੀ ਜੋਤ ਸਮਾਉਂਦੇ ਨੇ, ਲੇਕਿਨ ਉਸ ਤੋਂ ਬਾਅਦ 1709 ਤੱਕ ਸਿੱਖ ਗੁਰੂ ਸੀਗੇ, ਰਾਈਟ। ਬਟ ਜਿਹੜੇ ਉਹਨਾਂ ਦੀ ਜ਼ਿੰਦਗੀ ਤੋਂ 70 ਸਾਲ ਤੋਂ ਲੈ ਕੇ 100 ਸਾਲ ਦੇ ਦੌਰਾਨ ਜਿਹੜੇ ਸਕ੍ਰਾਈਬਸ ਜਿਹੜੇ ਲੋਕ ਆਉਂਦੇ ਨੇ, ਉਹਨਾਂ ਨੂੰ ਅੱਜ ਦੇ ਜ਼ਮਾਨੇ 'ਚ ਅਸੀਂ ਹਿਸਟੋਰੀਅਨਸ ਕਹਿ ਲਈਏ ਜਾਂ ਸਟੋਰੀ ਟੈਲਰਸ ਕਹਿ ਲਈਏ, ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਲਿਖਿਆ, ਇਹਨਾਂ ਸੰਗ੍ਰਹਿ ਨੂੰ ਅਸੀਂ ਕਹੀਦਾ ਜਨਮ ਸਾਖੀਆਂ। ਹੁਣ ਇਹ ਜਨਮ ਸਾਖੀਆਂ ਦਾ ਜਿਹੜਾ ਸੰਗ੍ਰਹਿ ਹੈ ਬਿਟਵੀਨ 70 to 100 years, ਇਹਨਾਂ ਨੂੰ ਇੱਕ ਜਨਰਲ ਬੋਡੀ, ਇੱਕ ਜਨਰਲ ਰੈਫਰੈਂਸ ਨਾਲ ਅਸੀਂ ਕਹਿ ਸਕਦੇ ਹਾਂ ਪੁਰਾਤਨ ਜਨਮ ਸਾਖੀਆਂ। ਮੈਂ ਸਾਖੀਆਂ ਬੋਲ ਰਿਹਾ, ਪਲੂਰਲ, ਜਨਮ ਸਾਖੀਆਂ। ਇਸ ਕਰਕੇ ਮੈਂ ਬੋਲ ਰਿਹਾ ਪਲੂਰਲ, ਕਿਉਂਕਿ ਇੱਕ ਜਨਮ ਸਾਖੀ ਵੀ ਹੈ ਜੋ ਭਾਈ ਵੀਰ ਸਿੰਘ ਜੀ ਨੇ ਲਿਖੀ ਹੈ, ਜੋ अर्ਲੀ 1900s ਵਿੱਚ ਲਿਖੀ ਗਈ ਹੈ। ਜਿਹੜੇ ਭਾਈ ਵੀਰ ਸਿੰਘ ਜੀ ਇੰਡੀਆ 'ਚ ਸੀਗੇ, ਉਹਨਾਂ ਨੇ ਉਸਦਾ ਨਾਮ ਲਿਖਿਆ ਸੀਗਾ ਪੁਰਾਤਨ ਜਨਮ ਸਾਖੀ, ਰਾਈਟ। ਉਹਦੇ ਨਾਲ ਅਸੀਂ ਕਨਫਿਊਜ਼ ਨਾ ਕਰੀਏ, ਬਸ ਮੇਰੇ ਕਹਿਣ ਦਾ ਮਤਲਬ ਇਹ ਹੈ। ਉਹਨਾਂ ਨੇ 1926 ਵਿੱਚ ਪਬਲਿਸ਼ ਕੀਤੀ ਸੀਗੀ, ਉਹ ਪੁਰਾਤਨ ਜਨਮ ਸਾਖੀ ਹੈ। ਉਹ ਪ੍ਰਾਇਮਰੀਲੀ ਜਿਹੜੀ ਲਿਖੀ ਗਈ ਹੈ ਨਾ, 2 ਸੋਰਸ ਤੋਂ ਲਿਖੀ ਗਈ ਹੈ, ਕੋਲ ਬਰੂਕਸ ਐਂਡ ਹਫੀਜ਼ਾਬਾਦ ਜਨਮ ਸਾਖੀ। लेकिन पुरातन जन्म साखियां प्लूरलिस्टिकली एक प्लूरल टर्म के हिसाब के अंदर बड़ी जन्म साखियां आंदियां ने। उस संग्रह ਨੂੰ ਅਸੀਂ ਲਈਏ, ਉਹਨਾਂ ਦੇ ਮੈਂ ਕੁਝ ਨਾਂ ਦੱਸਣਾ। ਸਭ ਤੋਂ ਪਹਿਲਾ ਜਿਹੜਾ ਸੰਗ੍ਰਹਿ ਹੈਗਾ ਮਿਹਰਬਾਨ ਜਨਮ ਸਾਖੀ। ਨਾਓ ਅਨਫੋਰਚੂਨੇਟ ਥਿੰਗ ਇਸ ਕਿ ਮਿਹਰਬਾਨ ਦਾ ਨਾਂ ਸੁਣਦੇ ਹੀ ਸਿੱਖ ਜਗਤ ਦੇ ਅੰਦਰ ਅਸੀਂ ਉਹਨੂੰ ਪਰੇ ਕਰ ਦਿੰਦੇ ਆ, ਬਿਕੋਜ਼ ਉਹਦੇ ਅੰਦਰ ਕੋਈ ਸਕਸੈਸ਼ਨਸ ਦੀ ਇਸ਼ੂ ਸੀਗੀਆਂ। 5th ਗੁਰੂ ਦੇ ਟਾਈਮ ਤੇ ਜਿਹੜੇ ਮੀਨਾਜ਼ ਇੱਕ ਸੈਕਟ ਸੀਗਾ, ਫਾਲੋਅਰਸ ਆਫ ਪ੍ਰਿਥੀ ਚੰਦ, ਜਿਹੜੇ ਐਲਡੈਸਟ ਸਨ ਆਫ ਗੁਰੂ ਰਾਮਦਾਸ ਜੀ ਸੀਗੇ, ਮਿਹਰਬਾਨ ਜਿਹੜੇ ਸੀਗੇ ਉਹਨਾਂ ਦੇ ਪੁੱਤਰ ਸੀਗੇ ਗੁਰੂ ਰਾਮਦਾਸ ਦ 4th ਗੁਰੂ ਦੇ ਉਹ ਗ੍ਰੈਂਡਸਨ ਸੀਗੇ। ਹੈ ਤਾਂ ਗੁਰੂ ਘਰ ਤੋਂ ਹੀ, ਤੇ ਜ਼ਾਹਿਰ ਹੈ ਕਿ ਗੁਰੂ ਘਰ ਤੋਂ ਹੋਣ ਦੇ ਕਰਕੇ ਉਹਨਾਂ ਦੇ ਗੁਰੂਆਂ ਦੀ ਗਾਥਾ ਚੱਲ ਰਹੀਆਂ ਹੋਣਗੀਆਂ ਉਹਨਾਂ ਦੇ ਅੰਦਰ, ਰਾਈਟ। ਉਹਨਾਂ ਨੇ ਇੱਕ ਸੰਗ੍ਰਹਿ ਲਿਖਿਆ ਜਿਹਦਾ ਨਾਮ ਅੱਜ ਅਸੀਂ ਕਹਿੰਦੇ ਹਾਂ ਮਿਹਰਬਾਨ ਜਨਮ ਸਾਖੀ। ਸਿੱਖ ਜਗਤ ਦੇ ਅੰਦਰ ਇਸ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ, ਲੇਕਿਨ ਅਸੀਂ ਆਪਣੇ ਸਟੱਡੀ ਦੇ ਅੰਦਰ ਕੋਈ ਵੀ ਸੋਰਸ ਨੂੰ ਪਰੇ ਨਹੀਂ ਕਰ ਸਕਦੇ, ਕਿਉਂਕਿ ਸਾਡੇ ਕੋਲ ਸਿਰਫ ਇਹੀ ਸੋਰਸਸ ਨੇ ਸਮਝਣ ਵਾਸਤੇ। ਤੇ ਮਿਹਰਬਾਨ ਜਨਮ ਸਾਖੀ ਨੂੰ ਅਸੀਂ ਇੱਕ ਸਾਈਡ ਤੇ ਰੱਖ ਲਈਏ। ਮਿਹਰਬਾਨ ਜਨਮ ਸਾਖੀ ਦੀ ਸਭ ਤੋਂ ਵੱਡੀ ਦੇਣ ਜਿਹੜੀ ਹੈ ਨਾ, ਅਗਰ ਤੁਸੀਂ ਅਨਬਾਇਸਡ ਦੇਖੋ, ਆਥਰਸ ਨੂੰ ਤੁਸੀਂ ਕੱਢ ਦੋ, ਪਰਸਨਲ ਓਪੀਨੀਅਨਸ ਨੂੰ ਕੱਢ ਦੋ, ਸਭ ਤੋਂ ਵੱਡੀ ਦੇਣ ਹੈ ਕਿ ਉਹਦੇ ਅੰਦਰ ਗੁਰਬਾਣੀ ਨੂੰ, ਬਾਣੀ ਨੂੰ
ਜੋ ਬਾਬਾ ਨਾਨਕ ਦੀ ਬਾਣੀ ਹੈ, ਜੋ ਸੇਇੰਗਸ ਨੇ, ਜਿਹਦੇ ਅੰਦਰ ਉਹ ਸਪਿਰਿਚੁਅਲ ਮੀਨਿੰਗਸ ਦੱਸ ਰਹੇ ਨੇ, ਜੋ ਅਸੀਂ ਕਹਿ ਰਹੇ ਹਾਂ ਐਲੀਗਰੀ ਹੈ, ਟੈਪਿਸਟਰੀ ਆਫ ਗੁਰੂ ਨਾਨਕ's ਟਰੈਵਲ, ਇੱਕ ਰਾਜ਼ ਦੀ ਗੱਲ ਦੱਸਣੀ, ਉਹਦੇ ਅੰਦਰ ਉਹ ਜ਼ਿਕਰ ਹਰ ਸ਼ਬਦ ਦੇ ਆਉਂਦੇ ਨੇ, ਕਿੱਥੇ ਉਹ ਚਲੇ, ਕੀ ਮੈਸੇਜ ਦਿੱਤਾ, ਕੀ ਮੈਸੇਜ ਦਿੱਤਾ। ਇੱਕ ਬੜਾ ਵੱਡਾ ਸੰਗ੍ਰਹਿ ਹੈ, ਹਰ ਜਨਮ ਸਾਖੀ ਅੰਦਰ ਜ਼ਿਕਰ ਆਉਂਦਾ ਹੈ, ਲੇਕਿਨ ਮਿਹਰਬਾਨ ਜਨਮ ਸਾਖੀ ਦੇ ਅੰਦਰ ਉਹ ਸੰਗ੍ਰਹਿ ਬਹੁਤ ਹੀ ਗੂੜਾ ਹੈਗਾ, ਬਹੁਤ ਜ਼ਿਆਦਾ ਹੈ, ਤੇ ਇਸ ਨੂੰ ਤੁਸੀਂ ਪਰੇ ਨਹੀਂ ਕਰ ਸਕਦੇ। ਹਾਂ, ਤੇ ਉਹ ਜਿਹੜਾ एक मिनट, हाँ सॉरी, ये कंप्यूटर की स्क्रीन थोड़ी थोड़ी विचकार बंद हो जाती है, इस करके थोड़ा ब्रेक आ जाता है। तो मेहरबान जन्म साखी का पहला संग्रह हो गया। फिर उस तो बाद आता है 2-3 जन्म साखियां आंदियां जिन्हां दे मैं नाम लांगा तो तुसीं सोचण लग जाओगे कि ये नाम किहो जे ने, ये सिखां दे नाम ते है नहीं, ये पंजाबियां दे नाम ते नहीं ने। जिहड़े जन्म साखी दा नाम ने कोलब्रुक्स जन्म साखी, हफीजाबाद जन्म साखी, B40 जन्म साखी, एक नॉमनक्लेचर है। ये सारी जन्म साखियां जिहड़ियां ने ये ब्रिटिश लाइब्रेरीज के अंदर पईयां ने, इंडिया ऑफिस ब्रिटिश लाइब्रेरीज के अंदर। इस करके क्योंकि जो ब्रिटिश पंजाब विच आया ना, उन्हें सब तो पहला जिहड़ा लाहौर दरबार नूं तहस नहस कीता, सब तो पहला लिटरेचर चक्या, पहले करंसी नूं खत्म कीता। तां ही तुहानूं अगर लाहौर दरबार दी जिहड़ी तो कॉइन्स हैगे ना, अगर किधरे भी मिल जाणगे, बड़े वैल्यूएबल हुंदे ने, बिकॉज उन्होंने एक कॉन्शियस डिसीजन दे नाल, बिकॉज 100 साल तो 120-130 साल तो इंडिया रूल कर रहे थे, उन्होंने पता सीगा जदों एक इंपायर नूं कॉन्कर करो ते उन्होंने किस तरह खत्म किया जाता है। तो सब तो पहला उन्होंने काम किया, पंजाब लास्ट एक रीजन सीगा, लास्ट कंट्री सीगी जिन्हों उन्होंने कंसोलीडेट करके इंडिया बनाया सीगा, ब्रिटिश इंडिया। तो जदों इंडिया पंजाब के अंदर 1849 के अंदर आते हैं, सारे कॉइन्स नूं उठा के कैलकटा लिया के मेल्ट कर देंगे ने, तो जो थोड़े बहुत बच जाते हैं उन्होंने अज बड़ी वैल्यू है। कहने का भाव यह है उसी कैलकुलेटेड मूव दे नाल, जिहदे नाल कॉइन्स नूं, जिहदे नाल ट्रेसिस नूं खत्म कीता, कोहिनूर नूं कढ के लै गए, बड़ी चीज़ां नूं, वैल्थ नूं लैके चले गए। जिहड़ी सिख तारीख दी जन्म साखियां सीगियां उन्हां नूं भी करप्ट कीता गया, उन्हां नूं चुक के लैके चले गए ब्रिटिश। उन्हां दा नाम जिहड़ा भी बंदा चुक के लैके गया, उहदा नाम उन्हां ने लाइब्रेरी दे दित्ता कोलब्रुक्स। जिहड़ी हफीसाबाद विच मिली, हफीसाबाद। B40 जिहड़ी एक बड़ी चित्रकारी दे नाल जन्म साखी है, वो भी उत्थे पई हुई है, वो ब्रिटिश लाइब्रेरी का नंबर है B40। हुण ये मैं गल कर रहे हैं 70 तो 100 साल का टाइम था संग्रह। हुण 70 तो 100 साल, 65 साल ते भाई गुरदास जी 100 साल तक सिर्फ 2 शख्स चल रहे हैं। एक गल तुसीं नोट करना, सिर्फ 2 शख्स चल रहे हैं अजे, बाबा नानक ते भाई मरदाना, सिर्फ 2 शख्स चल रहे हैं। 150 साल बाद बाबा नानक की जिंदगी दे एक जन्म साखी आंदी है जिन्हों बहुत प्रचलित मन लिया गया सिख कौम के अंदर। उसमें भी असी थ्रो नहीं कर सकते, सारे संग्रह नूं रखना है, बिकॉज कुछ चीज नूं समझना है। वो जन्म साखी है कि भाई बाला जन्म साखी, जो बहुत प्रचलित हो गई। बाला का नाम तुसीं लोगे, भाई बाला जन्म साखी सारे जानते हैं, बाकी जन्म साखियां शायद ना जानते हो। भाई बाला जन्म साखी के अंदर इंटरेस्टिंगली 3rd कैरेक्टर आ जाता है, वो है बाला। जो भाई बाला आप जन्म साखी लिख रहा है, वो अपने आप को भी इंसर्ट कर देता है। वो इन्हें एक तुसीं हुण सोचो कि भी इतना सारा लिटरेचर जब पहला लिखा गया, उसके अंदर 3rd कैरेक्टर नहीं है, सिर्फ 2 शख्स चल रहे हैं, गुरु नानक ते उन्हां दे मुसलमान दोस्त भाई मरदाना। हुण एक उन्हां दे हिंदू दोस्त आ गए ने भाई बाला। ठीक है, गुरु नानक दा मैसेज सीगा ना को हिंदू ना मुसलमान, वो तो कहते सन इंसान बनो। थियोरेटिकली इट्स ऑल राइट, बट इट डजंट मैच विद द फ्लो ऑफ इवेंट्स। इनू मैं मुकाना इस सोर्सेज के सैक्शन नूं, क्योंकि होर भी असीं गल करनी है। उस तो बाद इन द रीसेंट टाइम्स जो गुरु गोबिंद सिंह जी के टाइम ते एक और जन्म साखी आंदी है जिहदा नाम है मनी सिंह जन्म साखी, जिन्हों दूजे तरीके नाल असीं कहदे ज्ञान रत्नावली। फिर उस तो बाद टेक्स्ट आंदे ने महिमा प्रकाश, तारीख गुरु खालसा जो 1800s विच लिखी गई है। इन्हां सारे संग्रह नूं असीं हुण स्टडी करिए ना, ते 2-3 पॉइंट्स जो निचोड़ निकलते हैं साडे सोचण वास्ते, वो ये हैं कि इन्हां दे अंदर सारियां दे अंदर वेरिएंसेस है, तफरके ने, स्टोरी किधरे फर्क हो जाती है, कहानी फर्क हो जाती है, साखियां फर्क हो जाती ने, किधरे साखियां मिसिंग ने। और टिल एज आई सेड, टिल भाई बाला जन्म साखी सारे टेक्स्ट के अंदर सिर्फ 2 शख्स चल रहे हैं। हुण एक तीजा शख्स आ जाता है। उस तो बाद जिन्ना भी टेक्स्ट लिखा गया है उसके अंदर 3 शख्स चल रहे हैं।
और ਲਾਸਟ ਪੁਆਇੰਟ ਅਗਰ ਮੈਂ ਕਹਾਂਗਾ, ਅੱਜ ਕੱਲ ਦੀ ਜਿਹੜੀ ਸਾਖੀਆਂ ਲਿਖੀਆਂ ਜਾ ਰਹੀਆਂ ਨੇ, ਅੱਜ ਕੱਲ ਅਸੀਂ WhatsApp ਯੂਨੀਵਰਸਿਟੀ ਵਿੱਚ ਆ, ਅਸੀਂ Facebook ਯੂਨੀਵਰਸਿਟੀ ਵਿੱਚ ਆ, ਅਸੀਂ ਇੰਟਰਨੈਟ ਯੂਨੀਵਰਸਿਟੀ ਵਿੱਚ ਆ, ਜਿਹਦੇ ਅੰਦਰ ਕੋਈ ਕੁਝ ਵੀ ਲਿਖ ਸਕਦਾ ਹੈ ਔਰ ਉਹ ਪ੍ਰਿੰਟਡ ਰਹੇਗਾ ਸਦੀਆਂ ਸਦੀਆਂ ਵਾਸਤੇ। ਉਹ ਡੇਟਾ ਲੋਕ ਰੈਫਰ ਕਰਨਗੇ, ਉਹਨੂੰ ਕੋਟ ਕਰਦੇ ਰਹਿਣਗੇ, ਕਿਉਂਕਿ ਪੜਦਾ ਤਾਂ ਹੈ ਨਹੀਂ ਕੋਈ ਸੋਰਸ ਨੂੰ। ਅੱਜ ਵੀ ਜੋ ਲਿਖੇਗਾ ਇੰਟਰਨੈਟ ਤੋਂ, ਇਹ ਇੱਥੋਂ ਕੱਢ ਲੇਗਾ, ਉੱਥੋਂ ਕੱਢ ਲੇਗਾ। ਅੱਜ ਜੋ ਚੀਜ਼ਾਂ ਲਿਖੀਆਂ ਜਾ ਰਹੀਆਂ ਪਿਛਲੇ 100-150 ਸਾਲ ਦੇ ਅੰਦਰ, ਉਹ ਇਸ ਦੀ ਸਪੀਡ ਵੱਧਦੀ ਜਾ ਰਹੀ ਹੈ WhatsApp ਯੂਨੀਵਰਸਿਟੀ ਦੇ ਅੰਦਰ, Facebook ਦੇ ਅੰਦਰ, ਇੰਟਰਨੈਟ ਦੇ ਅੰਦਰ। ਕਹਿਣ ਦਾ ਭਾਵ ਇਹ ਹੈ ਕਿ ਜਿੱਥੋਂ ਤੋਂ ਅਸੀਂ ਸਟਾਰਟ ਕਰਦੇ ਨੇ ਭਾਈ ਗੁਰਦਾਸ ਜੀ ਤੋਂ ਲੈ ਕੇ ਹੁਣ ਅੱਜ ਤੱਕ, ਗੁਰੂ ਨਾਨਕ is continuing to travel। मैं वर्ड यूज कर रहा है continuing to travel, मतलब आज भी वो नवी नवी जगह च पहुंच रहे हैं। हुन ये सोचने च मजबूर करता है। लोग मैन ऑफ फेथ जो लिखते हैं ना, मैन ऑफ फेथ अपने ਜਿਹੜੇ ਲੀਡਰ ਨੂੰ, ਆਪਣੇ ਸਪਿਰਿਚੁਅਲਿਸਟ ਲੀਡਰ ਨੂੰ ਵੱਡਾ ਦਿਖਾਣ ਦੇ ਕਰਕੇ ਕੁਝ ਵੀ ਕਰ ਸਕਦੇ ਨੇ। ਉਹਨਾਂ ਨੂੰ ਲੋੜ ਨਹੀਂ ਹੈ ਤੁਹਾਡਾ ਵੱਡਾ ਦਿਖਾਣ ਦੀ, ਉਹ ਤੇ ਵੱਡੇ ਹੈ ਹੀ ਹਨ। ਉਹਨਾਂ ਨੂੰ ਸਮਝਣ ਦੀ ਲੋੜ ਹੈ। ਲੇਕਿਨ ਅਸੀਂ ਕਦੀ ਉਹਨਾਂ ਨੂੰ ਲੈਫਟ ਭੇਜ ਰਹੇ ਹਾਂ, ਕਦੀ ਰਾਈਟ ਭੇਜ ਰਹੇ ਹਾਂ, ਕਦੀ ਇੱਥੇ ਭੇਜ ਰਹੇ ਹਾਂ, ਕਦੀ ਉੱਥੇ ਭੇਜ ਰਹੇ ਹਾਂ। ਕਹਿਣ ਦਾ ਮਤਲਬ ਇਹ ਹੈ ਕਿ ਪੁਰਾਤਨ ਸੰਗ੍ਰਹਿ ਨੂੰ ਅਗਰ ਤੁਸੀਂ ਸਟੱਡੀ ਕਰਦੇ ਹੋ, ਅਸੀਂ ਆਪਣੀ ਡਾਕੂਮੈਂਟੇਸ਼ਨ ਦੇ ਅੰਦਰ ਡਿਸਾਈਡ ਕੀਤਾ ਹੈ 100 ਸਾਲ ਤੱਕ ਦੇ ਜਿਹੜੇ ਸੋਰਸਸ ਨੇ ਉਹਨਾਂ ਨੂੰ ਬੇਸ ਬਣਾ ਕੇ, ਉਹਨਾਂ ਦਾ ਨਿਚੋੜ ਕੱਢ ਕੇ, ਉਸ ਦੇ ਬੇਸ ਤੇ ਅਸੀਂ ਗੁਰੂ ਨਾਨਕ ਦਾ ਸਫਰਨਾਮਾ, ਅਸੀਂ ਜਿਹੜਾ ਸਫਰ ਨੇ ਉਹਨਾਂ ਨੂੰ ਡਾਕੂਮੈਂਟ ਕਰਾਂਗੇ। ਅਸੀਂ ਉਸ ਨੂੰ ਅਗਰ ਲਈਏ ਤੇ ਸਿਰਫ ਗੁਰੂ ਨਾਨਕ ਜੀ ਦਾ ਸਫਰ 9 ਕੰਟਰੀਜ਼ ਦੇ ਅੰਦਰ ਆਉਂਦਾ ਹੈ, ਔਰ ਇਹ ਕੰਟਰੀਜ਼ ਹੈਗੀਆਂ ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਇਰਾਕ, ਸਾਊਦੀ, इंडिया, तिब्बत, चाइना बोल सकते हैं, लेकिन वो गए तिब्बत सन, क्योंकि उस टाइम ते तिब्बत इलाका सीगा। आज वो चाइना के अंदर है, लेकिन मैं चाइना नहीं बोलूंगा, मैं तिब्बत कहूंगा। बांग्लादेश और श्रीलंका, बस ये 9 कंट्रीज आते हैं। हुण चाहे किसी को बुरा लगे, चाहे किसी को ठीक ना लगे, क्योंकि हुण मैनूं पता है इस डिस्कशन तो बाद बड़े लोगों ने मैनूं कहना है, पूछना है, देखो जी ਤੁਸੀਂ ਇਹ ਵਾਲੇ ਸਵਾਲ ਨਾ ਪੁੱਛਾ ਕਿ ਉੱਥੇ ਗਏ ਸਨ, ਉੱਥੇ ਗਏ ਸਨ, ਉਹਦਾ ਕੋਈ ਮੀਨਿੰਗ ਨਹੀਂ ਹੈ। ਮੈਂ ਤੁਹਾਨੂੰ ਮੈਥੋਡੋਲੋਜੀ ਦੱਸਦੀ ਹੈ। ਤੇ ਇਸ ਕਰਕੇ ਉਹਨਾਂ ਦਾ ਨੇਪਾਲ ਜਾਣਾ, ਉਹਨਾਂ ਦਾ ਰੋਮ ਜਾਣਾ, ਉਹਨਾਂ ਦਾ ਇਜਿਪਟ ਜਾਣਾ, ਉਹਨਾਂ ਦਾ ਟਰਕੀ ਜਾਣਾ, ਇਹ ਨੈਰੇਟਿਵ ਵਿੱਚ 100 ਸਾਲ ਤੱਕ ਦੇ ਨੈਰੇਟਿਵ ਵਿੱਚ ਨਹੀਂ ਆਉਂਦਾ। ਉਸ ਤੋਂ ਬਾਅਦ ਬੇਸ਼ੱਕ ਆਉਂਦਾ, ਮੈਂ ਕਹਿ ਰਿਹਾ ਆਪ, ਲੇਕਿਨ 100 ਸਾਲ ਤੱਕ ਨਹੀਂ ਆਉਂਦਾ। ਅਸੀਂ ਉੱਥੇ ਜਾ ਕੇ ਲਾਈਨ ਖਿੱਚ ਦਿੱਤੀ ਹੈ। ਤੇ ਸਾਡੀ ਮੈਥੋਡੋਲੋਜੀ ਦੇ ਅੰਦਰ ਹੁਣ ਅਸੀਂ ਸਫ਼ਰ ਨੂੰ ਅੱਗੇ ਲੈ ਕੇ ਚੱਲੀਏ। ਹੁਣ ਕਿਸ ਤਰ੍ਹਾਂ ਅਸੀਂ ਕੰਮ ਕਰ ਰਹੇ ਹਾਂ, ਇੱਥੇ ਲਾਈਨ ਖਿੱਚੀ ਹੈ। ਤੇ ਇਹ 9 ਕੰਟਰੀਜ਼ ਨੂੰ ਹੀ ਅਸੀਂ ਅਗਰ ਲੈ ਲਈਏ, ਸਭ ਤੋਂ ਵੱਡੀ ਪ੍ਰੋਬਲਮ ਇਸ ਨੂੰ ਡਾਕੂਮੈਂਟ ਕਰਨ ਦੇ ਵਿੱਚ ਇਹ ਆਉਂਦੀ ਹੈ 70% ਅਪਰੋਕਸੀਮੇਟਲੀ 70% ਆਫ ਦ ਜਿਓਗ੍ਰਾਫੀ ਜਿੱਥੇ ਉਹ ਚਲੇ ਸਨ, ਉਸ ਲੈਂਡ ਏਰੀਆ ਦੇ ਅੰਦਰ, ਜੋ ਅੱਜ ਡਿਵਾਈਡਡ ਬਹੁਤ ਸਾਰੇ ਮੁਲਕ ਬਣ ਗਏ ਨੇ, ਸੋਵਰਨ ਨੇਸ਼ਨਸ ਬਣ ਗਏ ਨੇ, ਉਹਨਾਂ ਦੇ ਅੰਦਰ ਫਿਲਮਿੰਗ ਕਰਨਾ ਔਰ ਡੈਪਥ ਦੇ ਅੰਦਰ ਜਾਣਾ। ਮੈਂ ਪਹਿਲਾਂ ਹੀ ਕਹਿ ਚੁੱਕਿਆ, ਇਹ ਅਟੈਂਪਟ ਗੁਰਦੁਆਰਿਆਂ ਨੂੰ ਡਾਕੂਮੈਂਟ ਕਰਨ ਦੀ ਨਹੀਂ ਹੈ। ਇਹ ਅਟੈਂਪਟ ਹੈ ਗੁਰੂ ਨਾਨਕ ਸਾਹਿਬ ਕਿੱਥੇ ਗਏ ਸਨ, ਕਿਉਂ ਗਏ ਸਨ, ਉਸ ਚੀਜ਼ ਨੂੰ ਸਮਝਣ ਦੀ ਹੈ। ਤੇ ਇਸ ਦਾ ਮਤਲਬ ਹਰ ਮਜ਼ਹਬ ਦੇ ਉਸ ਇਲਾਕੇ ਜਾਣਾ ਪਏਗਾ, ਉਸ ਸਥਾਨ ਤੇ ਜਾਣਾ ਪਏਗਾ ਜਿੱਥੇ ਬਾਬਾ ਨਾਨਕ ਗਏ ਸੀਗੇ। ਅਗਰ ਉੱਥੇ ਕੋਈ ਗੁਰਦੁਆਰਾ ਉਹਨਾਂ ਦੀ ਯਾਦਗਾਰ ਵਿੱਚ ਬਣਿਆ ਹੈ ਤੇ ਸਾਡਾ ਪ੍ਰਣਾਮ, ਅਸੀਂ ਉਹਨੂੰ ਵੀ ਡਾਕੂਮੈਂਟ ਕਰਾਂਗੇ। ਲੇਕਿਨ ਉੱਥੇ ਜਾ ਕੇ ਸਿਰਫ ਉਸ ਗੁਰਦੁਆਰੇ ਨੂੰ ਡਾਕੂਮੈਂਟ ਨਹੀਂ ਕਰਨਾ ਹੈ, ਸਾਡਾ ਉਹਦੇ ਲਾਗਲੇ ਦੁਆਲੇ 10 ਚੀਜ਼ਾਂ ਹੋਰ ਕਰਨੀਆਂ ਨੇ, ਰਾਈਟ। ਤੇ 70% ਇਲਾਕਾ, 70% of the area in these 9 countries ਜਿੱਥੇ ਗੁਰੂ ਨਾਨਕ ਸਾਹਿਬ ਚਲੇ ਸਨ, ਅੱਜ ਉੱਥੇ ਐਕਸੈਸਿਬਿਲਿਟੀ ਨੈਕਸਟ ਟੂ ਇੰਪੋਸੀਬਲ ਹੈ ਜਾਂ ਤੇ ਬਹੁਤ ਮੁਸ਼ਕਿਲ ਹੈ। ਹੁਣ ਇਹ ਬੜਾ ਮੈਂ ਇੰਪੋਰਟੈਂਟ ਸਟੇਟਮੈਂਟ ਕਹਿ ਰਿਹਾ, ਬਿਕੋਜ਼ ਤੁਸੀਂ ਹੁਣ ਕੈਮਰਾਜ਼ ਲੈ ਕੇ, ਟੀਮਸ ਲੈ ਕੇ, ਇਹ ਕੋਈ ਫੋਟੋ ਕੈਮਰਾ ਨਹੀਂ ਲੈ ਕੇ ਕਰ ਰਹੇ, ਅਸੀਂ ਮਲਟੀਪਲ ਵੀਡੀਓ ਕੈਮਰਾਜ਼, ਜਿਹੜੇ 4K ਫਾਰਮੈਟ ਦੇ ਵੱਡੇ ਕੈਮਰਾਜ਼ ਲੈ ਕੇ, ਸਟੈਂਡਸ ਲੈ ਕੇ, ਬੰਦਿਆਂ ਨਾਲ ਚੱਲਣਾ, ਉਹਨਾਂ ਦੇ ਇਲਾਕਿਆਂ ਜਾ ਕੇ, ਪਰਮਿਸ਼ਨ ਕਿਸ ਤਰ੍ਹਾਂ ਮਿਲੇਗੀ, ਕਿੱਥੇ ਤੱਕ ਜਾ ਪਾਓਗੇ? ਅਗਰ ਤੁਸੀਂ ਆਪਣਾ ਦਾਇਰਾ कहते हैं कि इसको ओपन रखना है, गुरुद्वारे तो बाहर तक लेके जाना। मैं पाकिस्तान की गल करदा, चलो तो गुरु नानक साहब का बहुत सारा समय पाकिस्तान विच गुजरे है। ਅੱਜ 2-3-4 ਗੁਰਦੁਆਰੇ ਦੀ ਅਸੀਂ ਸਾਨੂੰ ਯਾਦਗਾਰ ਹੈ। ਲੋਕ ਮੈਨੂੰ ਅਕਸਰ ਕਹਿੰਦੇ ਨੇ, ਅੱਜ ਵੀ ਮੈਨੂੰ ਕਿਸੇ ਨੇ ਫੇਸਬੁੱਕ ਤੇ ਕਿਹਾ, ਅਮਰਦੀਪ ਸਾਹਿਬ ਤੁਸੀਂ ਕਿਤਾਬਾਂ ਨੂੰ ਲੌਸਟ ਹੈਰੀਟੇਜ ਕਿਉਂ ਬੋਲਦੇ ਹੋ, ਅਸੀਂ ਤਾਂ ਸੰਭਾਲ ਕੇ ਰੱਖੀ ਹੋਈ ਹੈ। ਮੈਂ ਕਹਿਣਾ ਥੈਂਕ ਯੂ, ਤੁਸੀਂ ਸੰਭਾਲ ਕੇ ਰੱਖੀ ਹੈ। ਮੈਨੂੰ ਪਤਾ ਹੈ ਕਿ 1947 ਤੋਂ ਬਾਅਦ ਹੁਣ ਤੱਕ ਬਹੁਤ ਸਾਰੀ ਚੀਜ਼ਾਂ ਹੋਣ ਜਿਹੜੀ ਖਤਮ ਹੋ ਗਈਆਂ ਸੀਗੀਆਂ, ਉਹਨੂੰ ਫਿਰ ਕਾਇਮ ਕਰ ਦਿੱਤਾ ਗਿਆ। ਥੈਂਕ ਯੂ ਸੋ ਮਚ। ਬਟ ਸਾਡੀ ਲੈਗੇਸੀ ਸਿਰਫ ਉਹ 4, 5, 6, 7 ਗੁਰਦੁਆਰੇ ਨਹੀਂ ਨੇ। ਸਾਡੀ ਵਿਰਾਸਤ ਬਹੁਤ ਵੱਡੀ ਸੀਗੀ। ਉਸ ਵਿਰਾਸਤ ਤੱਕ ਅਗਰ ਐਕਸੈਸ ਨਹੀਂ ਹੈਗਾ ਮੇਰਾ, ਅਗਰ ਮੈਂ ਜਾ ਨਹੀਂ ਸਕਦਾ ਫ੍ਰੀਲੀ, ਤੇ ਮੇਰੇ ਵਾਸਤੇ ਤਾਂ ਲੌਸਟ ਹੈ ਨਾ। ਉਸਦੇ ਇਮੋਸ਼ਨ ਨੂੰ, ਭਾਵਨਾ ਨੂੰ ਸਮਝੋ ਤੁਸੀਂ। ਅਗਰ ਮੈਂ ਚਲਾ ਵੀ ਜਾਣਾ,
मैं उत्थे कुछ कर तो नहीं सकता ना, मैं सिर्फ देख के उसके नाल जज्बात ही हो सकना, ते लॉस्ट ही है ना उते। इसी करके मैं कह रहा कि जो गुरु नानक साहब का सफर हम करन चले हाँ ते उहदे अंदर 55 तो उपर साइट्स हैगियां पाकिस्तान दे अंदर ही। गुरुद्वारे की गल नहीं कर रहा मैं, गुरुद्वारे तो है नहीं है जिथे बने, उन्हां तो इलावा 55 इंटरफेथ साइट्स हैगियां जिहदे अंदर जाके चीज़ां नूं डॉक्यूमेंट करना है। गुरु नानक साहब मुल्तान विच गए, बहाउद्दीन ज़कारिया दी थां ते गए, उन्हां दे मखदूम नूं मिले, उच दे अंदर गए, उच दे अंदर उस टाइम मखदूम सीगे ਜਿਹੜੇ मुल्तान दे उच ते मुल्तान दे मखतूम ते उच दे मखतूम उन्हां दे नाल चल के पहला ये लोग गए ने मक्का जान वास्ते, फिर उथों भाई मर्दाना ते गुरु नानक जी थोड़ा अलग हो गए, सी रूट लैके फिर चले गए। लेकिन इन्हां सारे नूं मिले सन। बाबा फरीद की जगह गए, कटास राज करा सके इत्थे बलूचिस्तान दे अंदर हिंगलाज, जिथे अज भी पहाड़ी दे उत्ते लोकां दी आस्था, ये बाबा नानक दा फुट नहीं है। असी बाबा नानक नूं सिर्फ रिड्यूस करता है खूह दे अंदर, खूह बनाया इथे पानी कढ दिता, इथे पत्थर दे उत्ते एक इंप्रेशन पा दिता, इथे उन्हां दे पैर दे निशान ने, हाथ दे निशान ने। देखो मैं किसी दी आस्था नूं नहीं ठेस पा रहा, लेकिन सोचन दी गल है। गुरु नानक दा फलसफा बहुत बड़ा है, बहुत बड़ा है। गुरु नानक नूं तुहाडे इंप्रिंट्स की जरूरत नहीं है, उन्हां दे जिहड़े इंप्रिंट्स ने तुहाडी अगर सोल दे उत्ते पै जाण, तुहाडे अगर दिल दे उत्ते पै जाण, जिंदगी बदल सकदे ने। गुरु नानक दा फलसफा ये सीगा। अगर असी हिंगलाज जांदे हां, जिथे हिंगलाज मंदिर, और मक्का जांदे वक्त कोट लखपत तो चलदे ने बाबा नानक ते भाई मर्दाना, हिंगलाज बलोचिस्तान रुकदे ने, उथों सोन म्यानी तो चलदे ने हिंगलाज, हिंगलाज तो फिर उथों असी बोट लैके मक्का जांदे ने। पहाड़ी दे उपर जिथे असी चल के गए हैं, ऊपर एकदम जाके 2 चिन्ह अज भी बने हुए ने, पैरां दे 2 पैर लोगों ने अपनी आस्था दे करके बनाए ने। मैं ये नहीं कह रहा गुरु नानक दे चिन्ह ने, लोगों ने वो प्लास्टर किए हुए ने, लोगों ने बनाए ने। एक चिन्ह नूं कहंदे ने बाबा नानक दा है, एक नूं कहंदे ने बाबा गोरखनाथ दा है। लोगों की आस्था है, मैं उन्होंने डिस्प्यूट नहीं कर रहा। ये सिर्फ एक कहानी चल रही है कि बाबा नानक की यादगार उत्थे कायम है। ते इहो जिहा 55 तो ज्यादा साइट्स है पाकिस्तान के अंदर। ते जाहिर है अगर वो आ रहे ने तिब्बत तो, कैलाश मानसरोवर तो, कारगिल दे पिछों जिथे 2 कंट्रीज इंडिया ते पाकिस्तान ने जंग लड़ी, उसी एरिया तो बाबा नानक एक वननेस का मैसेज लैके तिब्बत तो लौट रहे ने, कारगिल दे पिछों। समझ गया। ਹੁਣ ਗੱਲ ਇਹ ਹੈ ਕਿ ਤਿੱਬਤ ਤੋਂ ਚੱਲ ਕੇ ਅਗਰ ਉੱਥੋਂ ਆ ਰਹੇ ਕਾਰਗਿਲ ਦੇ ਪਿੱਛੋਂ ਜਿੱਥੇ 2 ਜੰਗਾਂ ਲੜੀਆਂ ਗਈਆਂ, ਜਿੱਥੇ ਇੱਕ ਜੰਗ ਵੀ ਲੜੀ ਗਈ ਹੈ ਇੰਡੀਆ ਪਾਕਿਸਤਾਨ ਦੇ ਵਿੱਚ, ਉੱਥੋਂ ਬਾਬਾ ਨਾਨਕ ਆ ਰਹੇ ਨੇ ਵਨਨੈਸ ਦਾ ਮੈਸੇਜ ਲੈ ਕੇ, ਤੇ ਥੱਲੇ ਬਲੋਚਿਸਤਾਨ ਤੱਕ ਜਾ ਰਹੇ ਨੇ। ਹੁਣ ਇਹਨਾਂ ਇਲਾਕਿਆਂ ਦੇ ਅੰਦਰ ਜਾਣਾ ਬਹੁਤ ਔਖਾ ਹੈਗਾ, ਤੇ ਇਹ ਤੇ ਰੱਬ ਅਗਰ ਕਰੇਗਾ ਨਾ ਤਾਂ ਹੀ ਬੰਦਾ ਜਾ ਸਕਦਾ ਹੈ, ਇਹ ਸਾਡੇ ਹੱਥ ਵਿੱਚ ਨਹੀਂ ਹੈ। ਹੁਣ ਇਸ ਚੀਜ਼ ਨੂੰ ਲੈਂਦੇ ਹੋਏ ਮੈਂ ਥੋੜਾ ਜਿਹਾ ਦੱਸਣਾ ਚਾਹਨਾ ਕਿ ਜਿਹੜੀ ਸਾਡੀ ਐਕਸਪੀਰੀਅੰਸ ਰਹੀ ਹੈ ਇਸ ਜਰਨੀ ਦੇ ਅੰਦਰ। ਅਸੀਂ ਚੱਲੇ ਆ जनवरी 2019 ਦੇ ਅੰਦਰ, ਹੁਣ 15 ਮਹੀਨੇ ਤੋਂ ਚੱਲ ਰਹੇ ਸੀਗੇ ਅਸੀਂ, ਜਿਹਦੇ ਅੰਦਰ ਅਸੀਂ ਪਹਿਲਾਂ ਪਾਕਿਸਤਾਨ ਦੇ ਅੰਦਰ ਕੰਮ ਕੀਤਾ। ਮੈਂ ਥੋੜਾ ਉਸ ਦੇ ਬਾਰੇ ਤੁਹਾਨੂੰ ਦੱਸਣਾ ਚਾਹਨਾ, ਪਾਕਿਸਤਾਨ ਦੇ ਕੰਮ ਦੇ ਬਾਰੇ ਕਿ ਦੇਖੋ ਪਾਕਿਸਤਾਨ ਦਾ ਨੈਰੇਟਿਵ ਬੜਾ ਵੱਡਾ ਹੈਗਾ, ਜਿਸ ਤਰ੍ਹਾਂ ਮੈਂ ਹੁਣ ਕਹਿ ਚੁੱਕਿਆ। ਤੇ ਉੱਪਰ ਬਲਟਿਸਤਾਨ ਤੋਂ ਲੈ ਕੇ ਬਲੋਚਿਸਤਾਨ ਦੇ ਅੰਦਰ ਸਾਨੂੰ ਸਾਰਾ ਐਕਸੈਸ ਮਿਲ ਗਿਆ, ਪਾਰਾ ਚਨਾਰ ਤੱਕ ਐਕਸੈਸ ਮਿਲ ਗਿਆ। ਅਸੀਂ ਪੂਰਾ ਫਿਲਮਿੰਗ ਕੀਤੀ ਹੈ, ਔਰ ਇਸ ਦੇ ਕਰਕੇ ਬੜੀ ਆਰਗੇਨਾਈਜੇਸ਼ਨਸ ਨੂੰ, ਬੜੇ ਲੋਕਾਂ ਨੂੰ ਮੈਂ ਥੈਂਕ ਯੂ ਕਰਦਾ। सलमान ਨੂੰ मैं थैंक यू करना जो साडे नाल चलिया, उन्हें भी अपनी घालना की है साडे नाल। जिहड़ा साडा वीडियोग्राफर है सलमान आलम खान, शायद वो आज आया हुआ है। ते असी जदों चले हाँ, गल एक मैनूं अक्सर क्वेश्चन आंदा सीगा, मैं हुण वननेस की गल कर रहा कि जिहड़े बाबा नानक नूं मनण वाले ज्यादा लोग तो सारे उत्थों चले गए ना। हाँ ठीक है, बड़े लोग अजे भी मनते हैं, लेकिन एक मजहब के तौर पर मनण वाले सारे लोग चले गए उत्थों। थोड़े बहुत हैं नानकपंथी हैं अजे, लेकिन की नानक अज भी अलाइव है उत्थे, उन्हां दी वजूद है उत्थे? मैं क्वेश्चन करना, गुरुद्वारे तक दी गल नहीं कर रहे, गुरुद्वारे तो है ही हैं कि नानक है। और मैनू फकर है, मैं खुशी नाल कह सकना, जदों मैं इहो जे लोकां नूं मिलना ना पाकिस्तान दे अंदर, मैनू अज भी पूरी एक कॉन्फिडेंस है कि बाबा नानक है। मैं गल करना चाहना लाहौर दे अंदर शाह जी ने, शाह जी दे घर असी देखिए हर फ्राइडे शाम वेले जदों वो अपना एक संगत करते हैं, ये मैं मुसलमान वीरां नूं देखना, वो एक संगत करते हैं, बाबा नानक दा एक शब्द लैके ग्रंथ साहिब तो वो विचार करते हैं, उसके अंदर डेप्थ में जाते हैं। मैं उत्थे गया ना, मैं हैरान हो जाना कि कितनी डेप्थ में जाते हैं। एक
17 ਸਾਲ ਦੇ ਮੁੰਡੇ ਤੋਂ ਲੈ ਕੇ ਸ਼ਾਹ ਜੀ ਆਪ ਜੋ ਬਜ਼ੁਰਗ ਨੇ, ਸਭ ਆਪਣੇ ਆਪਣੇ ਵਿਚਾਰ ਰੱਖਦੇ ਨੇ ਉਸ ਸ਼ਬਦ ਦੇ ਬਾਰੇ ਵਿੱਚ। ਔਰ ਬਿਊਟੀ ਇਸ ਦੀ ਇਹ ਹੈ ਕਿ ਉਹ ਕਿਸੇ ਨੂੰ ਰੋਕਾ ਟਾਕੀ ਨਹੀਂ ਹੈ। ਅਗਰ 17 ਸਾਲ ਦਾ ਬੱਚਾ ਆਪਣੀ ਇੰਟਰਪ੍ਰੀਟੇਸ਼ਨ ਦੇ ਰਿਹਾ, ਮੇਲ ਹੋਵੇ ਜਾਂ ਫੀਮੇਲ ਹੋਵੇ, ਔਰ ਬਜ਼ੁਰਗ ਦੇ ਰਿਹਾ, ਸਭ ਨੂੰ ਪੂਰੀ ਖੁੱਲ੍ਹ ਹੈਗੀ, ਪੂਰੀ ਛੂਟ ਹੈ। ਜਦੋਂ ਉਸ ਚੀਜ਼ ਨੂੰ ਮੈਂ ਦੇਖਦਾ ਤੇ ਮੈਂ ਕਹਿਣਾ ਬਾਬਾ ਨਾਨਕ ਤੇ ਅੱਜ ਵੀ ਅਲਾਈਵ ਹੈ, ਇਹਨਾਂ ਦੇ ਅੰਦਰ ਅਲਾਈਵ ਹੈ। ਜਦੋਂ ਭਾਈ ਮਰਦਾਨਾ ਦੀ ਵੰਸ਼ ਨੂੰ ਮੈਂ ਦੇਖਣਾ ਕੀਰਤਨ ਕਰਦੇ ਹੋਏ, ਬੇਸ਼ੱਕ ਉਹ ਅੱਜ ਲੇਬਰ ਨੇ, ਉਹ ਬਜਰੀ ਢੋਂਦੇ ਨੇ, ਬੇਸ਼ੱਕ ਸਾਡੇ ਕੋਲੋਂ ਵਿਸਰ ਗਏ ਨੇ, ਲੇਕਿਨ ਉਹ ਚੀਜ਼ ਨੂੰ ਅਜੇ ਵੀ ਸ਼ੌਕ ਦੇ ਰੂਪ ਵਿੱਚ ਉਹਨਾਂ ਨੇ ਕਾਇਮ ਰੱਖਿਆ। ਮੈਨੂੰ ਪੂਰੀ ਇਹ ਫੀਲਿੰਗ ਹੈ, ਉਹ ਮੈਸੇਜ ਆਫ ਵਨਨੈਸ ਜਿਹੜਾ ਦਬ ਗਿਆ 70 ਸਾਲ ਤੋਂ, ਉਹਦੀ ਇੱਕ ਬੀਜ ਉੱਥੇ ਫੁੱਲੇਗਾ। ਟਾਈਮ ਦੀ ਗੱਲ ਹੈ। ਬਾਬਾ ਨਾਨਕ ਅੱਜ ਵੀ ਉੱਥੇ ਹੈ, ਉਹਨਾਂ ਦਾ ਮੈਸੇਜ ਇੱਕ ਦਾ ਪਾਕਿਸਤਾਨ ਵਿੱਚ ਹੈ। ਅਗਰ ਇਸ ਨੂੰ ਅਸੀਂ ਸਿੱਖ ਦਾਇਰੇ ਤੋਂ ਬਾਹਰ ਕਰਕੇ ਦੇਖੀਏ, ਇਨਸਾਨੀਅਤ ਦੇ ਦਾਇਰੇ ਵਿੱਚ ਦੇਖੀਏ, ਬਾਬਾ ਨਾਨਕ ਅੱਜ ਵੀ ਰਹਿੰਦੇ ਨੇ ਪਾਕਿਸਤਾਨ ਵਿੱਚ। ਇਹ ਪਹਿਲੀ ਗੱਲ ਮੈਂ ਕਹਿਣਾ ਚਾਹੁੰਦਾ। ਅਸੀਂ ਉੱਥੋਂ ਅਗਰ ਅਸੀਂ, ਔਰ ਮੈਂ ਥੈਂਕ ਯੂ ਕਰਨਾ ਪਾਕਿਸਤਾਨ ਗਵਰਨਮੈਂਟ ਦਾ, ਪਾਕਿਸਤਾਨ ਦੇ ਬਹੁਤ ਸਾਰੇ ਸ਼ਖਸਾਂ ਦਾ ਜਿਨ੍ਹਾਂ ਨੇ ਇਤਨੇ ਡੈਪਥ ਤੱਕ ਪਹੁੰਚਾਇਆ। ਮੈਨੂੰ ਕਿਹਾ ਗਿਆ ਕਿ ਜਿਹੜਾ ਬਲਟਿਸਤਾਨ ਦਾ ਇੰਟੀਰੀਅਰ ਦਾ ਇਲਾਕਾ, ਕਾਰਗਿਲ ਤੱਕ ਦਾ, ਜਿੱਥੇ ਤੱਕ ਅਸੀਂ ਫਿਲਮਿੰਗ ਕਰਕੇ ਆਏ ਹਾਂ, ਅਸੀਂ ਸ਼ਾਇਦ ਪਹਿਲੇ ਫੋਰਨਰਸ ਹਾਂ ਜਿਨ੍ਹਾਂ ਨੂੰ ਪੂਰੀ ਪਰਮਿਸ਼ਨ ਦਿੱਤੀ ਗਈ ਜਾਣ ਵਾਸਤੇ, ਤੇ ਥੈਂਕ ਯੂ। ਲੇਕਿਨ ਥੈਂਕ ਯੂ ਇੱਕ ਉਸ એનર્ਜੀ ਦਾ ਜਿਸਨੇ ਸਾਨੂੰ ਇਹ ਸਭ ਚੀਜ਼ਾਂ ਓਪਨ ਕੀਤੀਆਂ। ਹੁਣ ਅਸੀਂ ਵਨਨੈਸ ਦੀ ਮੈਸੇਜ ਕਰੀਏ। ਅਗਰ ਅਸੀਂ ਅਫਗਾਨਿਸਤਾਨ ਜਾਣੇ ਆ, ਅਫਗਾਨਿਸਤਾਨ ਇਜ਼ ਅ ਵਾਰ ਟੌਰਨ ਕੰਟਰੀ। ਅਫਗਾਨਿਸਤਾਨ ਦੇ ਅੰਦਰ ਜਾਣਾ ਔਰ ਕੰਮ ਕਰਨਾ ਐਜ਼ ਅ ਸਿੱਖ, ਦੇਖੋ ਜਿੱਥੇ ਵੀ ਮੈਂ ਗਿਆ, ਮੈਂ ਆਪਣੀ ਟਰਬਨ ਨੂੰ ਕਦੀ ਕੰਪਰੋਮਾਈਜ਼ ਨਹੀਂ ਕੀਤਾ। ਜੋ ਮੈਂ ਹਾਂ ਉਹੀ ਹਾਂ, ਬਿਕੋਜ਼ ਮੈਂ ਮਹਿਸੂਸ ਕਰਨਾ, ਕਿਉਂਕਿ ਇਹ ਕੰਮ ਜਜ਼ਬਾਤੀ ਕੰਮ ਨੇ। ਜਿਸ ਤਰ੍ਹਾਂ ਤੁਸੀਂ ਫੀਲਿੰਗ ਤੁਹਾਡੀ ਹੈ ਅੰਦਰ ਦੀ, ਉਸ ਤਰ੍ਹਾਂ ਹੀ ਤੁਸੀਂ ਉਹ ਕੰਮ ਕਰਨਾ ਹੈ ਜੋ ਤੁਸੀਂ ਲੱਗਦੇ ਹੋ। ਅਫਗਾਨਿਸਤਾਨ ਦੇ ਅੰਦਰ ਅਸੀਂ ਗਏ। ਅੱਜ ਤੁਹਾਨੂੰ ਪਤਾ ਹੈ ਕੁਝ 1 ਮਹੀਨਾ ਪਹਿਲੇ ਅਫਗਾਨਿਸਤਾਨ ਦੇ ਅੰਦਰ ਕਾਬੁਲ ਦੇ ਅੰਦਰ ਗੁਰਦੁਆਰੇ ਦੇ ਅੰਦਰ ਅਟੈਕ ਹੋਇਆ ਸੀਗਾ, 25 ਸਿੱਖ ਮਾਰੇ ਗਏ ਉੱਥੇ। ਲੇਕਿਨ ਜਦੋਂ ਅਸੀਂ ਗਏ ਆ, ਪ੍ਰੋਬਲਮ ਤੇ ਅਜੇ ਵੀ ਹੈ। ਗੁਰੂ ਨਾਨਕ ਦਾ ਨੈਰੇਟਿਵ ਅਫਗਾਨਿਸਤਾਨ ਦੇ ਅੰਦਰ ਸਿਰਫ ਕਾਬੁਲ ਨਹੀਂ ਹੈ, ਇੱਕ ਬੜਾ ਵੱਡਾ ਨੈਰੇਟਿਵ ਹੈ ਜਿਹੜਾ ਖੁਰਮ ਦਾ ਇਲਾਕਾ ਹੈ। ਖੁਰਮ ਦਾ ਇਲਾਕਾ ਜਿਹੜਾ ਪਾਕਿਸਤਾਨ ਦੇ ਪਾਰਾ ਚਿਨਾਰ ਦੇ ਨਾਲ ਟੱਚਿੰਗ ਏਰੀਆ ਹੈ, ਜਿਹਦੇ ਅੰਦਰ ਜ਼ਿਕਰ ਆਂਦਾ ਹੈ, ਇੱਕ ਜ਼ਿਕਰ ਆਂਦਾ ਹੈ, ਦੋ ਪੋਸਿਬਿਲਿਟੀਜ਼ ਨੇ। ਇੱਕ ਜ਼ਿਕਰ ਹੈ ਕਿ ਬਾਬਾ ਨਾਨਕ ਦੇ ਨਾਲ ਭਾਈ ਮਰਦਾਨਾ ਚੱਲ ਕੇ ਕਰਤਾਰਪੁਰ ਸਾਹਿਬ ਤੱਕ ਆਏ। ਦੂਜਾ ਹੈ ਬਾਬਾ ਨਾਨਕ ਦੇ ਨਾਲ ਭਾਈ ਮਰਦਾਨਾ ਜੀ ਖੁਰਮ ਦੇ ਏਰੀਆ ਦੇ ਅੰਦਰ ਪੂਰੇ ਹੋ ਗਏ ਤੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਉੱਥੇ ਉਹਨਾਂ ਨੂੰ ਉਹਨਾਂ ਦੀ ਬੋਡੀ ਨੂੰ ਲਾਸਟ ਰਾਈਟਸ ਕੀਤੇ ਗਏ। ਤੇ ਉੱਥੇ ਜਾਣ ਤੋਂ ਜੋਖਿਮ ਵਾਲਾ ਕੰਮ ਹੈਗਾ। ਉਹ ਇਲਾਕਾ ਜਿੱਥੇ ਇੱਕ ਬੜੀ ਵੱਡੀ ਨਾਨਕਪੰਥੀ ਪੋਪੂਲੇਸ਼ਨ ਰਹਿੰਦੀ ਸੀਗੀ, ਸਿੱਖ ਤੇ ਹਿੰਦੂ ਰਹਿੰਦੇ ਸੀਗੇ, ਉਹ ਸਾਰੇ ਦੇ ਸਾਰੇ ਛੱਡ ਕੇ ਚਲੇ ਗਏ ਨੇ ਪਿਛਲੇ 30 ਸਾਲ ਦੀ ਵਾਰ ਦੇ ਅੰਦਰ, ਤਾਲਿਬਾਨ ਸਿਚੁਏਸ਼ਨ ਦੇ ਅੰਦਰ, ਪ੍ਰੋਬਲਮਸ, ਕਨਫਲਿਕਟ ਦੇ ਅੰਦਰ। ਸਾਰੇ ਘਰ ਖਾਲੀ ਪਏ ਹੋਏ ਨੇ, ਉਹਨਾਂ ਦੇ ਅੰਦਰ ਗੁਰਦੁਆਰੇ ਦੇ ਸ਼ੈਲਸ ਪਏ ਹੋਏ ਨੇ, ਗੁਰਦੁਆਰਾ ਟੁੱਟਿਆ ਹੋਇਆ ਹੈ। ਉੱਥੇ ਜਾ ਕੇ ਫਿਲਮਿੰਗ ਕਰਨਾ, ਇਹ ਤੇ ਰੱਬ ਹੀ ਕਰਾ ਸਕਦਾ ਸਾਡੇ ਕੋਲ। ਲੇਕਿਨ ਜਦੋਂ ਉੱਥੇ ਗਏ ਵੀ ਆ, ਉਹ ਜਿਹੜੀ ਚੈਲੰਜਸ ਸਾਡੇ ਅੱਗੇ ਆਈਆਂ ਨੇ, ਸਾਡੇ ਅੱਗੇ ਇੱਕ ਬੰਦੇ ਨੂੰ ਰੋਕ ਕੇ ਗੱਡੀ ਨੂੰ, ਇੱਕ ਬੱਚੇ ਨੂੰ ਉੱਥੇ AK-47 ਨਾਲ ਮਾਰਤਾ ਤੇ ਉਹ ਡਰਾਈਵਰ ਦੀ ਗੱਡੀ ਥੱਲੇ, ਉਸ ਨੂੰ ਗੋਲੀ ਲੱਗੀ, ਥੱਲੇ ਚਲੇ ਗਏ। ਇਹੋ ਜਿਹੇ ਰੀਅਲ ਲਾਈਫ ਇਵੈਂਟਸ ਨੇ। ਲੇਕਿਨ ਅਸੀਂ ਆਪਣੀ ਰਿਸਕ ਲੈ ਕੇ ਚਲੇ ਆ, ਸਿਰਫ ਇਹ ਇੱਕ ਦਿਲ ਚ ਅੰਦਰ ਇੱਕ ਠਾਣ ਕੇ ਕਿ ਇਹ ਕੰਮ ਪੂਰਾ ਮੁਕੰਮਲ ਕਰਨਾ ਹੈ। ਜਦੋਂ ਮੈਂ ਵਨਨੈਸ ਦੀ ਗੱਲ ਕਰ ਰਿਹਾ, ਜਦੋਂ ਅਸੀਂ ਅਫਗਾਨਿਸਤਾਨ ਦੇ ਕੁਰਮ ਦੇ ਇਲਾਕੇ 'ਚ ਪਹੁੰਚੇ ਆ, ਖੋਸਟ ਦਾ ਇਲਾਕਾ, ਤੇ ਮੈਨੂੰ ਖਾਲਿਦਾ ਦੀ ਗੱਲ ਆਉਂਦੀ ਹੈ। ਵਨਨੈਸ ਦੀ ਗੱਲ ਕਰ ਰਹੇ ਹਾਂ। ਖਾਲਿਦਾ ਬੇਗਮ ਆਪਣੀ ਬੰਦੂਕ ਲੈ ਕੇ AK-47, ਉੱਥੇ ਹਰ ਕੋਈ ਬੰਦਾ ਬੰਦੂਕ ਉਠਾਉਂਦਾ ਹੈ, ਚਾਹੇ ਜਿਸਨੇ ਕੁਝ ਆਪਰੇਸ਼ਨ ਕਰਨਾ ਹੋਵੇ, ਚਾਹੇ ਜਾਂ ਕੋਈ ਆਪਰੈਸਟ ਹੋਵੇ, ਹਰ ਕੋਈ ਇਸੀ ਨੇ ਬੰਦੂਕ ਉਠਾਈ ਹੋਈ ਹੈ। ਉਹਨੇ ਮੈਨੂੰ ਦੇਖਿਆ, ਪੱਗ ਪਾਏ ਹੋਏ ਬੰਦੇ ਨੂੰ ਆਇਆ, ਦੇਖਿਆ, ਤੇ ਉਹਨੇ ਦਰੀ ਦੇ ਅੰਦਰ, ਪਸ਼ਤੋ ਦਰੀ ਦੇ ਅੰਦਰ ਗੱਲ ਕੀਤੀ, ਜੋ ਮੈਨੂੰ ਸਮਝ ਨਹੀਂ ਆਉਂਦੀ ਸੀ, ਉਹ ਟ੍ਰਾਂਸਲੇਟ ਕੀਤੀ ਗਈ। ਉਹ ਕਹਿੰਦੀ ਹੈ ਆਪਣੇ ਬੱਚੇ ਨੂੰ ਇਹ ਲੈ AK-47, ਇਹਨਾਂ ਦੀ ਮਦਦ ਕਰੀ, ਤੇ ਇਹ ਜਦੋਂ ਖਤਮ ਕਰ ਲੈਣ ਕੰਮ, ਤੇ ਮੇਰੇ ਕੋਲ ਘਰ ਲੈ ਕੇ ਆਏ, ਇਹਨਾਂ ਦੇ ਵਾਸਤੇ ਮੈਂ ਖਾਣਾ ਬਣਾਉਣੀ ਹੈ, ਵੈਜੀਟੇਰੀਅਨ ਖਾਣਾ। ਤੇ ਅਸੀਂ ਗਏ, ਫਿਰ ਰੋਟੀ ਖਾਈ। ਜਦੋਂ ਮੈਂ ਉੱਥੇ ਚੱਲਣ ਲੱਗਿਆ, ਮੈਂ ਵਨਨੈਸ ਦੀ ਗੱਲ ਕਰ ਰਿਹਾ, ਜਦੋਂ ਮੈਂ ਚੱਲਣ ਲੱਗਿਆ ਨਾ, ਖਾਲਿਦਾ ਬੇਗਮ 1000 ਰੁਪਏ ਕੱਢ ਕੇ ਮੈਨੂੰ ਦਿੰਦੀ ਹੈ। ਤੇ ਮੈਂ ਕਿਹਾ ਮਾਤਾ ਜੀ, ਮੈਂ ਤੇ ਪੰਜਾਬੀ 'ਚ ਬੋਲਿਆ, ਉਹਨੂੰ ਟ੍ਰਾਂਸਲੇਟ ਕੀਤਾ ਗਿਆ। ਮੈਂ ਕਿਹਾ ਮਾਤਾ ਜੀ ਬਹੁਤ ਬਹੁਤ ਸ਼ੁਕਰੀਆ, ਲੇਕਿਨ ਪੈਸੇ ਮੈਂ ਨਹੀਂ ਲਾਂਗਾ। ਉਹਨਾਂ ਨੂੰ ਗੁੱਸਾ ਚੜ ਗਿਆ। ਉਹਨਾਂ ਨੂੰ ਉਠਾ ਕੇ 1000 ਰੁਪਏ ਮੇਰੇ ਉੱਤੇ ਸੁੱਟਿਆ ਤੇ ਕਹਿੰਦੇ ਨੇ, ਇਸ ਤਰ੍ਹਾਂ ਹੀ ਪੰਜਾਬੀ 'ਚ ਟ੍ਰਾਂਸਲੇਟ ਕਰਾਂਗਾ। ਉਹ ਕਹਿੰਦੇ, ਪੁੱਤਰ ਤੇਰੀ ਦਾੜੀ ਕਦੀ ਲੈਫਟ ਹੈ ਤੇ ਕਦੀ ਰਾਈਟ ਹੋ ਰੱਖੀ ਹੈ, ਤੇਰੀ ਜਰਾਬਾਂ 'ਚ ਤੇ ਹੋਲ ਹੋ ਰੱਖੇ ਨੇ, ਤੇ ਕਾਬੁਲ ਜਾਏਗਾ ਤੇ ਜਰਾਬਾਂ ਨਵੀਂ ਲਈ। ਜਦੋਂ ਇਸ ਨੂੰ ਮੈਂ ਦੇਖਣਾ ਤੇ ਮੈਂ ਕਹਿਣਾ, ਬਾਬਾ ਨਾਨਕ ਦੀ ਇਨਸਾਨੀਅਤ, ਵਨਨੈਸ ਦਾ ਮੈਸੇਜ ਕੋਈ ਮਜ਼ਹਬ ਦੇ ਦਾਇਰੇ ਤੋਂ ਬਾਅਦ ਅੱਜ ਵੀ ਕਾਇਮ ਹੈ। ਜਦੋਂ ਅਸੀਂ ਗਰਦੇਜ਼ ਗਏ ਹਾਂ,
ਤੇ ਉੱਥੇ ਜਿਹੜਾ ਇੱਕ ਬੰਦਾ ਮੈਨੂੰ ਦੇਖ ਰਿਹਾ ਸੀਗਾ, ਇੱਕ ਬੜੀ ਵੱਡੀ, ਜਿੱਥੇ ਵੀ ਜਾਓ ਨਾ ਤੁਸੀਂ ਇਹਨਾਂ ਇਲਾਕਿਆਂ 'ਚ ਫਿਲਮਿੰਗ ਕਰਨ ਵਾਸਤੇ ਇੱਕ ਬੜਾ ਵੱਡਾ ਕਰਾਊਡ ਆ ਜਾਂਦਾ ਹੈ, ਉਹਨਾਂ 'ਚ ਤੁਸੀਂ ਆਪਣਾ ਕੰਮ ਜਲਦੀ ਕਰਕੇ ਨਿਕਲਣਾ ਹੈ। ਇੱਕ ਬੰਦਾ ਆ ਗਿਆ, ਮੈਨੂੰ ਮਿਲ ਕੇ ਦੇਖਦਾ ਰਿਹਾ, ਪਹਿਲਾਂ ਕੁਝ ਨਹੀਂ ਬੋਲਿਆ। ਜਦੋਂ ਅਸੀਂ ਜਾਣ ਲੱਗੇ ਨਾ, ਆ ਕੇ ਮੇਰੇ ਨਾਲ ਹੱਥ ਉਹਨੇ ਜੱਫੀ ਪਾਈ, ਤੇ ਫਿਰ ਉਹ ਕਹਿੰਦਾ ਹੈ ਆਪਣੀ ਭਾਸ਼ਾ 'ਚ, ਜੋ ਟ੍ਰਾਂਸਲੇਟ ਕੀਤਾ ਗਿਆ, ਕਹਿੰਦਾ ਹੈ ਤੁਸੀਂ ਹੁਣ ਵਾਪਸ ਆ ਜਾਓ। ਸਾਰੇ ਉੱਥੇ ਚਲੇ ਗਏ ਨੇ, ਗੁਰਦੁਆਰਾ ਸੀਗਾ ਟੁੱਟਿਆ ਹੋਇਆ ਹੈ, ਕਹਿੰਦਾ ਤੁਸੀਂ ਆ ਜਾਓ ਔਰ ਇਸ ਗੁਰਦੁਆਰੇ ਨੂੰ ਫਿਰ ਬਣਾਓ, ਕਿਉਂਕਿ ਬਚਪਨ ਵਿੱਚ ਮੈਂ ਇੱਥੇ ਲੰਗਰ ਖਾਂਦਾ ਸੀਗਾ ਔਰ ਇਤਨੇ ਸਾਲ ਹੋ ਗਏ ਨੇ, 25 ਸਾਲ ਹੋ ਗਏ ਨੇ, ਮੈਂ ਕਦੀ ਲੰਗਰ ਹੀ ਨਹੀਂ ਖਾਇਆ, ਕਿਉਂਕਿ ਹੈ ਹੀ ਨਹੀਂ। ਹੁਣ ਆਓ ਤੇ ਇੱਥੇ ਗੁਰਦੁਆਰਾ ਬਣਾਓ, ਤੇ ਮੈਂ ਹੁਣ ਇਸ ਉਮਰ ਦੇ ਅੰਦਰ ਚਾਹਨਾ ਕਿ ਮੈਂ ਇੱਥੇ ਗੁਰਦੁਆਰੇ ਦੇ ਅੰਦਰ ਆ ਕੇ ਲੰਗਰ ਖਾਵਾਂ। ਹੁਣ ਬਾਬਾ ਨਾਨਕ ਜਿਨ੍ਹਾਂ ਨੇ ਲੰਗਰ ਫਰੂਕਾਬਾਦ ਚਲਾਇਆ ਸੀਗਾ, ਸੱਚਾ ਸੌਦਾ ਕੀਤਾ ਸੀਗਾ, ਉਹਦੀ ਝਲਕ ਅਫਗਾਨਿਸਤਾਨ ਦੇ ਅੰਦਰ, ਗਰਦੇਸ਼ ਦੇ ਅੰਦਰ ਨਜ਼ਰ ਆਉਂਦੀ ਹੈ। ਜੇ ਇਹਦੇ ਨਾਲ ਲੱਗਦਾ ਹੈ ਕਿ ਬਾਬਾ ਨਾਨਕ ਹਜੇ ਵੀ ਹਨ। ਜਦੋਂ ਉੱਥੇ ਚਲੇ ਆ ਸਾਊਦੀ ਅਰੇਬੀਆ ਦੇ ਅੰਦਰ, ਮੱਕਾ ਮਦੀਨਾ ਦੇ ਅੰਦਰ, ਹੁਣ ਦੇਖੋ ਐਜ਼ ਅ ਨਾਨ ਮੁਸਲਿਮ ਉੱਥੇ ਜਾਣਾ ਇਜ਼ ਇੰਪੋਸੀਬਲ, ਲੇਕਿਨ ਕੰਮ ਹੋ ਗਿਆ ਸਾਡਾ। ਉੱਥੋਂ ਜਦੋਂ ਅਸੀਂ ਬਗਦਾਦ ਵੱਲ ਗਏ ਹਾਂ, ਹੁਣ ਦੇਖੋ ਬਗਦਾਦ ਦੇ ਅੰਦਰ ਇੱਕ ਗੁਰਦੁਆਰਾ ਸੀਗਾ। ਮੈਨੂੰ ਅਕਸਰ ਲੋਕ ਪੁੱਛਦੇ ਨੇ ਤੁਸੀਂ ਬਗਦਾਦ ਦੇ ਗੁਰਦੁਆਰੇ ਬਗਦਾਦ ਦੇ ਗੁਰਦੁਆਰੇ ਬਾਰੇ ਸਾਨੂੰ ਕੁਝ ਦੱਸੋ। ਮੈਂ ਕਹਿੰਦਾ ਬਗਦਾਦ ਦਾ ਗੁਰਦੁਆਰਾ ਤਹਿਸ ਨਹਿਸ ਹੋ ਗਿਆ, ਉਹਦੇ ਉੱਤੇ ਸ਼ੈਲ ਡਿੱਗੇ ਸਨ, ਇਰਾਕ ਵਾਰ ਦੇ ਅੰਦਰ ਟੁੱਟ ਗਿਆ, ਸਿਰਫ 2-3 ਕੰਧਾਂ ਰਹਿ ਗਈਆਂ ਸਾਈਡ ਦੇ ਅੰਦਰ, ਲੇਕਿਨ ਉਹ ਲੈਂਡ ਗ੍ਰੈਬਰਸ ਨੇ ਆਕੂਪਾਈ ਕਰ ਲਿਆ। ਉਸ ਜਗ੍ਹਾ ਤੇ ਜਾ ਕੇ ਜਾਨ ਤੇ ਜੋਖਿਮ ਲੈਣ ਵਾਲੀ ਗੱਲ ਹੈ। ਲੇਕਿਨ ਬਾਬਾ ਨਾਨਕ ਦਾ ਨੈਰੇਟਿਵ ਬਗਦਾਦ ਦੇ ਅੰਦਰ ਗੁਰਦੁਆਰਾ ਨਹੀਂ ਹੈ, ਕਿਉਂਕਿ ਉਹ ਗੁਰਦੁਆਰਾ ਤੇ ਸ਼ੇਖ ਬਹਿਲੋਲ ਦੀ ਥਾਂ ਤੇ ਜਿੱਥੇ ਉਹਨਾਂ ਨੂੰ ਦਫਨਾਇਆ ਗਿਆ ਸੀਗਾ, ਉਹਦੇ ਨਾਲ ਇੰਡੀਅਨ ਆਰਮੀ ਦੇ ਜਿਹੜੇ ਪੰਜਾਬੀ ਸੋਲਜਰ ਸੀਗੇ 1918 ਦੇ ਅੰਦਰ, ਜੋ ਵਰਲਡ ਵਾਰਸ ਦੇ ਟਾਈਮ ਤੇ ਜਦੋਂ ਉੱਥੇ ਗਏ ਸੀਗੇ, ਗੁਰਦੁਆਰਾ ਤੇ ਉਹਨੇ ਤਾਂ ਬਣਾਇਆ ਸੀ। ਬਾਬਾ ਨਾਨਕ ਦਾ ਨੈਰੇਟਿਵ ਤਾਂ ਬੜਾ ਪਿੱਛੇ ਦਾ ਹੈ, 1500s ਦਾ ਹੈ। ਉਹ ਬਗਦਾਦ ਜਦੋਂ ਪਹੁੰਚੇ ਸਨ, ਕਿਸ ਨੂੰ ਮਿਲੇ ਸਨ? ਪਹਿਲਾਂ ਉਹ ਜਾ ਕੇ ਮਿਲੇ ਸਨ ਅਬਦੁਲ ਕਾਦਰ ਗਿਲਿਆਨੀ ਜੀ ਨੂੰ, ਉਹਨਾਂ ਦੀ ਸਾਈਡ ਤੇ ਬਾਬਾ ਨਾਨਕ ਨੂੰ ਸਮਝਣ ਵਾਸਤੇ ਤੁਹਾਨੂੰ ਅਬਦੁਲ ਕਾਦਰ ਗਿਲਿਆਨੀ ਜੀ ਦੀ ਸਾਈਡ ਤੇ ਜਾਣਾ ਪਏਗਾ, ਜੋ ਸਾਨੂੰ ਐਕਸੈਸ ਮਿਲਿਆ। ਅਸੀਂ ਉੱਥੇ ਗਏ ਆ, ਉੱਥੋਂ ਫਿਰ ਅਸੀਂ ਸ਼ੇਖ ਬਹਿਲੋਲ ਦੇ ਥਾਂ ਤੇ ਗਏ, ਕਬਰਿਸਤਾਨ ਤੇ, ਜਿਹਦੇ ਨਾਲ ਗੁਰਦੁਆਰੇ ਦੀ ਏਰੀਆ ਸੀਗਾ। ਉੱਥੇ ਸਾਨੂੰ ਸਖਤ ਕਿਹਾ ਗਿਆ ਕਿ ਤੁਸੀਂ ਬਿਲਕੁਲ ਨਾ ਜਾਣਾ, ਇੱਥੇ ਬਹੁਤ ਰਿਸਕੀ ਕੰਮ ਹੈ, ਔਰ ਰਿਸਕੀ ਸੀਗਾ। ਉਹ ਲੈਂਡ ਸਾਰਾ ਆਕੂਪਾਈਡ ਹੋ ਗਿਆ। ਜਦੋਂ ਅਸੀਂ ਅੰਦਰ ਗਏ ਆ, ਇਹ ਰੱਬ ਦੀ ਦੇਣ ਹੈ ਕਿ ਉਸੇ ਟਾਈਮ ਇੱਕ ਬਜ਼ੁਰਗ ਅਬੂ ਜ਼ਹਿਰ, ਆਪਣਾ ਸੌਰੀ ਅਬੂ ਜ਼ਹਿਰ ਨਹੀਂ, ਨਾਮ ਇਹਦਾ ਭੁੱਲ ਗਿਆ, ਅਬੂ ਕੁਛ ਸੀਗਾ, ਨਾਮ ਮੈਂ ਭੁੱਲ ਰਿਹਾ ਜੇ, ਉਹ ਆ ਗਏ ਉੱਥੇ, ਬਜ਼ੁਰਗ ਜਿਹੇ ਸੀਗੇ। ਦੇਖੋ ਹੁਣ ਬਾਬਾ ਨਾਨਕ ਦੀ ਵਨਨੈਸ ਦਾ ਮੈਸੇਜ ਹਰ ਇੱਕ ਜਗ੍ਹਾ ਨਜ਼ਰ ਆਉਂਦੀ ਝਲਕ। ਉਹ ਆ ਗਏ ਉੱਥੇ, ਮੈਨੂੰ ਦੇਖ ਕੇ ਆ ਕੇ ਜੱਫੀ ਪਾ ਲਈ ਉਹਨਾਂ ਨੇ, ਉਸ ਮੌਕੇ ਤੇ ਆ ਗਏ। ਉਹ ਕਹਿੰਦੇ ਨੇ, ਇੱਕ ਫੋਟੋ ਦਿਖਾ ਕੇ ਬਲੈਕ ਐਂਡ ਵਾਈਟ ਤੇ, ਕਹਿੰਦੇ ਨੇ ਬੇਟਾ ਇਹ ਮੇਰੇ ਗ੍ਰੈਂਡਫਾਦਰ ਨੇ। ਇਹ ਗ੍ਰੈਂਡਫਾਦਰ ਇਸ ਗੁਰਦੁਆਰੇ ਦੇ ਰਖਵਾਲਾ, ਜਿਹੜੇ ਕੇਅਰ ਟੇਕਰ ਸੀਗੇ, ਉਹਨਾਂ ਨੂੰ ਉੱਥੇ ਇਸ ਟਾਈਮ ਜੀ ਕਮਿਊਨਿਟੀ ਨੇ ਇੰਪਲੋਏ ਕੀਤਾ ਹੋਇਆ ਸੀਗਾ। ਮੈਂ ਇਸ ਗੁਰਦੁਆਰੇ ਦੇ ਅੰਦਰ ਵੱਡਾ ਹੋਇਆ, ਤੇ ਜਦੋਂ ਮੈਂ ਕਿਹਾ ਬਾਬਾ ਨਾਨਕ ਦਾ ਅਸੀਂ ਕੰਮ ਕਰ ਰਹੇ ਹਾਂ, ਤੇ ਕਹਿੰਦੇ ਆ ਦੇਖ ਇੱਥੇ ਬੜਾ ਜੋਖਮ ਵਾਲਾ ਕੰਮ ਹੈ, ਤੇ ਤੂੰ ਜਲਦੀ ਕੱਲ ਮੈਂ ਤੇਰੇ ਅੱਗੇ ਪਿੱਛੇ ਖੜਾ ਹੋਣਾ। ਉਹਨਾਂ ਦੇ ਰਹਿੰਦੇ ਅਸੀਂ ਡਰੋਨ ਵੀ ਉਡਾ ਲਿਆ, ਅਸੀਂ ਫਿਲਮਿੰਗ ਵੀ ਕਰ ਲਈ, ਸਾਰਾ ਕੁਝ ਸਾਨੂੰ ਮਿਲ ਗਿਆ ਸਿਰਫ ਅੱਧੇ ਘੰਟੇ ਦੇ ਅੰਦਰ। ਲੇਕਿਨ ਉਹਨਾਂ ਦਾ ਉੱਥੇ ਆਣਾ ਉਸ ਮੌਕੇ ਤੇ ਸਾਨੂੰ ਇਹ ਕੌਨਫੀਡੈਂਸ ਦਿੰਦਾ ਹੈ ਕਿ ਬਾਬਾ ਨਾਨਕ ਅਜੇ ਵੀ ਹੈ ਉੱਥੇ। ਮੈਂ ਐਂਡ ਕਰਨ ਤੇ ਚੱਲ ਰਿਹਾ ਥੋੜਾ ਅੱਗੇ। ਇਹ ਜਿਹੜਾ ਈਰਾਨ, ਇਰਾਕ, ਸਾਊਦੀ ਦਾ ਇਹ ਬੜਾ ਟਫ ਏਰੀਆ ਸੀਗਾ। ਹੁਣ ਈਰਾਨ ਦੀ ਅਗਰ ਅਸੀਂ ਗੱਲ ਕरें, ਇੱਕ ਝਲਕ ਦੇਵਾਂ, ਈਰਾਨ ਦੇ ਅੰਦਰ ਜ਼ਿਕਰ ਆਉਂਦਾ ਹੈ ਇਮਾਮ ਅਲੀ ਰਜ਼ਾ ਦੀ ਸਾਈਟ ਤੇ ਜਾਣ ਦਾ, ਮਸ਼ਹਦ ਦੇ ਅੰਦਰ। ਉੱਥੇ ਅੰਦਰ ਤੁਸੀਂ ਕੈਮਰਾ ਨਹੀਂ ਲੈ ਕੇ ਜਾ ਸਕਦੇ, ਬੜੀ ਅੜਚਨ ਆਈ ਸੀਗੀ, ਲੇਕਿਨ ਅਸੀਂ ਕਿਸੇ ਤਰੀਕੇ ਨਾਲ ਆਪਣਾ ਕੰਮ ਕਰ ਲਿਆ। ਹੁਣ ਸਾਰੀ ਡਿਟੇਲਸ ਵੀ ਨਹੀਂ ਦੱਸ ਸਕਦਾ, ਲੇਕਿਨ ਕੰਮ ਹੋ ਗਿਆ। ਇਹ ਸਾਰਾ ਕੰਮ ਇੱਕ ਸਟੈਲਥ ਮਿਸ਼ਨ ਹੈਗਾ, ਕੰਮ ਹੋ ਗਿਆ। ਉਸ ਤੋਂ ਬਾਅਦ ਅਸੀਂ ਬੰਗਲਾਦੇਸ਼ ਦੀ ਗੱਲ ਕਰੀਏ, ਅਗਰ ਬੰਗਲਾਦੇਸ਼ ਦੇ ਅੰਦਰ ਸ਼ਾਹ ਜਲਾਲ ਦੀ ਜਿਹੜੀ ਸਾਈਟ ਹੈਗੀ, ਜਿਹਦਾ ਜ਼ਿਕਰ ਆਉਂਦਾ ਹੈ, ਸ਼ਾਹ ਜਲਾਲ ਦੀ, ਠੀਕ ਹੈ ਗੁਰਦੁਆਰਾ ਢਾਕਾ ਦੇ ਅੰਦਰ ਹੈ, ਲੇਕਿਨ ਗੁਰੂ ਨਾਨਕ ਦਾ ਨੈਰੇਟਿਵ ਠੀਕ ਹੈ, ਢਾਕਾ ਦੇ ਅੰਦਰ ਗੁਰਦੁਆਰੇ ਦੀ ਗੱਲ ਅਸੀਂ ਕਰਦੇ ਹਾਂ, ਲੇਕਿਨ ਸ਼ਾਹ ਜਲਾਲ ਦੀ ਸਾਈਟ ਤੇ ਜਾਣਾ ਬੜਾ ਇੰਪੋਰਟੈਂਟ ਹੁੰਦਾ ਹੈ, ਕਿਉਂਕਿ ਸ਼ਾਹ ਜਲਾਲ ਦੀ ਸਾਈਟ ਤੇ ਅਸੀਂ ਗਏ ਵੀ ਹਾਂ। ਦੇਖੋ ਇੰਟਰਸਟਿੰਗ ਗੱਲ, ਜਦੋਂ ਅਸੀਂ ਪਹੁੰਚੇ ਹਾਂ ਉਸ ਦਿਨ ਜਿਹੜਾ ਉੱਥੇ ਦੇ ਮਖਦੂਮ ਸੀਗੇ, ਜਿਹੜੇ ਕੇਅਰ ਟੇਕਰ ਸੀਗੇ, ਉਹ ਉਸ ਦਿਨ ਮੌਜੂਦ ਸੀਗੇ। ਉਹਨਾਂ ਨੇ ਕੋਈ ਪੁਰਾਣੇ ਲਿਟਰੇਚਰਸ ਕਢਵਾਏ, ਉਹਨਾਂ ਵਿੱਚੋਂ ਗੁਰੂ ਨਾਨਕ ਦੀ ਇੱਕ ਸੇਇੰਗ ਜਿਹੜੀ ਸੀਗੀ ਉੱਥੇ, ਉਹ ਵੀ ਮਿਲ ਗਈ ਸਾਨੂੰ। ਹੁਣ ਇਹ ਤੇ ਰੱਬ ਆਪ ਹੀ ਕੰਮ ਕਰਵਾ ਰਿਹਾ। ਜਦੋਂ ਅਸੀਂ ਸ਼੍ਰੀਲੰਕਾ ਗਏ, ਸ਼੍ਰੀਲੰਕਾ ਦੇ ਅੰਦਰ ਮੈਂ ਅਕਸਰ ਗੱਲ ਕਰਨਾ, ਅਸੀਂ ਸ਼੍ਰੀਲੰਕਾ ਤੋਂ ਲੈ ਕੇ ਇੰਡੀਆ ਦਾ ਜਿਹੜਾ ਨੈਰੇਟਿਵ ਹੈ, ਜਿਹੜੇ ਏਰੀਆ ਹੈ ਮਨਾਰ, ਜਿੱਥੋਂ ਐਡਮਸ ਬ੍ਰਿਜ ਹੈਗਾ, ਜਿੱਥੇ ਉਹ ਕਹਿੰਦੇ ਨੇ ਜਿਹੜਾ ਰਾਮਾਇਣ ਦੀ ਨੈਰੇਟਿਵ ਹੈ ਕਿ ਉੱਥੋਂ ਹਨੂਮਾਨ ਨੇ ਉਹ ਟਾਪੂ ਬਣਾਏ ਸੀਗੇ। ਹੁਣ ਇਹ ਨੈਰੇਟਿਵਸ ਹਨ, ਲਾਈਕ ਬਾਬਾ ਨਾਨਕ ਉਸ ਨੈਰੇਟਿਵ ਨੂੰ ਡਿਸਪਿਊਟ ਨਹੀਂ ਕਰ ਰਹੇ, ਬਾਬਾ ਨਾਨਕ ਉਸ ਨੂੰ ਇੱਕ ਟਵਿਸਟ ਦੇ ਰਹੇ ਨੇ।
ਪੋਜ਼ਿਟਿਵ ਸਾਈਡ ਤੇ। ਉਹ ਕਹਿੰਦੇ ਨੇ ਜਿੱਦਾਂ ਇੱਕ ਗੁੱਡ ਔਰ ਵਰਸਸ ਈਵਲ, ਜਿਹਨੂੰ ਅਸੀਂ ਗੁੱਡ ਔਰ ਈਵਲ ਕੀ ਹੈ, ਬਟ ਇੱਕ ਕਹਾਣੀ ਦੇ ਅੰਦਰ, ਗਾਥਾ ਦੇ ਅੰਦਰ ਰਾਮਾਇਣ ਦੀ ਗੁੱਡ ਔਰ ਈਵਲ ਦੀ ਇੱਕ ਚੀਜ਼ ਬਣੀ ਹੈ, ਰਾਮ ਔਰ ਰਾਵਣ ਦੀ ਫਾਈਟ ਦਾ। ਲੇਕਿਨ ਉਹ ਸਿਹਤਮੰਦ ਜਿਹੜਾ ਐਡਮਸ ਬ੍ਰਿਜ ਹੈ, ਜਿਹੜਾ ਇੰਡੀਆ ਔਰ ਸ਼੍ਰੀਲੰਕਾ ਨੂੰ ਕਨੈਕਟ ਕਰਦਾ ਹੈ, ਜਿਹੜਾ ਪੁਲ ਬਣਿਆ ਸੀਗਾ, ਉਹਨਾਂ ਨੂੰ ਉਸਨੂੰ ਡਿਸਪਿਊਟ ਨਹੀਂ ਕਰਦੇ। ਇੱਕ ਗੁਰਬਾਣੀ ਦੇ ਅੰਦਰ ਇੱਕ ਸ਼ਬਦ ਹੈਗਾ ਗ੍ਰੰਥ ਸਾਹਿਬ ਦੇ ਅੰਦਰ, ਸਿਹਤਮੰਦ ਦਾ ਜ਼ਿਕਰ ਆਉਂਦਾ ਹੈ। ਉਹਦੀ ਗੱਲ ਕਰਦੇ ਨੇ ਕਿ ਸਿਹਤਮੰਦ ਨੂੰ ਲੰਘਦੇ ਹੋਏ, ਪਾਰ ਕਰਦੇ ਹੋਏ ਉਹ ਲੋਕ ਗਏ ਸਨ। ਉਹ ਜ਼ਿਕਰ ਕਰਦੇ ਨੇ ਇੱਕ ਇਸ ਨੂੰ ਮੈਟਾਫੋਰਿਕਲ ਲੈਵਲ ਤੇ ਇਨਸਾਨ ਦੇ ਅੰਦਰ ਜੋ ਪੋਜ਼ਿਟਿਵ ਔਰ ਨੈਗੇਟਿਵਸ ਨੇ, ਜਿਹਨੂੰ ਤੁਸੀਂ ਕਹਿ ਦੋ ਰਾਮ ਰਾਵਣ, ਪੋਜ਼ਿਟਿਵ ਨੈਗੇਟਿਵ ਨੇ ਕੁਝ ਵੀ ਕਹਿ ਲਓ, ਜਿਹਨੂੰ ਇੱਕ ਗੁਰਮੁਖ, ਇੱਕ ਗੋਡ ਓਰੀਐਂਟਡ ਬੰਦੇ ਦਾ ਜਿਹੜਾ ਇੱਕ ਬ੍ਰਿਜ ਹੁੰਦਾ ਹੈ, ਉਸਨੂੰ ਸਿਹਤਮੰਦ ਦੇ ਨਾਲ ਉਹ ਕੰਪੇਅਰ ਕਰਦੇ ਨੇ। ਅਸੀਂ ਉਹਨੂੰ ਵੀ ਜਾ ਕੇ ਫਿਲਮ ਕੀਤਾ। ਉੱਥੋਂ ਅਸੀਂ ਗੱਲ ਕਰ ਰਹੇ ਹਾਂ, ਅਗਰ ਇੰਡੀਆ ਦੇ ਅੰਦਰ, ਲਾਸਟ ਮੈਂ ਕੰਟਰੀ ਦੀ ਗੱਲ ਕਰਾਂ, ਇੰਡੀਆ ਦੇ ਅੰਦਰ ਅਸੀਂ ਦਸੰਬਰ ਤੋਂ ਚੱਲੇ ਹਾਂ ਤੇ ਕਰੋਨਾ ਦਾ ਹਿੱਟ ਹੁੰਦੇ ਹੁੰਦੇ 19 ਮਾਰਚ ਤੱਕ ਅਸੀਂ 99% ਕੰਮ ਅਸੀਂ ਇੰਡੀਆ ਦਾ ਕਰ ਚੁੱਕੇ ਹਾਂ। ਜਿਸ ਤਰ੍ਹਾਂ ਮੈਂ ਕਿਹਾ ਕਿ ਸਿਰਫ 2% ਸਾਡਾ ਪੂਰੇ ਆਲ ਓਵਰ ਉਸ ਦਾ ਕੰਮ ਰਹਿੰਦਾ ਹੈ, 98% ਕੰਮ ਅਸੀਂ ਕਰ ਚੁੱਕੇ ਹਾਂ। ਸਿਰਫ ਲਦਾਖ ਔਰ ਕਸ਼ਮੀਰ ਦਾ ਰਹਿੰਦਾ ਹੈ, ਉਸ ਨੂੰ ਕਰੋਨਾ ਦੇ ਬਾਅਦ ਦਾ ਅਸੀਂ ਜਾ ਕੇ ਕਰਾਂਗੇ ਅਟੈਂਪਟ। ਲੇਕਿਨ ਇਸ 3 ਮਹੀਨੇ ਦੇ ਟ੍ਰਿਪ ਦੇ ਅੰਦਰ ਅਸੀਂ ਨਾਰਥ, ਸਾਊਥ, ਈਸਟ, ਵੈਸਟ ਸਾਰਾ ਕੁਝ ਅਸੀਂ ਮੁਕੰਮਲ ਕਰ ਚੁੱਕੇ ਹਾਂ। ਹਰ ਇੱਕ ਸਾਈਟ ਦੇ ਅੰਦਰ, ਇੰਟਰਫੇਸ ਸਾਈਟ ਦੇ ਅੰਦਰ ਸਾਨੂੰ ਐਕਸੈਸ ਮਿਲ ਗਿਆ। ਇਹਦੇ ਵਾਸਤੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਥੈਂਕ ਯੂ ਕਰਨਾ, ਜਿਨ੍ਹਾਂ ਨੇ ਸਪੋਰਟ ਦਿੱਤਾ। ਔਰ ਸਭ ਤੋਂ ਵੱਡੀ ਚੈਲੰਜ ਇੰਡੀਆ ਦੇ ਅੰਦਰ ਆਉਂਦੀ ਹੈ ਕਿ ਅਗਰ ਅਸੀਂ ਬਾਬਾ ਨਾਨਕ ਦਾ ਨੈਰੇਟਿਵ, ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਉਹ ਅੱਜ ਵੀ ਚੱਲ ਰਹੇ ਨੇ। ਨੈਰੇਟਿਵਸ, ਨਿਊ ਨੈਰੇਟਿਵਸ ਨਾਲ ਲੋਕ ਉਹਨਾਂ ਨੂੰ ਨਵੀਂ ਚਾਹਾਂ ਤੇ ਭੇਜੀ ਜਾ ਰਹੇ ਨੇ। ਹੁਣ ਇੰਨੀ ਸਾਰੀ ਜਗ੍ਹਾ ਦੇ ਅੰਦਰ ਅਸੀਂ ਭੇਜ ਦਿੱਤਾ ਅੱਜ ਕਿ ਲੋਕਾਂ ਦੇ ਅੰਦਰ ਗੱਲ ਕਰਦੇ ਹੋਏ ਬੜਾ ਮੁਸ਼ਕਿਲ ਹੋ ਜਾਂਦਾ ਹੈ ਕਿ ਡਿਸਪਿਊਟ ਕਰਨਾ ਜਾਂ ਚੈਲੰਜ ਕਰਨਾ। ਮੈਂ ਇਸ ਗੱਲ ਤੇ ਗੱਲ ਹੀ ਨਹੀਂ ਕਰਨਾ। ਅਸੀਂ ਕਹਿ ਰਹੇ ਕਿ 100 ਸਾਲ ਤੱਕ ਜਿੱਥੇ ਤੱਕ ਗਏ ਸੀਗੇ, ਬੜੀ ਥਾਵਾਂ ਜਿਹੜੀਆਂ ਨੇ ਉਹ ਉਸ ਨੈਰੇਟਿਵ ਵਿੱਚ ਨਹੀਂ ਆਉਂਦੀਆਂ। ਲੇਕਿਨ ਇੰਡੀਆ 'ਚ ਬਿਕੋਜ਼ ਸਭ ਤੋਂ ਵੱਡੀ ਸਿੱਖ ਕਮਿਊਨਿਟੀ ਉੱਥੇ ਰਹਿ ਰਹੀ ਹੈ ਤੇ ਇਹੋ ਜਿਹੀ ਬੜੀ ਥਾਵਾਂ ਨੇ ਜਿਨ੍ਹਾਂ ਦੇ ਅੰਦਰ ਆਸਥਾ ਜੁੜ ਗਈ ਹੈ, ਬਾਬਾ ਨਾਨਕ ਉੱਥੇ ਆਏ ਨੇ। ਹੁਣ ਉਸਨੂੰ ਅਸੀਂ ਡਿਸਪਿਊਟ ਨਹੀਂ ਕਰ ਸਕਦੇ ਹਾਂ, ਲੇਕਿਨ ਉਹ ਸਾਡੇ ਨੈਰੇਟਿਵ ਦੇ ਅੰਦਰ ਆਉਂਦੇ ਵੀ ਨਹੀਂ ਹੈ। ਲੇਕਿਨ ਇਹ ਸਭ ਤੋਂ ਵੱਡੀ ਚੈਲੰਜ ਹੈ ਕਿ ਬਿਕੋਜ਼ ਕਮਿਊਨਿਟੀ ਉੱਥੇ ਰਹਿ ਰਹੀ ਹੈ, ਬਾਬਾ ਨਾਨਕ ਅੱਜ ਵੀ ਚੱਲਦੇ ਜਾ ਰਹੇ ਨੇ। ਔਰ ਜਿੱਥੇ ਮੈਂ ਕਹਾਂਗਾ ਕਿ ਕਾਰ ਸੇਵਾ ਦੇ ਰੂਪ ਵਿੱਚ ਬੜੇ ਗੁਰਦੁਆਰੇ ਬਣ ਗਏ ਨੇ। ਜਿੱਥੇ ਇੱਕ ਰੋਡ ਹੁੰਦੀ ਹੈ, ਉਸਦੇ ਨਾਲ ਗੁਰਦੁਆਰਾ ਬਣ ਜਾਂਦਾ ਹੈ, ਕੁਝ ਸਾਲਾਂ ਬਾਅਦ ਬਾਬਾ ਨਾਨਕ ਉੱਥੇ ਪਹੁੰਚ ਜਾਂਦੇ ਨੇ। ਇਹ ਬੜੀ ਵੱਡੀ ਪ੍ਰੋਬਲਮ ਹੈ ਇੰਡੀਆ ਦੇ ਅੰਦਰ ਇਸ ਨੈਰੇਟਿਵ ਦੇ ਵਾਸਤੇ। ਲੇਕਿਨ ਅਸੀਂ ਇੱਕ ਇੰਟਰਫੇਸ ਦਾ ਇੱਕ ਰੂਪ ਲੈਂਦੇ ਹੋਏ ਇੱਕ ਬਹੁਤ ਅਸੀਂ ਉੱਥੇ ਵੱਡਾ ਕੰਮ ਮੁਕੰਮਲ ਕਰ ਲਿਆ ਹੈ। ਮੈਂ ਐਂਡ ਵਿੱਚ ਆਉਂਦੇ ਹੋਏ, ਟਾਈਮ ਥੋੜਾ ਉੱਪਰ ਹੋ ਗਿਆ, ਮੈਂ ਐਂਡ ਵਿੱਚ ਆਉਂਦੇ ਹੋਏ ਸਿਰਫ ਇਹ ਕਹਾਂਗਾ ਕਿ ਗੁਰੂ ਨਾਨਕ ਦੇ ਜਿਹੜਾ ਮੈਸੇਜ ਹੈਗਾ ਉਹ ਇੱਕ ਬੜਾ ਵੱਡਾ ਮੈਸੇਜ ਹੈ। ਉਹਨੂੰ ਅਸੀਂ ਅੱਜ ਵੈਲਸ, ਇੰਪ੍ਰੈਸ਼ਨਸ, ਮਿਰੇਕਲਸ ਦੇ ਅੰਦਰ ਲਿਆ ਕੇ ਖੜਾ ਕਰ ਦਿੱਤਾ ਹੈ। ਠੀਕ ਹੈ, ਵੱਡੇ ਲੋਕ, ਸੰਤ, ਮਹਾਤਮਾ, ਪੁਰਸ਼, ਫਕੀਰ, ਪੀਰ, ਪੈਗੰਬਰ, ਇਹ ਸਾਰੇ ਮਿਰੇਕਲਸ ਕਰ ਸਕਦੇ ਨੇ। ਲੇਕਿਨ ਬਾਬਾ ਨਾਨਕ ਦਾ ਸਭ ਤੋਂ ਵੱਡਾ ਮਿਰੇਕਲ ਸੀਗਾ ਇੱਕ ਜ਼ਿੰਦਗੀ ਦੀ ਜਾਂਚ ਸਿਖਾ ਦੇਣਾ। ਐਂਡ ਵਿੱਚ ਮੈਂ ਆ ਕੇ ਕਹਿਣਾ ਕਿ ਇਸ ਡਾਕੂਮੈਂਟਰੀ ਦੇ ਥਰੂ ਜਿਹੜਾ ਅਸੀਂ 30 ਐਪੀਸੋਡਸ ਦੇ ਅੰਦਰ ਕਰਾਂਗੇ, ਸਾਡੀ ਕੋਸ਼ਿਸ਼ ਹੈ ਬਾਬਾ ਨਾਨਕ ਨੂੰ ਇੱਕ ਦੁਨੀਆ ਦੇ ਵਿੱਚ ਇਹੋ ਜਿਹਾ ਇੱਕ ਐਕਸਪਲੋਰਰ, ਇੱਕ ਕੁਐਸਟ ਦੇ ਅੰਦਰ ਜਿਹੜੇ ਇੱਕ ਇਨਸਾਨ ਨੂੰ ਪੇਸ਼ ਕਰਨਾ ਜਿਹਦੇ ਨਾਲ ਲੋਕ ਸਮਝਣਾ ਚਾਹਣ ਉਹਨਾਂ ਦੇ ਫਲਸਫੇ ਨੂੰ। ਤੇ ਐਂਡ ਕਰਦੇ ਹੋਏ ਮੈਨੂੰ ਸਿਰਫ ਇੱਕ 2-3 ਲਾਈਨ ਆ ਰਹੀਆਂ ਨੇ, ਕਿਉਂਕਿ ਇੱਕ ਪਰਸਨਲ ਜਰਨੀ ਵੀ ਹੁੰਦੀ ਹੈ। ਬਾਬਾ ਨਾਨਕ ਦੇ ਫੁੱਟਸਟੈਪ ਤੇ ਚੱਲੇ ਆ ਤੇ ਲੋਕ ਅਕਸਰ ਪੁੱਛਣਗੇ ਤੁਹਾਡੀ ਕੀ ਜਰਨੀ ਸੀਗੀ। ਮੈਂ ਤੇ ਆਪਣੀ ਜਰਨੀ ਤੇ ਸਾਡੀ ਟੀਮ ਦੀ ਜਰਨੀ ਦੀ ਫੀਲਿੰਗ ਮੈਂ ਦੱਸ ਸਕਣਾ। ਅਸੀਂ ਅਕਸਰ ਕਾਫੀ ਡਿਸਕਸ ਕਰਦੇ ਹਾਂ। ਇੰਨਾ ਕੁਝ ਚੱਲਣ ਤੋਂ ਬਾਅਦ ਮੈਨੂੰ ਉਹ ਕਬੀਰ ਜੀ ਦੀ ਵਰਸਿਸ ਯਾਦ ਆ ਰਹੀਆਂ ਨੇ। ਮੋਕੋ ਕਹਾਂ ਢੂੰਡੇ ਰੇ ਬੰਦੇ, मोको कहा तू ढूंढे रे बंदे, मैं तो तेरे पास में, ना मंदिर, ना मस्जिद, ना काबा कैलाश में, मैं तो हूं सिर्फ विश्वास में। हुण विश्वास दी गल है। विश्वास सानू इतने दूर तक ले आया। विश्वास है कि ये काम मुकम्मल होएगा। अजे बड़ी अड़चना ने, फाइनेंशियल अड़चना ने इस प्रोजेक्ट ਨੂੰ ਕੰਪਲੀਟ ਕਰਨ ਵਾਸਤੇ ਮੇਰੇ ਖਿਆਲ ਸਾਡੀ ਕਮਿਊਨਿਟੀ ਅਜੇ ਸਮਝ ਨਹੀਂ ਪਾ ਰਹੀ ਕਿ ਕਿੰਨਾ ਵੱਡਾ ਕੰਮ ਹੈ। ਇਹਨੂੰ ਕੰਪਲੀਟ ਕਰਨ ਵਾਸਤੇ ਜੇ ਫਾਈਨੈਂਸ਼ੀਅਲ ਅੜਚਨਾ ਨੇ, ਬੜੀ ਹੋਰ ਅੜਚਨਾ ਆਉਣਗੀਆਂ। ਅਜੇ 1.25 ਸਾਲ ਦਾ ਸਾਡਾ ਪ੍ਰੋਜੈਕਟ ਰਹਿੰਦਾ ਹੈ ਜੋੜਨ ਵਾਸਤੇ। ਰੱਬ ਕਰਾਏਗਾ, ਵਿਸ਼ਵਾਸ ਹੈ, ਕਿਉਂਕਿ ਇੱਥੇ ਤੱਕ ਅਸੀਂ ਇੱਕ ਰੀਜ਼ਨ ਦੇ ਕਰਕੇ ਪਹੁੰਚੇ ਹਾਂ ਔਰ ਰੱਬ ਜੋੜੇਗਾ ਲੋਕਾਂ ਨੂੰ ਜਿਹਦੇ ਨਾਲ ਇਹ ਕੰਮ ਮੁਕੰਮਲ ਹੋਏਗਾ। ਇੰਨਾ ਕਹਿੰਦੇ ਹੋਏ ਮਾਫੀ ਮੰਗਣਾ ਕਿ ਥੋੜਾ ਟਾਈਮ ਉੱਪਰ ਹੋ ਗਿਆ, ਲੇਕਿਨ ਕੁਐਸਚਨ ਆਨਸਰ ਦਾ ਹੈ ਤੇ ਅਗਰ ਮੈਂ ਲੈਣ ਨੂੰ ਤਿਆਰ ਹਾਂ। ਹਾਂਜੀ ਸਰ, ਬਹੁਤ ਅੱਛਾ। ਜ਼ਾਹਿਰ ਹੈ ਵੀ ਥੋੜੀ ਜਿਹੀ ਇੰਟਰਪਸ਼ਨ ਵੀ ਆ ਗਈ ਤੇ ਕਾਫੀ ਸਾਰੇ ਲੋਕ ਵੀ ਸਾਡੇ ਨਾਲ ਜੁੜੇ ਹੋਏ ਨੇ। ਤੁਹਾਡਾ ਬੜਾ ਅੱਛਾ ਰਿਹਾ ਲੈਕਚਰ ਜੀ। ਅਸੀਂ ਹੁਣ ਥੋੜਾ ਕੁਐਸਚਨਾਂ ਵੱਲ ਚੱਲਦੇ ਹਾਂ ਜੀ। ਤੇ ਉਹਦੇ ਵਿੱਚ ਸਭ ਤੋਂ ਪਹਿਲੇ ਸਾਡੇ ਨਾਲ ਡਾਕਟਰ ਸੁਖਦੇਵ ਸੋਲ ਸਾਹਿਬ ਨੇ। ਉਹਨਾਂ ਨੇ ਇੱਕ ਕੁਐਸਚਨ ਇਹ ਕੀਤਾ ਸੀ ਕਿ ਹਾਊ ਇੰਟੈਂਜੀਬਲ ਇਜ਼ ਪੁੱਟ ਇਨਟੂ ਦਾ ਹਿਸਟੋਰੀਕਲ ਨੈਰੇਟਿਵ।
ਤੁਸੀਂ ਇੰਟੈਂਜੀਬਲ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਤੇ ਹਿਸਟੋਰੀਕਲ ਰੀਕਨਸਟਰਕਸ਼ਨ ਦੇ ਵਿੱਚ ਜਿਹੜਾ ਹੈ ਹਾਊ ਇੰਟੈਂਜੀਬਲ ਇਜ਼ ਪੁੱਟ ਇਨਟੂ ਦਾ ਹਿਸਟੋਰੀਕਲ ਨੈਰੇਟਿਵ, ਇਹ ਗੱਲ ਕੀਤੀ ਉਹਨਾਂ ਨੇ। ਦੂਜਾ ਦੇਖੋ ਜੀ ਜੀ ਮੈਂ ਇੰਟੈਂਜੀਬਲ ਦੀ ਗੱਲ ਸੁਣ ਰਿਹਾ ਨਾ ਜੀ 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 ਦੇਖੋ ਜੀ, ਇੰਟੈਂਜੀਬਲ ਦੇ ਬਿਨਾ ਕੋਈ ਵੀ ਨੈਰੇਟਿਵ ਬੇਕਾਰ ਹੈ। ਖੰਡਰਾਤ ਇਮਾਰਤਾਂ ਕੀ ਗੱਲ ਕਰੋਗੇ ਤੁਸੀਂ? ਇੱਕ ਰੈਫਰੈਂਸ ਲੈ ਲੋਗੇ, ਫਲਾਂ ਨੇ ਇਹ ਲਿਖਿਆ ਸੀਗਾ ਅੱਜ ਤੋਂ 300 400 ਸਾਲ ਪਹਿਲਾਂ, ਇਸ ਬਿਲਡਿੰਗ ਦੇ ਅੱਗੇ ਤੁਸੀਂ 10 ਰੈਫਰੈਂਸ ਦੇ ਦਿਓ, ਇਹਨੇ ਇਹ ਕਿਹਾ, ਇਹਨੇ ਇਹ ਕਿਹਾ, ਇਹਨੇ ਇਹ ਕਿਹਾ, ਸੋ ਵਾਟ? ਜਦ ਤੱਕ ਤੁਸੀਂ ਅੰਦਰ ਸੋਲ ਨਹੀਂ ਇਨਫਿਊਜ਼ ਕਰ ਸਕਦੇ ਇੰਟੈਂਜੀਬਲ ਦੀ, ਉਹ ਸਭ ਬੇਕਾਰ ਹੈ ਮੇਰੇ ਮਾਇਨੇ ਵਿੱਚ। ਅਸੀਂ ਇੰਨਾ ਕੁਝ ਚੱਲਦੇ ਕਿਉਂ? ਕਿਉਂਕਿ ਅਸੀਂ ਅਕੈਡਮਿਸ਼ੀਅਨਸ ਨਹੀਂ ਆ। ਅਗਰ ਅਸੀਂ ਮੈਂ ਇੰਟੈਂਜੀਬਲ ਦੀ ਗੱਲ ਕਰ ਰਹੇ ਹਾਂ, ਬਾਬਾ ਨਾਨਕ ਦਾ ਨੈਰੇਟਿਵ ਤਾਂ ਵੈਰੀ ਕਲੀਅਰ ਕੱਟ ਹੈ ਨਾ, ਉਹਦੀ ਗੱਲ ਉਸ ਦੇ ਵਿੱਚ ਅਸੀਂ ਇੰਟੈਂਜੀਬਲਸ ਲੈ ਕੇ ਆ ਰਹੇ, ਜਿਵੇਂ ਤੁਹਾਨੂੰ ਕਹਾਣੀਆਂ ਦੱਸਿਆ। ਅਗਰ ਇਹਨਾਂ ਦੋ ਬੁੱਕਸ ਦੀ ਵੀ ਅਸੀਂ ਗੱਲ ਕਰ ਦੇ ਅੰਦਰ 126 ਸ਼ਹਿਰ ਤੇ ਪਿੰਡਾਂ ਦੇ ਅੰਦਰ 5 ਸਟੇਟ ਦੇ ਅੰਦਰ ਇੰਟੈਂਜੀਬਲ ਨੂੰ ਲੈ ਕੇ ਆਉਣ ਵਾਸਤੇ ਮੈਂ ਸਿੰਪਲ ਜੀ ਇੱਕ ਗੱਲ ਕਰਾਂਗਾ। ਦ ਕੁਐਸਟ ਕੰਟੀਨਿਊਜ਼ ਲੋਸਟ ਹੈਰੀਟੇਜ ਸਿੱਖ ਲੈਗੇਸੀ ਇਨ ਪਾਕਿਸਤਾਨ, ਜਿਹੜੀ ਇਹ ਵਾਲੀ ਕਿਤਾਬ ਹੈ ਨਾ, ਇਹਦੇ ਅੰਦਰ 110 ਪੇजेस ਮੈਂ ਦਿੱਤੇ ਨੇ ਉਸ ਕਲਚਰ ਨੂੰ ਨਾਨਕ ਪੰਥੀ ਕਲਚਰ ਨੂੰ, ਜਿਨ੍ਹਾਂ ਦੀ ਅੰਸ਼ ਅੱਜ ਵੀ ਉੱਥੇ ਮੌਜੂਦ ਹੈ। ਮੈਂ ਪਹਿਲਾਂ ਹੀ ਕਹਿ ਚੁੱਕਿਆ, ਉਸ ਇੰਟੈਂਜੀਬਲ ਦੇ ਬਿਨਾ ਨੈਰੇਟਿਵ ਇਨਕੰਪਲੀਟ ਹੈ। ਮੈਂ ਸਿੰਧ ਬਲੋਚਿਸਤਾਨ ਦੇ ਅੰਦਰ ਗਿਆ ਕਿਉਂ ਸੀਗਾ? ਮੈਂ ਗੁਰਦੁਆਰਿਆਂ ਨੂੰ ਲੱਭਣ ਨਹੀਂ ਗਿਆ ਸੀਗਾ, ਉਸ ਇੰਟੈਂਜੀਬਲ ਨੂੰ ਲੱਭਣ ਗਿਆ ਸੀਗਾ। ਕਿਉਂਕਿ ਪੰਜਾਬ ਵਿੱਚ ਤੇ ਅਸੀਂ ਦੋਵੇਂ ਪਾਸੇ ਆਪਣੇ ਭਰਾਵਾਂ ਨੂੰ ਮਾਰ ਕੇ ਖਤਮ ਕਰਤਾ। ਮੁਸਲਮਾਨਾਂ ਨੂੰ ਅਸੀਂ ਈਸਟ ਪੰਜਾਬ ਤੋਂ ਕੱਢ ਦਿੱਤਾ, ਹਿੰਦੂਆਂ ਸਿੱਖਾਂ ਨੂੰ ਇਸ ਪਾਸੇ ਤੋਂ ਕੱਢ ਦਿੱਤਾ, ਇੱਕ ਕੰਪੋਜ਼ਿਟ ਕਲਚਰ ਨੂੰ ਅਸੀਂ ਖਤਮ ਕਰਤਾ। ਇੰਟੈਂਜੀਬਲ ਕਿੱਥੇ ਹੈ? ਅੱਜ ਵੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਜੋ ਵੀ ਬੰਦਾ ਕਰ ਰਿਹਾ ਪੰਜਾਬ ਦੇ ਅੰਦਰ, ਈਸਟ ਪੰਜਾਬ ਵੈਸਟ ਪੰਜਾਬ ਦੇ ਅੰਦਰ, ਸਲਾਮ ਹੈ ਉਹਨੂੰ, ਲੇਕਿਨ ਉਹ ਕੰਮ ਟੈਂਜੀਬਲ ਦਾ ਕੰਮ ਹੈ, ਇਮਾਰਤਾਂ ਦਾ ਕੰਮ ਹੈ। ਇੰਟੈਂਜੀਬਲ ਦਾ ਕੰਮ ਅਗਰ ਤੁਸੀਂ ਸਮਝਣਾ ਹੈ, ਤੁਹਾਨੂੰ ਉਹ ਇੰਟੈਂਜੀਬਲ ਨੈਰੇਟਿਵ ਲੈ ਕੇ ਆਣਾ ਪਏਗਾ। ਮੈਂ ਤੁਹਾਨੂੰ ਕਹਾਣੀਆਂ ਸੁਣਾ ਰਿਹਾ, ਅਗਰ ਖਾਲਿਦਾ ਬੇਗਮ ਇੱਕ ਇੰਟੈਂਜੀਬਲ ਐਸਪੈਕਟ ਇਮੋਸ਼ਨ ਨੂੰ ਇਨਫਿਊਜ਼ ਕਰ ਸਕਦੀ ਹੈ, ਇਹ ਇੰਟੈਂਜੀਬਲਸ ਕੰਟੈਂਪਰੇਰੀ ਇੰਟੈਂਜੀਬਲ ਥਿੰਗਸ ਹੈਗੀਆਂ ਜੋ ਪਾਸਟ ਨਾਲ ਜੋੜਦੀਆਂ ਨੇ। ਆਰਟ ਆਰਕੀਟੈਕਚਰ ਨੂੰ ਸਮਝਣਾ ਹੈ, ਤੁਹਾਨੂੰ ਉਸਨੂੰ ਉਸ ਟੈਂਜੀਬਲ ਦੇ ਥਰੂ ਇੰਟੈਂਜੀਬਲ ਨੂੰ ਸਮਝਣਾ ਪਏਗਾ। ਜੀ ਠੀਕ। ਅੱਛਾ ਜੀ, ਇਸ ਤੋਂ ਵਕਤ ਸਾਡੇ ਨਾਲ ਹਰਦੀਪ ਕੌਰ ਸਾਹਿਬਾ ਨੇ, ਉਹਨਾਂ ਨੇ ਕੁਐਸਚਨ ਇਹ ਕੀਤਾ ਕਿ what first thought comes to your mind while being there? ਜਦੋਂ ਤੁਸੀਂ ਇਹਨਾਂ ਥਾਵਾਂ ਤੇ ਫਿਰ ਰਹੇ ਸੋ ਤੇ ਤੁਹਾਡੇ ਪਹਿਲੀ ਦਫਾ ਕੀ ਜ਼ਿਹਨ ਚ ਆਂਦਾ ਸੀ? I think you have some problem with ਤੁਹਾਡੇ ਨੈਟ ਨਾਲ ਕੋਈ ਮਸਲਾ ਵੇ? ਨਹੀਂ ਚੱਲ ਰਿਹਾ, ਤੁਹਾਨੂੰ ਆ ਰਿਹਾ ਕਿ ਨਹੀਂ? ਹਾਂ ਹੁਣ ਆ ਰਿਹਾ ਹੈ, ਉਹ ਵਿੱਚ ਇੱਕਦਮ ਰੁਕ ਗਿਆ ਸੀ। ਚਲੋ ਖੈਰ, ਪਰ ਹਰਦੀਪ ਕੌਰ ਸਾਹਿਬਾ ਦਾ ਕੁਐਸਚਨ ਹੈ, ਉਹ ਤੁਸੀਂ ਲੈ ਲਓ ਕਿ what first thought comes to your mind while being there? ਮੈਂ ਇਸ ਨੂੰ ਥੋੜਾ ਦਾ ਕੁਐਸਚਨ ਨੂੰ ਟਵਿਸਟ ਦੇ ਦਾਂਗਾ, ਗੱਲ ਥੋੜਾ ਆਨਸਰ ਨਿਕਲ ਆਏਗਾ। ਟਵਿਸਟ ਇਹ ਹੈ ਕਿ ਇਹ ਕੁਐਸਚਨ ਮੈਂ ਜਿੱਥੇ ਵੀ ਖੜਾ ਹੋਣਾ ਸਟੇਜ ਤੇ, ਇਹ ਕੁਐਸਚਨ ਜ਼ਰੂਰ ਆਉਂਦਾ ਹੈ। ਕਿਉਂਕਿ ਇਹ ਜਿਹੜਾ ਇਤਨਾ ਵੱਡਾ ਕੰਮ ਅਸੀਂ ਪਾਕਿਸਤਾਨ 'ਚ ਕੀਤਾ ਵੀ ਸੀਗਾ, ਉਹ 2 ਡਾਕੂਮੈਂਟਰੀਜ਼ ਕੀਤੀਆਂ ਨੇ, ਫਿਰ ਗੁਰੂ ਨਾਨਕ ਦੇਵ ਸੇ ਚੱਲੇ ਆ, ਅਸੀਂ ਇੱਕ ਖੋਈ ਵਿਰਾਸਤ ਨੂੰ ਲੱਭ ਰਹੇ ਹਾਂ। ਅਕਸਰ ਕੁਐਸਚਨ ਇਸ ਤਰੀਕੇ ਨਾਲ ਆਉਂਦਾ ਹੈ, ਫਰਸਟ ਥਾਟ ਦੀ ਗੱਲ ਨਹੀਂ ਆਉਂਦੀ, ਗੱਲ ਕੁਐਸਚਨ ਆਉਂਦਾ ਹੈ, what is your emotional state in this quest? ਬਿਕੋਜ਼ ਇਮੋਸ਼ਨਲ ਸਟੇਟ ਫਰਸਟ ਥਾਟ ਦੀ ਨਹੀਂ ਹੁੰਦੀ, ਇਮੋਸ਼ਨਲ ਸਟੇਟ ਹੁੰਦੀ ਹੈ ਉਸ ਪੂਰੇ ਬੀਇੰਗ ਦੀ, ਉਸ ਮੌਕੇ ਤੇ ਕਿ ਕੀ ਤੁਹਾਡੀ ਇਮੋਸ਼ਨਲ ਸਟੇਟ ਹੈ। ਮੈਂ ਅਕਸਰ ਲੋਕਾਂ ਨੂੰ ਡਿਸਪਾਇੰਟ ਕਰ ਦੇਣਾ ਆਨਸਰ ਦੇ ਵਿੱਚ। ਮੇਰਾ ਆਨਸਰ ਅਕਸਰ ਹੁੰਦਾ ਹੈ, ਸੌਰੀ ਬਟ ਅਸੀਂ ਇੱਕ ਮਸ਼ੀਨ ਆ, ਸਾਡੇ ਅੰਦਰ ਇਮੋਸ਼ਨ ਨਹੀਂ ਹੈ, ਸੌਰੀ। ਕਿਉਂਕਿ ਜਿਸ ਦਿਨ ਇਮੋਸ਼ਨ ਆ ਗਿਆ, ਫੀਲਡ ਦੇ ਉੱਤੇ ਕੰਮ ਨਹੀਂ ਹੋ ਸਕਦਾ। ਦੇਖੋ, ਤੁਸੀਂ ਇਹੋ ਜਿਹੇ ਇਲਾਕਿਆਂ ਜਾ ਰਹੇ ਹੋ ਜਿੱਥੇ ਜਾਨ ਮਾਲ, ਤੁਹਾਡੀ ਟੀਮ ਦੀ, ਰਿਸਕ ਦੀ, ਨੈਰੇਟਿਵ ਦੇ, ਫਾਈਨੈਂਸ਼ੀਅਲਸ ਦੀ, ਸ਼ਡਿਊਲ ਦੀ, ਬੰਦੇ ਪਿੱਛੇ ਲੱਗ ਜਾਂਦੇ ਨੇ, ਪਿੰਡਾਂ ਦੇ ਪਿੰਡ ਆ ਜਾਂਦੇ ਨੇ। ਤੁਸੀਂ ਸੋਚਦੇ ਹੋ ਮੇਰੇ ਕੋਲ ਉੱਥੇ ਟਾਈਮ ਹੈ ਇਮੋਸ਼ਨ ਐਗਜ਼ਿਬਿਟ ਕਰਨ ਦਾ? ਉਸ ਚੀਜ਼ ਨੂੰ ਸਮਝਣਾ ਹੈ ਤੇ ਅਗਲੇ ਪਾਸੇ ਚੱਲਣਾ। ਇੱਕ ਦਿਨ ਐਕਸਟਰਾ ਲੱਗ ਜਾਏ ਨਾ ਤੇ ਕਾਸਟ ਉੱਪਰ ਚਲੀ ਜਾਂਦੀ ਹੈ। ਸਾਡੇ ਕੋਲ ਫੰਡਿੰਗ ਹੀ ਨਹੀਂ ਇਤਨੀ, ਅਸੀਂ ਕੋਈ ਇੰਸਟੀਚਿਊਟ ਦੇ ਥੰਮ ਤੇ ਕੋਈ ਕੰਮ ਨਹੀਂ ਕਰ ਰਹੇ ਨਾ, ਅਸੀਂ ਜਜ਼ਬਾਤੀ ਕੰਮ ਹੈ। ਇੱਕ ਦਿਨ ਐਕਸਟਰਾ ਹੋ ਜਾਏ ਤੇ ਸਭ ਦੀ ਕਾਸਟ ਉਹਦੇ ਅੰਦਰ ਉੱਪਰ ਚਲੀ ਗਈ। ਤੁਸੀਂ ਕੰਮ ਜਲਦੀ ਕਰਨਾ ਹੈ। ਕਿੱਥੇ ਹੈ ਇਮੋਸ਼ਨ ਦਾ ਕੋਈ ਮੌਕਾ ਮਿਲਦਾ ਹੈ? ਇਮੋਸ਼ਨ ਆਂਦਾ ਹੈ ਜਦੋਂ ਤੁਸੀਂ ਘਰ ਆਉਂਦੇ ਹੋ ਨਾ, ਫਿਰ ਆਪਣੇ ਬਿਸਤਰ ਤੇ ਲੇਟਦੇ ਹੋ, ਪੱਖੇ ਨੂੰ ਦੇਖਦੇ ਹੋ ਨਾ, ਕਹਿੰਦੇ ਇਹ ਹੋਇਆ ਕੀ ਹੋਣਾ, ਇਹ ਹੋਇਆ ਕੀ ਪਿਛਲੇ ਕੁਝ ਮਹੀਨਿਆਂ ਦੇ ਅੰਦਰ। ਫਿਰ ਜਜ਼ਬਾਤ ਅੰਦਰੋਂ ਨਿਕਲਦਾ ਹੈ। ਫਿਰ ਤੁਸੀਂ ਕਹਿੰਦੇ ਹੋ ਯਾਰ ਇਸ ਨੂੰ ਪ੍ਰੋਡਕਟ ਦਾ ਸ਼ੇਪ ਦੇ ਦਈਏ, ਇਸ ਨੂੰ ਲਿਖ ਦਈਏ, ਇਸ ਨੂੰ ਡਾਕੂਮੈਂਟਰੀ ਬਣਾ ਦਈਏ, ਇਸ ਨੂੰ ਇਹ ਕਰ ਦਈਏ। ਇਮੋਸ਼ਨ ਉਸ ਟਾਈਮ ਆਉਂਦਾ ਹੈ। ਮੈਂ ਥੈਂਕ ਯੂ ਕਰਨਾ ਉਹਨੂੰ, ਰੱਬ ਨੂੰ, ਕਿ ਤੁਸੀਂ ਮੈਨੂੰ ਇੱਕ ਮੀਨ ਮਸ਼ੀਨ ਬਣਾ ਦਿੱਤਾ ਹੈ ਜਿਹਦੇ ਅੰਦਰ ਕੋਈ ਜਜ਼ਬਾਤ ਨਹੀਂ ਹੈ ਫੀਲਡ ਦੇ ਅੰਦਰ, ਕਿਉਂਕਿ ਜਜ਼ਬਾਤ ਹੋਣਾ ਹੀ ਨਹੀਂ ਚਾਹੀਦਾ। ਠੀਕ ਹੈ। ਇਹ ਦੂਸਰਾ ਉਹਨਾਂ ਦਾ ਕੁਐਸਚਨ ਹੈ ਕਿ ਗੁਰੂ ਨਾਨਕ ਦੇ ਹਵਾਲੇ ਨਾਲ ਤੁਸੀਂ ਕੋਈ ਫੋਕਲੋਰਸ
ਪਾਕਿਸਤਾਨ ਔਰ ਇੰਡੀਆ ਤੋਂ ਬਾਅਦ ਜਿਹੜਾ ਤੁਸੀਂ ਸਫ਼ਰ ਕੀਤਾ ਅਫਗਾਨਿਸਤਾਨ, ਈਰਾਨ ਔਰ ਸ੍ਰੀਲੰਕਾ ਵਗੈਰਾ, ਇੱਥੇ ਤੁਸੀਂ ਉਹਨਾਂ ਦੀ ਕੋਈ ਫੋਕਲੋਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਕੋਈ ਜ਼ਿਕਰ ਸੁਣਿਆ ਜਾਂ ਕਿਤੇ ਕੋਈ ਕੋਟ ਕਰਦੇ? ਦੇਖੋ ਜੀ, ਇਹ ਬੜਾ ਇੰਟਰਸਟਿੰਗ ਕੁਐਸਚਨ ਹੈ। ਇਹਨੂੰ ਮੈਂ ਅਗਰ ਜਵਾਬ ਦੇਵਾਂਗਾ ਤਾਂ ਮੇਰੀ ਥੋੜੀ ਜਿਹੀ ਬੇਨਤੀ ਹੱਥ ਜੋੜ ਕੇ ਸਭ ਨੂੰ ਕਿ ਇਹਨੂੰ ਤੁਸੀਂ ਇੰਟਰਪ੍ਰੇਟ ਗਲਤ ਨਾ ਕਰਨਾ ਪਲੀਜ਼, ਹੈ ਨਾ, ਕਿਉਂਕਿ ਇਹ ਅਸੀਂ ਫੇਥ ਦੇ ਵਿੱਚ ਆ ਗਏ ਹਾਂ। ਫੇਥ ਦੇ ਰੈਲਮ ਵਿੱਚ ਹਰ ਕਿਸੇ ਦੀ ਆਸਥਾ ਹੁੰਦੀ ਹੈ। ਮੈਂ ਤੁਹਾਨੂੰ ਸਿਰਫ ਆਪਣੀ ਅੰਡਰਸਟੈਂਡਿੰਗ ਦੱਸ ਰਿਹਾ। ਦੇਖੋ ਜੀ, ਬਾਬਾ ਨਾਨਕ ਜਦੋਂ ਚੱਲੇ ਸਨ ਨਾ, ਬਾਬਾ ਨਾਨਕ ਜਦੋਂ ਚੱਲੇ ਸਨ, ਉਹਨਾਂ ਦਾ 1/3 ਲਾਈਫ ਪਾਕਿਸਤਾਨ 'ਚ ਗੁਜ਼ਰ ਗਿਆ ਸੀਗਾ ਬਚਪਨ ਦਾ, ਜਿਤਨਾ ਜਦ ਤੱਕ ਉਹ ਮੋਦੀ ਖਾਨੇ ਸੁਲਤਾਨਪੁਰ ਗਏ, ਉਸ ਤੋਂ ਬਾਅਦ ਆਏ, ਫਿਰ ਉਹਨਾਂ ਨੇ ਸਫ਼ਰ ਸ਼ੁਰੂ ਕੀਤਾ। ਸੈਕੰਡ ਪਾਰਟ ਆਫ ਦ 3 ਪਾਰਟਸ ਆਫ ਦ ਲਾਈਫ ਨਿਕਲ ਗਿਆ ਉਹਨਾਂ ਦਾ ਸਫ਼ਰ ਦੇ ਅੰਦਰ, ਔਰ ਥਰਡ ਪਾਰਟ ਆਫ ਦ ਲਾਈਫ ਦੇ ਅੰਦਰ ਉਹਨਾਂ ਨੇ ਇੱਕ ਕਰਤਾਰਪੁਰ ਦੇ ਅੰਦਰ ਆਏ। ਉਹਨਾਂ ਦੀ ਜਿਹੜੀ ਅਚੀਵਮੈਂਟ ਸੀਗੀ ਉਹਨੂੰ ਦੇਖਦੇ ਹੋਏ ਲੋਕ ਜੁੜਨਾ ਸ਼ੁਰੂ ਹੋਏ, ਹੈ ਨਾ। ਜਦੋਂ ਲੋਕ ਜੁੜਦੇ ਨੇ ਫੋਕਲੋਰ ਤਾਂ ਬਣਨੀ ਸ਼ੁਰੂ ਹੁੰਦੀ ਹੈ। ਲੇਕਿਨ ਲੋਕ ਉਸ ਸਪੀਡ ਨਾਲ ਜਦੋਂ ਚੱਲ ਰਹੇ ਸਨ, ਈਰਾਨ ਵਿੱਚ ਸੀਗੇ, ਮੱਕਾ ਵਿੱਚ ਸੀਗੇ, 10 ਜਗ੍ਹਾ ਹੋਰ ਸੀਗੇ, ਉਹ ਬੜੀ ਤੇਜ਼ੀ ਨਾਲ ਚੱਲ ਰਹੇ ਸੀਗੇ। ਬੇਸ਼ੱਕ ਉਹ 에ਅਰਕ੍ਰਾਫਟ ਵਿੱਚ ਨਹੀਂ ਸੀਗੇ, ਬਟ ਬੜੀ ਸਪੀਡ ਨਾਲ ਚੱਲ ਰਹੇ ਸੀਗੇ। ਤੇ ਫੋਕਲੋਰ ਮੇਰੇ ਖਿਆਲ ਇਹਨਾਂ ਇਲਾਕੇ ਦੇ ਅੰਦਰ ਘਾਟ ਨੇ। ਲੇਕਿਨ ਇੱਕ ਛੋਟੀ ਜਿਹੀ ਫੋਕਲੋਰ ਮੈਂ ਤੁਹਾਨੂੰ ਦੱਸਦਾ, ਫੋਕਲੋਰ ਤੇ ਨਹੀਂ ਹੈ, ਇੰਡੀਵਿਜੂਅਲ ਲੋਰਸ ਨੇ, ਇੰਡੀਵਿਜੂਅਲ ਲੋਰਸ। ਜਦੋਂ ਅਫਗਾਨਿਸਤਾਨ ਅਸੀਂ ਗਏ ਹਾਂ, ਬੜਾ ਮੁਸ਼ਕਿਲ ਸੀਗਾ ਅਫਗਾਨਿਸਤਾਨ ਜਾਣਾ, ਬਹੁਤ ਮੁਸ਼ਕਿਲ ਸੀਗਾ। ਦੋ ਏਰੀਆਜ਼ ਦੇ ਅੰਦਰ, ਅਫਗਾਨਿਸਤਾਨ ਔਰ ਇਰਾਕ ਦੇ ਅੰਦਰ ਵੀਜ਼ਾ ਹੀ ਲੈਣਾ ਬੜਾ ਮੁਸ਼ਕਿਲ ਸੀਗਾ, ਬਹੁਤ ਮੁਸ਼ਕਿਲ ਸੀਗਾ। ਲੇਕਿਨ ਜਦੋਂ ਅਸੀਂ ਗਏ ਨਾ, ਸਾਨੂੰ ਇੱਕ ਇੰਟਰਸਟਿੰਗਲੀ ਇੱਕ ਕਨੈਕਸ਼ਨ ਹੋ ਗਿਆ ਉੱਥੇ ਦੇ ਫਾਈਨੈਂਸ ਮਿਨਿਸਟਰ ਦੇ ਨਾਲ। ਪਤਾ ਨਹੀਂ ਕਿੱਥੋਂ ਕਨੈਕਸ਼ਨ ਹੋ ਗਿਆ, ਅਸੀਂ ਪਹੁੰਚ ਗਏ। ਤੇ ਜਿਹੜੇ ਫਾਈਨੈਂਸ ਮਿਨਿਸਟਰ ਸੀਗੇ ਉਹ ਮਿਲੇ ਮੈਨੂੰ, ਉਹਨਾਂ ਨੇ ਗੱਲ ਕੀਤੀ। ਤੇ ਉਹਨਾਂ ਜਦੋਂ ਮੈਂ ਜਾਣ ਤੋਂ ਪਹਿਲਾਂ ਜਦੋਂ ਮੈਨੂੰ ਫੋਨ ਮਿਲਾਇਆ ਨਾ, ਤੇ ਉਹਨਾਂ ਨੇ ਇੰਟਰਸਟਿੰਗਲੀ ਕਿਹਾ ਮੈਨੂੰ, ਅਮਰਦੀਪ, ਯੂ ਆਰ ਡੂਇੰਗ ਅ ਵੈਰੀ ਗੁੱਡ ਨੋਬਲ ਟਾਸਕ, ਆਈ ਵਿਲ ਸਪੋਰਟ ਯੂ। ਇੰਟਰਸਟਿੰਗਲੀ ਕਹਿੰਦੇ ਨੇ, ਮਾਈ ਵਾਈਫਸ ਫਾਦਰ, ਉਹਨਾਂ ਦੇ ਸਸੁਰ, ਅੱਜ ਵੀ ਬਾਬਾ ਨਾਨਕ ਦਾ ਇੱਕ ਕਲਾਮ ਪੜ੍ਹਦੇ ਨੇ। ਹੁਣ ਇਹ ਫੋਕਲੋਰ ਬੇਸ਼ੱਕ ਨਾ ਹੋਏ ਕਿ ਲੋਰ ਤੇ ਹੈ, ਇੰਡੀਵਿਜੂਅਲ ਲੋਰ ਹੈ, ਇਹੋ ਜਿਹੀਆਂ ਬੜੀ ਅੰਸ਼ ਹੈਗੀਆਂ ਹਰ ਜਗ੍ਹਾ ਦੇ ਅੰਦਰ। ਸ਼੍ਰੀਲੰਕਾ ਦੇ ਅੰਦਰ ਜਿੱਥੇ ਅਸੀਂ ਗਏ ਆ, ਇੱਕ ਜਗ੍ਹਾ ਦੇ ਅੰਦਰ, ਉੱਥੋਂ ਤੋਂ ਇੱਕ ਸ਼ਿਵਾ ਦੀ ਸਾਈਟ ਸੀਗੀ, ਉਸ ਪਾਸੇ ਲੋਕ ਪੁਰਾਣੇ ਟ੍ਰੇਡ, ਬਾਬਾ ਨਾਨਕ ਪੁਰਾਣੇ ਟ੍ਰੇਡ ਰੂਟਸ ਤੇ ਚਲੇ ਆ। ਦੇਖੋ, ਉਹਨਾਂ ਦਾ ਜਾਣ ਦਾ ਮਕਸਦ ਹੀ ਸੀਗਾ, ਜਿੱਥੇ ਲੋਕ ਇਕੱਠੇ ਹੁੰਦੇ ਸਨ ਨਾ, ਉੱਥੇ ਜਾ ਕੇ ਉਹ ਗੱਲਾਂ ਕਰਦੇ ਸੀਗੇ ਸਪਿਰਿਚੁਅਲਿਸਟ ਨਾਲ। ਤੇ ਉੱਥੇ ਇੱਕ ਸ਼ਿਵਾ ਦਾ ਇੱਕ ਜਗ੍ਹਾ ਹੈਗੀ, ਉੱਥੇ ਜਾਂਦੇ ਨੇ। ਤੇ ਕੁਰੂਕਲ ਮੱਡਮ ਦੇ ਨਾਲ ਹੀ ਜਿਹੜੀ ਪੁਰਾਣੀ ਸਿੱਲਾਂ, ਪੁਰਾਣੇ ਪੱਥਰ ਪਏ ਹੋਏ ਨੇ। ਔਰ ਉੱਥੇ ਦੇ ਲੋਕ ਕਹਿੰਦੇ ਨੇ, ਜਿੱਥੇ ਅਸੀਂ ਗਏ ਆ, ਜਿੱਥੇ ਅਸੀਂ ਪੋਂਗਲ ਵਾਲੇ ਦਿਨ ਪਹੁੰਚੇ ਆ, ਤੇ ਅੰਦਰ ਉਹਨਾਂ ਨੇ ਸਾਨੂੰ ਪੋਂਗਲ ਦੇ ਦਿਨ, ਤਮਿਲਨ ਸੀਗੇ ਉਹ, ਉਹਨਾਂ ਨੇ ਸਾਨੂੰ ਬੁਲਾਇਆ, ਰੋਟੀ ਖਿਲਾਈ। ਤੇ ਉਹਨਾਂ ਦੇ ਬਜ਼ੁਰਗ ਕਹਿੰਦੇ ਨੇ, ਸਾਡੇ ਇੱਥੇ ਅੱਜ ਵੀ ਮੰਨਿਆ ਜਾਂਦਾ ਹੈ ਪੰਜਾਬ ਤੋਂ 2 ਮਹਾਪੁਰਸ਼ ਆਏ ਸੀਗੇ ਇੱਥੇ, ਪੰਜਾਬ ਤੋਂ 2 ਮਹਾਪੁਰਸ਼ ਆਏ ਸੀਗੇ, ਨਾਂ ਨਹੀਂ ਲੈਂਦੇ, ਲੇਕਿਨ 2 ਮਹਾਪੁਰਸ਼ ਆਏ ਸੀਗੇ। ਔਰ ਫਿਰ ਇਸ ਨਾਲ ਇਹ ਵੀ ਸੋਚਣਾ ਪੈਂਦਾ, ਬਾਲਾ ਨਹੀਂ ਸੀਗੇ, ਭਾਈ ਮਰਦਾਨਾ ਤੇ ਨਾਨਕ 2 ਮਹਾਪੁਰਸ਼ ਆਏ ਸੀਗੇ ਪੰਜਾਬ। ਠੀਕ ਹੈ ਜੀ। ਅੱਛਾ, ਇਸ ਤੋਂ ਇਲਾਵਾ ਸਾਡੇ ਨਾਲ ਸਕਾਲਰ ਨੇ ਭਾਵਨਾ ਜੈਨ, ਉਹਨਾਂ ਨੇ ਇਹ ਪੁੱਛਿਆ ਕਿ ਜੀ ਵਾਟ ਕਾਈਂਡ ਆਫ ਡਿਫਿਕਲਟੀਜ਼ ਯੂ ਫੇਸ ਦਾ ਮੋਸਟ ਵਾਈਲ ਡੂਇੰਗ ਦਾ ਰਿਸਰਚ। ਉਹ ਤੁਸੀਂ ਕਾਫੀ ਸਾਰਾ ਦੱਸ ਦਿੱਤਾ ਹੈ, ਆਈ ਥਿੰਕ ਉਹਨਾਂ ਨੇ ਸੁਣ ਲਿਆ ਹੋਏਗਾ। ਦੂਜਾ ਜਿਹੜਾ ਕੁਐਸਚਨ ਹੈ ਉਹ ਖੋਲਾ ਵੱਲੋਂ ਵੀ ਇੱਕ ਕੁਐਸਚਨ ਸੀ, ਉਹਨੇ ਕੰਟਰੀਬਿਊਟ ਕੀਤਾ ਸੀ ਕਿ ਵੀ ਜਿਹੜੀ ਬਾਬਾ ਬਾਲਾ ਦੀ ਜਿਹੜੀ ਉਹਨਾਂ ਨੇ ਲਿਖੀ ਹੈ ਜਨਮ ਸਾਖੀ, ਉਹਦੇ ਹਵਾਲੇ ਨਾਲ ਕਾਫੀ ਸਾਰੇ ਪ੍ਰੋਬਲਮਸ ਨੇ ਜਿਨ੍ਹਾਂ ਨੂੰ ਜਿਹਦੇ ਤੇ ਜਿਹੜੇ ਅਥੈਂਟਿਕ ਅਸੀਂ ਨਹੀਂ ਮੰਨਦੇ। ਅੱਛਾ, ਤੀਜੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਜੀ ਬਹਾਦਰ ਸਿੰਘ ਸਾਹਿਬ ਨੇ, ਤੁਸੀਂ ਵੇਖ ਲੈਣਾ ਕਮੈਂਟਸ ਦੇ ਵਿੱਚ ਵੀ, ਉਹਨਾਂ ਨੇ ਕਿਹਾ ਕਿ ਕੁਝ ਬਾਣੀ ਦੇ ਜਿਹੜੀਆਂ ਕੋਟਸ ਨੇ ਨਾ, ਉਹ ਕਰੈਕਟ ਨਹੀਂ ਨੇ। ਉਹ ਤੁਸੀਂ ਉਹਨਾਂ ਦੇ ਨਾਲ ਗੱਲ ਕਰਨਾ ਕਿ ਉਹ ਤੁਹਾਨੂੰ ਦੱਸ ਦੇਣਗੇ ਕਿ ਕਿਹੜੀ ਕੋਟ ਦੇ ਉੱਪਰ ਉਹ ਗੱਲ ਕਰਨਾ ਚਾਹ ਰਹੇ ਨੇ, ਤੁਸੀਂ ਵੀ ਉਹਨੂੰ ਵੇਖ ਲੈਣਾ। ਤੇ ਇੱਕ ਕੁਐਸਚਨ ਹੈ ਸੈਯਦ ਕਾਸ਼ਫ ਦਾ, ਜਿਹੜਾ ਜਵਾਬ ਮੈਂ ਚਾਹਾਂਗਾ ਉਹ ਇਹ ਹੈ ਕਿ ਜੀ ਬਾਬਾ ਜੀ ਨਾਨਕ ਨੇ ਕਿਸ ਬੋਲੀ ਵਿੱਚ ਲਿਖਿਆ ਸੀ, ਯਾਨੀ ਸਕ੍ਰਿਪਟ ਕੀ ਸੀ ਜਿਹਦੇ ਵਿੱਚ ਉਹ ਲਿਖਦੇ ਸਨ, ਕਿਉਂਕਿ ਉਹ ਆਪਣੇ ਕੋਲ ਰੱਖਦੇ ਸਨ, ਜੋ ਉਹ ਕਿਸ ਸਕ੍ਰਿਪਟ ਵਿੱਚ ਲਿਖਦੇ ਸਨ, ਤੁਸੀਂ ਕੀ ਲੱਭਿਆ ਉਹਦੇ ਚੋਂ? ਦੇਖੋ ਜੀ, ਬੋਲੀ ਦੀ ਅਸੀਂ ਗੱਲ ਕਰੀ ਨਾ, 2 ਚੀਜ਼ਾਂ ਹੁੰਦੀਆਂ ਨੇ, ਇੱਕ ਤੇ ਜ਼ਬਾਨ ਹੁੰਦੀ ਹੈ ਔਰ ਇੱਕ ਸਕ੍ਰਿਪਟ ਹੁੰਦੀ ਹੈ ਨਾ। ਤੇ ਅਗਰ ਅਸੀਂ ਜ਼ਬਾਨ ਦੀ ਗੱਲ ਕਰੀਏ, ਗ੍ਰੰਥ ਸਾਹਿਬ ਦੇ ਅੰਦਰ ਸੰਗ੍ਰਹਿ ਨੂੰ ਅਸੀਂ ਦੇਖੀਏ ਨਾ, ਪਹਿਲੇ ਜ਼ਬਾਨ ਦੀ ਗੱਲ ਕਰ ਰਹੇ ਹਾਂ, ਸਕ੍ਰਿਪਟ ਦੀ ਮੈਂ ਗੱਲ ਕਰਨਾ। ਤੇ ਬਾਬਾ ਨਾਨਕ ਬਹੁਤ ਸਾਰੀ ਜ਼ਬਾਨਾਂ 'ਚ ਲਿਖ ਰਹੇ ਨੇ, ਬਹੁਤ ਸਾਰੀ। ਉਹਦੇ ਅੰਦਰ ਪਰਸ਼ੀਅਨ ਵੀ ਹੈ, ਹਾਂ, ਉਹਦੇ ਅੰਦਰ
अपनी सराकी भी है, पंजाबी तो है ही है, ब्रिज भाषा भी है। ਜਦੋਂ ਅਗਰ ਉਹ ਬੰਗਾਲ ਦੀ ਤਰਫ ਜਾ ਰਹੇ ਹੋ ਤੇ ਸੰਸਕ੍ਰਿਤ ਦੀ ਝਲਕ ਆ ਜਾਂਦੀ ਹੈ। ਨਹੀਂ ਆਈ ਥਿੰਕ ਉਹ ਸਕ੍ਰਿਪਟ ਦੀ ਗੱਲ ਕਰ ਰਹੇ ਨੇ, ਉਹ ਸਕ੍ਰਿਪਟ ਦੀ ਹੀ ਗੱਲ ਕਰ। ਹਾਂ ਮੈਂ ਗੱਲ ਕਰ ਰਿਹਾ ਕਿ ਇਹ ਤੇ ਇੱਕ ਜ਼ਬਾਨ ਦੇ ਹਿਸਾਬ ਨਾਲ ਹੋ ਗਿਆ। ਹੁਣ ਜ਼ਬਾਨ ਨੂੰ ਜਦੋਂ ਅਸੀਂ ਲਿਖਣਾ ਸ਼ੁਰੂ ਕਰਦੇ ਹਾਂ, ਦੇਖੋ ਅਕਸਰ ਅਸੀਂ ਸਿੱਖ ਕੌਮ ਦੇ ਅੰਦਰ ਇੱਕ ਨੈਰੇਟਿਵ ਕਿਹਾ ਹੋਇਆ ਹੈ ਕਿ ਗੁਰੂ ਅੰਗਦ ਸੈਕੰਡ ਗੁਰੂ ਸਟਾਰਟਡ ਦੀ ਲੈਂਗੁਏਜ ਗੁਰਮੁਖੀ। ਦੇਖੋ ਸੌਰੀ ਅਗਰ ਮੈਂ ਕਿਸੇ ਦੀ ਆਸਥਾ ਨੂੰ ਠੇਸ ਪਾ ਰਿਹਾ, ਲੇਕਿਨ ਅਸੀਂ ਰੈਸ਼ਨਲੀ ਚੀਜ਼ ਨੂੰ ਦੇਖਦੇ ਹਾਂ, ਰਾਈਟ। ਜ਼ਬਾਨ ਇੱਕ ਸਕ੍ਰਿਪਟ ਜਿਹੜੀ ਹੁੰਦੀ ਨਾ, ਇੱਕ ਦਿਨ ਬਾਈਨਰੀ ਨਹੀਂ ਹੋ ਸਕਦੀ, 0 ਤੋਂ 1 ਨਹੀਂ ਬਣ ਸਕਦੀ। ਜਿਹੜੀ ਸਕ੍ਰਿਪਟ ਉਸ ਟਾਈਮ ਵੀ ਚਲਦੀ ਸੀਗੀ, ਦੋ ਸਕ੍ਰਿਪਟ ਸੀਗੀਆਂ, ਇੱਕ ਤੇ ਲੈਫਟ ਟੂ ਰਾਈਟ ਚਲਦੀ ਸੀ, ਇੱਕ ਰਾਈਟ ਟੂ ਲੈਫਟ ਚਲਦੀ ਸੀਗੀ, ਜਿਹਦੇ ਅੰਦਰ ਕੁਰਾਨ ਸ਼ਰੀਫ ਵਗੈਰਾ ਸਪਿਰਿਚੁਅਲ ਐਸਪੈਕਟ ਪੜ੍ਹਦੇ ਸਨ। ਰਾਈਟ ਟੂ ਲੈਫਟ ਉਹ ਪਰਸ਼ੀਅਨ ਇਨਫਲੂਐਂਸ ਸੀਗਾ, ਅਰੇਬਿਕ ਐਂਡ ਪਰਸ਼ੀਅਨ ਰਾਈਟ ਟੂ ਲੈਫਟ। ਲੈਫਟ ਟੂ ਰਾਈਟ ਜਿਹੜੀ ਸਕ੍ਰਿਪਟ ਪੰਜਾਬ ਦੇ ਵਿੱਚ ਚਲਦੀ ਸੀ ਨਾ, ਉਹਨੂੰ ਕਹਿੰਦੇ ਸਨ ਲੰਡਾ ਸਕ੍ਰਿਪਟ। ਉਹ ਲੰਡਾ ਦੀ ਵੀ ਰੂਟ ਹੈਗੀਆਂ। ਉਹ ਲੰਡਾ ਜਿਹੜੀ ਚੱਲਦੀ ਸੀਗੀ, ਬਾਬਾ ਨਾਨਕ ਨੇ ਉਸ ਦਿਨ ਹੀ ਲਿਖਿਆ, ਉਹਨੂੰ 35 ਅੱਖਰ ਹੀ ਕਹਿੰਦੇ। ਬਾਬਾ ਨਾਨਕ ਨੇ ਜਿਹੜੀ ਬਾਣੀ ਲਿਖੀ ਹੈ ਨਾ 35 ਅੱਖਰਾਂ ਦੀ, ਤੇ ਦੈਟ ਮੀਨਸ ਉਹ 35 ਅੱਖਰ ਦੇ ਸੀਗੇ ਨਾ ਉਸ ਟਾਈਮ। ਸਿਰਫ ਉਹਦਾ ਨਾਂ ਸੈਕੰਡ ਗੁਰੂ ਦੇ ਟਾਈਮ ਤੇ, ਬਿਕੋਜ਼ ਬਾਬਾ ਨਾਨਕ ਨੇ ਦੀ ਬਾਣੀ ਲਿਖੀ ਗਈ ਉਹਦੇ ਅੰਦਰ, ਉਹਦਾ ਨਾਂ ਪੈ ਗਿਆ ਗੁਰਮੁਖੀ, ਗੁਰੂ ਦੇ ਮੁਖ ਤੋਂ। ਲੇਕਿਨ ਸਕ੍ਰਿਪਟ ਤੇ ਉਹੀ ਸੀਗੀ। ਔਰ ਉਸੇ ਨੂੰ ਅਸੀਂ ਦੇਖੀਏ ਬਾਅਦ ਦੇ ਅੰਦਰ, ਮੈਂ ਤਾਂ ਇਸ ਨੂੰ ਕਦੀ ਕਦੀ ਕਹਿਣਾ through the languages, this is the clash of religions through languages। ਅਗਰ ਤੁਸੀਂ ਇਹਨੂੰ ਬਿਨਾਂ ਕੋਈ ਬਾਇਸ ਦੇ ਦੇਖੋ ਕਿ ਬਾਅਦ ਵਿੱਚ ਅਸੀਂ ਆਪਣੇ ਜਿਹੜੇ ਸੂਫੀ ਬਾਬਾ ਨੇ, ਜਿਨ੍ਹਾਂ ਨੂੰ ਅਸੀਂ ਬਾਬਾ ਬੁੱਲੇ ਸ਼ਾਹ ਨੂੰ, ਬਾਬਾ ਫਰੀਦ ਨੂੰ ਅਸੀਂ ਵੀ ਬਹੁਤ ਸਤਿਕਾਰ ਦਿੰਦੇ ਹਾਂ, ਲੇਕਿਨ ਉਹਨਾਂ ਦੀ ਸਕ੍ਰਿਪਟ ਨੂੰ ਬਾਅਦ ਵਿੱਚ ਗੁਰਮੁਖੀ ਦੇ ਹਿਸਾਬ ਦਾ ਨਾਲ ਸ਼ਾਹਮੁਖੀ ਬੋਲਤਾ ਗਿਆ। ਤੇ ਪੰਜਾਬ is a reflection where ਗੁਰਮੁਖੀ ਸ਼ਾਹਮੁਖੀ, it's a clash of languages through the religion। ਲੇਕਿਨ ਉਹ ਪਿਆਰ ਦਾ ਸੀਗਾ, ਹੈ ਨਾ। ਓਕੇ ਜੀ, ਬਸ ਇੱਕ ਕੁਐਸਚਨ ਹੋ ਰਿਹਾ ਭਾਵਨਾ ਜੈਨ ਦਾ ਹੀ ਹੈ। ਉਹਨਾਂ ਨੇ ਕਿਹਾ ਕਿ ਹਾਊ ਡਿਡ ਗੁਰੂ ਨਾਨਕ ਜੀ ਟਰੈਵਲ ਟੂ ਆਲ ਥੀਸ ਪਲੇਸਿਸ, ਹਾਊ ਮਚ ਟਾਈਮ ਡਿਡ ਇਟ ਟੇਕ ਟੂ ਡੂ ਦੀ ਜਰਨੀਜ਼। ਦੇਖੋ ਟਾਈਮ ਨੂੰ ਅਸੀਂ ਰੀਕਨਸਟਰਕਟ ਕਰੀਏ ਨਾ, ਜਿਹੜੇ ਕਾਫੀ ਲੋਕਾਂ ਨੇ ਇਹ ਰਿਸਰਚ ਕੀਤੀ ਹੋਈ ਹੈ। ਡਾਕਟਰ ਕਿਰਪਾਲ ਸਿੰਘ ਦੀ ਤੁਸੀਂ ਨੈਰੇਟਿਵ ਲੈ ਲਓ, ਉਹ ਇਟਸ ਅ ਵੈਰੀ ਗੁੱਡ ਨੈਰੇਟਿਵ, ਰਾਈਟ। ਬਿਕੋਜ਼ ਮੈਂ ਚੱਲਿਆ ਹੋਇਆ ਪਾਕਿਸਤਾਨ ਦੇ ਅੰਦਰ, ਮੈਨੂੰ ਪਤਾ ਨਹੀਂ ਕਿੱਥੇ ਉਹ ਓਰਲ ਟ੍ਰੈਡੀਸ਼ਨ ਨੂੰ ਜੁਆਇਨ ਕਰ ਰਹੇ ਨੇ, ਉਹ ਚੀਜ਼ਾਂ ਮੈਂ ਦੇਖੀਆਂ ਨੇ, ਛੋਟਾ ਨਨਕਿਆਣਾ ਗੁਰਦੁਆਰਾ ਦੀ ਖੰਡਰਾਤਾ ਦੇਖੀਆਂ ਨੇ। ਉਸ ਦੇ ਹਿਸਾਬ ਨਾਲ it took him about 22 years. It's a reconstruction of the account, right? So 22 years, as I said earlier, 1/3 of his life he spent ਆਪਣੇ ਬੇਸ ਕੰਮ ਦੇ ਅੰਦਰ, ਘਰ ਕਾਜ ਦੇ ਅੰਦਰ, ਯੂਥ ਦੇ ਅੰਦਰ। ਸੈਕੰਡ ਪਾਰਟ ਆਫ ਹਿਸ three parts of life ਚਲਦੇ ਰਹੇ ਨੇ 22 ਸਾਲ। the last third part ਉਹ ਕਰਤਾਰਪੁਰ ਸਾਹਿਬ ਵਿੱਚ ਸੀਗੇ, ਜਿੱਥੇ ਇੱਕ ਸੰਘ ਬਣ ਗਿਆ, ਲੋਕ ਇਕੱਠੇ ਹੋਣ ਲੱਗੇ, ਸੰਗਤ ਆ ਗਈ। ਲੇਕਿਨ ਅਸੀਂ ਅਗਰ ਗੱਲ ਕਰੀਏ, ਦੂਜਾ ਸੀਗਾ ਕਿ ਹਾਊ ਡਿਡ ਹੀ ਟਰੈਵਲ। ਦੇਖੋ ਹਾਊ ਦੀ ਗੱਲ ਜੇ ਅਸੀਂ ਕਰੀਏ ਨਾ, ਅਸੀਂ ਰੀਕਨਸਟਰਕਟ ਹੀ ਸਿਰਫ ਕਰ ਸਕਦੇ ਹਾਂ। ਜਿਹੜੀ ਰੀਕਨਸਟਰਕਟ ਕੀਤੀ ਗਈ ਹੈ, ਜੋ ਨਾਰਮਲ ਰੂਟ ਸੀਗੇ, ਬਾਬਾ ਨਾਨਕ ਕੋਈ ਹੌਲੀਡੇ ਤੇ ਨਹੀਂ ਜਾ ਰਹੇ ਸੀ, ਉਹ ਜਿੱਥੇ ਵੀ ਜਾ ਰਹੇ ਸਨ ਸਪਿਰਿਚੁਅਲਿਸਟ ਜਿੱਥੇ ਇਕੱਠੇ ਹੁੰਦੇ ਸਨ। ਤੇ ਅਗਰ ਮੱਕਾ ਗਏ ਨੇ ਤੇ ਲੈਟਸ ਸਟੈਪ ਬੈਕ, ਲੋਕ ਉਸ ਟਾਈਮ ਪੰਜਾਬ ਤੋਂ ਮੱਕਾ ਕਿਸ ਤਰ੍ਹਾਂ ਜਾਂਦੇ ਸੀਗੇ? ਜਿਸ ਤਰ੍ਹਾਂ ਜਾਂਦੇ ਸਨ ਉਸ ਤਰ੍ਹਾਂ ਹੀ ਗਏ ਸਨ, ਜਾਂਦੇ ਸਨ ਨਾ ਲੋਕ। ਪੰਜਾਬ ਤੋਂ ਲੋਕ ਕੈਲਾਸ਼ ਕਿਸ ਤਰ੍ਹਾਂ ਜਾਂਦੇ ਸਨ? ਜਾਂਦੇ ਸਨ ਲੋਕ, ਸਪਿਰਿਚੁਅਲਿਸਟ ਜਾਂਦੇ ਸਨ, ਉਸ ਤਰ੍ਹਾਂ ਹੀ ਗਏ ਸਨ। ਉਹਦੀ ਕਹਿਣ ਦਾ ਭਾਵ ਇਹ ਹੈ ਕਿ ਡੋਂਟ ਥਿੰਕ ਕਿ ਇਤਨਾ ਵੱਡਾ ਸਫ਼ਰ ਪੋਸੀਬਲ ਨਹੀਂ ਹੈ, ਬਿਕੋਜ਼ ਲੋਕ ਕਰ ਰਹੇ ਸਨ। ਐਲੈਗਜ਼ੈਂਡਰ ਨੇ ਵੀ ਤੇ ਕੀਤਾ ਸੀਗਾ, ਚੰਗੀਜ਼ ਖਾਨ ਨੇ ਕੀਤਾ ਸੀਗਾ, ਯੂਨ ਸੈਂਗ ਨੇ ਕੀਤਾ ਸੀਗਾ, ਮਾਰਕੋ ਪੋਲੋ ਨੇ ਕੀਤਾ ਸੀਗਾ, ਬਾਬਾ ਨਾਨਕ ਨੇ ਵੀ ਕੀਤਾ। ਫਰਕ ਸਿਰਫ ਇਹ ਸੀਗਾ, ਬਾਬਾ ਨਾਨਕ ਵਨਨੈਸ ਆਫ ਮੈਨਕਾਈਂਡ ਵਾਸਤੇ ਚਲੇ ਸੀਗੇ। ਜਿੱਥੇ ਲੋਕ ਇਕੱਠੇ ਹੁੰਦੇ ਸਨ ਸਪਿਰਿਚੁਅਲਿਸਟ, ਉੱਥੇ ਹੋ ਜਾਂਦੇ ਸਨ, ਤੇ ਸਪਿਰਿਚੁਅਲਿਸਟ ਦਾ ਇੱਕ ਰੂਟ ਹੁੰਦਾ ਹੀ ਸੀਗਾ। ਬਿਲਕੁਲ। ਅੱਛਾ ਜੀ ਸਰ, ਬਹੁਤ ਸ਼ੁਕਰੀਆ ਤੁਹਾਡਾ, ਅਸੀਂ ਇੰਨਾ ਟਾਈਮ ਲਿਆ। ਸਾਡੇ ਨਾਲ ਜਿਹੜੇ ਕੁਝ ਦੋਸਤ ਆਏ ਨੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਉਹਨਾਂ ਦੇ ਕਾਫੀ ਸਾਰੇ ਨਾਮ ਨੇ ਜਿਹੜੇ ਵਿੱਚੋਂ ਮਿਸ ਹੋ ਜਾਣਗੇ। ਖਾਸ ਜਿਹੜੇ ਦੋਸਤਾਂ ਦਾ ਮੇਰੇ ਸਾਹਮਣੇ ਹੈ, ਆਜ਼ਮ ਮਲਕ ਸਾਹਿਬ ਨੇ, ਉਹਨਾਂ ਦਾ ਬਹੁਤ ਸ਼ੁਕਰੀਆ। ਸੁਖਦੇਵ ਸੋਲ ਸਾਹਿਬ, ਪ੍ਰੋਫੈਸਰ ਸਾਹਿਬ, ਬਹੁਤ ਸ਼ੁਕਰੀਆ ਸਾਡੇ ਨਾਲ ਆਉਣ ਦਾ। ਹਰਦੀਪ ਕੌਰ ਜੀ ਨੇ ਸਾਡੇ ਨਾਲ, ਜਾਪ੍ਰੀਤ ਜੀ ਨੇ, ਸੈयद ਕਾਸ਼ਫ ਨੇ, ਭਾਵਨਾ ਜੈਨ ਜੀ ਨੇ, ਔਰ ਇਸ ਤੋਂ ਇਲਾਵਾ ਸਾਡੇ ਨਾਲ ਬਹਾਦਰ ਸਿੰਘ ਜੀ ਨੇ, ਨਿਰਵੈਰ ਸਿੰਘ ਨੇ, ਔਰ ਇਸ ਤਰ੍ਹਾਂ ਬਹੁਤ ਸਾਰੇ ਦੋਸਤ ਨੇ। ਦੋ ਗੱਲਾਂ, ਸੂਰਜ ਸਿੰਘ ਨੱਥ ਸਾਡੇ ਨਾਲ ਨੇ, ਬੜੇ ਸਾਡੇ ਰੈਗੂਲਰ ਸੁਣਦੇ ਨੇ ਔਰ ਕਮੈਂਟ ਵੀ ਕਰਦੇ ਨੇ। ਆਖਰ ਤੇ ਸਰ ਅਸੀਂ ਕੋਈ ਇੱਕ ਦੋ ਗੱਲਾਂ ਆਪਸ ਕਰੀਏ ਕਿ ਇੱਕ ਤੇ ਬਹੁਤ ਸਾਰੇ ਦੋਸਤਾਂ ਨੇ ਇਹ ਕਿਹਾ ਕਿ ਅਸੀਂ ਇਹ ਬੁੱਕਸ ਜਿਹੜੀਆਂ ਨੇ ਤੁਹਾਡੀਆਂ, ਇਹ ਅਸੀਂ ਕਿੱਥੋਂ ਲੈ ਸਕਦੇ ਹਾਂ, ਤੇ ਉਹਦੇ ਹਵਾਲੇ ਨਾਲ ਤੁਸੀਂ ਜਿਹੜਾ ਨਾ ਉਹ ਇੱਕ ਕਮੈਂਟ ਕਰ ਦੇਣਾ।
बेशक लिख के कमेंट बॉक्स ਵਿੱਚ ਦੇ ਦੇਣਾ। ਔਰ ਦੋਸਤਾਂ ਨੇ ਕੁਝ ਨਹੀਂ ਕਿਹਾ ਕਿ ਆਪਣਾ WhatsApp ਨੰਬਰ ਜਿਹੜਾ ਤੁਸੀਂ ਦੱਸਿਆ ਸੀ ਉਹ ਵੀ ਜਿਹੜਾ ਹੈ ਨਾ ਉਹ ਤੁਸੀਂ ਕਮੈਂਟਸ ਲਿਖ ਦੇਣਾ, ਜਾਂ ਉਹ ਵੇਖ ਲੈਣਾ ਜਿਹਨੂੰ ਚਾਹੀਦਾ ਹੋਏਗਾ ਤੁਸੀਂ ਉਹਨਾਂ ਨੂੰ। ਉਹ ਇੱਕ ਵਾਰੀ ਮੈਂ ਅਗਰ ਇਜਾਜ਼ਤ ਹੋ ਮੈਂ ਇੱਥੇ ਵੀ ਬੋਲ ਦੇਣਾ ਲਿਖ। ਹਾਂ ਜ਼ਰੂਰ ਬੋਲ ਦਿਓ ਜਿਨ੍ਹਾਂ ਨੇ ਸੁਣਨਾ ਚਾਹਣ। +65 ਉਹ ਸਿੰਗਾਪੁਰ ਦਾ ਕੋਡ ਹੈ, 98326508 ਮੇਰਾ WhatsApp ਨੰਬਰ ਹੈ। ਮੈਨੂੰ ਤੁਸੀਂ ਇਸ WhatsApp ਤੇ ਮੈਸੇਜ ਪਾ ਦਿਓ। ਦੇਖੋ ਅੱਜ ਕੱਲ ਅਨਫੋਰਚੂਨੇਟਲੀ ਕੀ ਹੋ ਗਿਆ ਕਿ ਬੁੱਕਸ ਜਿਹੜੀਆਂ ਨੇ Amazon ਨੇ ਡਿਲੀਵਰੀ ਬੰਦ ਕਰ ਦਿੱਤੀ ਹੈ ਕਰੋਨਾ ਦੇ ਕਰਕੇ। ਬੁੱਕਸ ਹਨ ਅਜੇ, ਤੇ ਜਿੰਨੂੰ ਅਗਰ ਚਾਹੀਦਾ ਮੈਂ ਐਜ਼ ਐਨ ਆਥਰ ਮੇਰੇ ਕੋਲ ਐਕਸੈਸਿਬਿਲਿਟੀ ਹੈ, ਮੈਨੂੰ ਤੁਸੀਂ ਆਪਣਾ ਪਾ ਦਿਓ। ਜੋ ਪਬਲਿਸ਼ਰ ਦਾ ਵੀ ਡਿਸਕਾਊਂਟ ਵਗੈਰਾ ਜੋ ਹੁੰਦਾ ਮੈਂ ਇਨੇਬਲ ਕਰਾ ਦਾਂਗਾ। ਬਟ ਇਹ ਹੈ ਕਿ ਉਹ ਸ਼ਿਪਮੈਂਟ ਉਹਨਾਂ ਕੋਲੋਂ ਤਾਂ ਹੀ ਹੋਏਗਾ ਜਦੋਂ ਜਿਸ ਦਿਨ ਕਰੋਨਾ ਦਾ ਲੋਕਡਾਊਨ ਖੁੱਲੇਗਾ, ਜੋ ਮੇਰੇ ਖਿਆਲ ਕਹਿੰਦੇ ਨੇ ਇੰਡੀਆ ਦੇ ਅੰਦਰ ਮਈ ਵਿੱਚ ਖੁੱਲੇਗਾ। ਲੇਕਿਨ ਜਿਸ ਤਰ੍ਹਾਂ ਹੀ ਖੁੱਲੇਗਾ ਉਹਨਾਂ ਨੇ ਸ਼ਿਪ ਕਰ ਦੇਣੀ ਹੈ। ਮੈਨੂੰ ਤੁਸੀਂ ਮੈਸੇਜ ਪਾ ਦਿਓ, ਜੋ ਬੈਸਟ ਹੋਇਆ ਮੈਂ ਕਰਾ ਕੇ ਤੁਹਾਨੂੰ ਪਬਲਿਸ਼ਰ ਨੂੰ ਆਰਡਰ ਦਿਲਵਾ ਦਾਂਗਾ। ਬਾਕੀ ਮੈਂ ਥੱਲੇ ਲਿਖ ਵੀ ਦਾਂਗਾ ਆਪਣਾ ਨੰਬਰ। ਚਲੋ ਸਰ, ਬਾਕੀ ਮੈਂ ਸਿਰਫ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਤੁਸੀਂ YouTube ਤੇ ਚਲੇ ਜਾਓ। YouTube ਤੇ ਜਾ ਕੇ ਅਮਰਦੀਪ ਸਿੰਘ ਲਵਲੋ ਉਸ ਦੇ ਅੰਦਰ ਪੀਅਰਿੰਗ ਸੋਲ ਇੱਕ ਡਾਕੂਮੈਂਟਰੀ ਜ਼ਰੂਰ ਦੇਖੋ YouTube ਤੇ, ਔਰ ਪੀਅਰਿੰਗ ਵਾਰੀਅਰ ਉਹ ਵੀ ਜ਼ਰੂਰ ਦੇਖੋ। ਇਹਨਾਂ ਦੇ ਅੰਦਰ ਜਿਹੜੇ ਸਪਿਰਿਚੁਅਲ ਸਾਈਟਸ ਪਾਕਿਸਤਾਨ ਦੇ ਦੂਰ ਦਰਾਕੇ ਦੇ ਇਲਾਕੇ ਦੇ ਅੰਦਰ ਜਿਹੜੇ ਕਿਲੇ ਨੇ ਜਿੱਥੇ ਸਿੱਖ ਤਾਰੀਖ ਗੁਜ਼ਰੀ ਸੀਗੀ, ਇਹ ਦੋਵੇਂ ਚੀਜ਼ਾਂ ਦੇਖੋ। ਤੇ ਬਾਕੀ just get in touch with me and I will let you know। ਬਿਲਕੁਲ। ਅਸੀਂ ਸਰ ਜਿਹੜਾ ਅਸੀਂ ਪੋਸਟਰ ਸ਼ੇਅਰ ਕੀਤਾ ਸੀ ਉਹਦੇ ਉੱਪਰ ਵੀ ਅਸੀਂ ਜਿਹੜੇ ਲਿੰਕਸ ਦਿੱਤੇ ਹੋਏ ਸਨ ਇਹਨਾਂ ਦੇ YouTube ਦੇ ਔਰ Facebook ਦੇ ਹਵਾਲੇ ਨਾਲ। ਜਿਹੜੇ ਦੋਸਤ ਇਹਨਾਂ ਦੇ ਨਾਲ ਮਜ਼ੀਦ ਜਿਹੜੀਆਂ ਚੀਜ਼ਾਂ ਇਹਨਾਂ ਦੀਆਂ ਵੇਖਣਾ ਚਾਹਣ, ਸ਼ੇਅਰ ਕਰਨਾ ਚਾਹਣ, ਉਹ ਇਹਨਾਂ YouTube ਚੈਨਲ ਇਹਨਾਂ ਦਾ ਉਹਦੇ ਉੱਪਰ ਜਾ ਕੇ ਵੇਖ ਸਕਦੇ ਨੇ, ਉੱਥੇ ਵੀ ਗੱਲ ਕਰ ਸਕਦੇ ਨੇ ਔਰ ਉਹਨਾਂ ਦੇ ਹਵਾਲੇ ਨਾਲ ਸਾਰੀ ਗੱਲਬਾਤ ਕਰ ਸਕਦੇ ਨੇ। ਸੋ ਅਮਰਦੀਪ ਜੀ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਪਣਾ ਇੰਨਾ ਟਾਈਮ ਕੱਢਿਆ ਸਾਡੇ ਲਈ। ਔਰ ਰਾਤ ਤੁਹਾਡੇ ਤੇ ਬਹੁਤ ਲੇਟ ਹੋ ਗਿਆ ਹੋਣਾ ਤੇ ਤੁਸੀਂ ਸੋਣਾ ਵੀ ਹੈ, ਤੇ ਫਿਰ ਵੀ ਥੋੜਾ ਲੈਕਚਰ ਥੋੜਾ ਲੇਟ ਹੋ ਗਿਆ, ਉਹਦੇ ਲਈ ਮਾਜ਼ਰਤ। ਤੇ ਗੱਲ ਇਹ ਵੇ ਕਿ ਅਸੀਂ ਸਾਰੇ ਸੀਰੀਜ਼ ਜਿਹੜੀ ਸ਼ੁਰੂ ਕੀਤੀ ਸੀ ਇਹਦੇ ਵਿੱਚ ਅਸੀਂ ਉਹ ਰਿਸਰਚਰਸ ਨੂੰ ਲਿਆਉਣਾ ਚਾਹੁੰਦੇ ਸਾਂ ਜਿਨ੍ਹਾਂ ਡਿਫਰੈਂਟ ਕੰਮ ਕੀਤਾ। ਐਂਡ ਤੁਹਾਡੇ ਕ੍ਰੈਡਿਟ ਤੇ ਬਹੁਤ ਡਿਫਰੈਂਟ ਕੰਮ ਸੀ ਕਿ ਤੁਸੀਂ ਅਕ੍ਰੋਸ 9 ਨੇਸ਼ਨਸ ਜਾ ਕੇ ਤੁਸੀਂ ਉਹਨੂੰ ਵੀਡੀਓ ਦੇ ਥਰੂ ਸਾਰੇ ਉਸ ਚੀਜ਼ ਨੂੰ ਲੈ ਕੇ ਆਏ। ਔਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕਿਤਾਬਾਂ ਦੇ ਹਵਾਲੇ ਨਾਲ, ਚਲੋ ਐਟਲੀਸਟ ਲੋਕ ਉਹਨੂੰ ਵੀਡੀਓ ਦੇ ਥਰੂ ਵੀ ਵੇਖਣਾ ਚਾਹੁੰਦੇ ਨੇ, ਉਹਨੂੰ ਮਹਿਸੂਸ ਕਰਨਾ ਚਾਹੁੰਦੇ ਨੇ, ਤੇ ਉਹ ਇੱਕ ਤੁਹਾਡੀ ਵੱਡੀ ਕੰਟਰੀਬਿਊਸ਼ਨ ਸੀ ਜਿਹਦੀ ਵਜ੍ਹਾ ਤੋਂ ਅਸੀਂ ਅੱਜ ਇਹ ਪੂਰਾ ਲੈਕਚਰ ਜਿਹੜਾ ਹੈ ਨਾ ਉਹ ਇੱਥੇ ਲਿਆਂਦਾ ਔਰ ਲੋਕਾਂ ਦੇ ਨਾਲ ਸਾਂਝਾ ਕੀਤਾ। ਸੋ ਇੱਕ ਦਫਾ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਨ ਟੱਚ ਰਹਿਣਾ। ਥੈਂਕ ਯੂ। ਫਿਰ ਕਿਧਰੇ ਲੈਕਚਰ ਵਿੱਚ ਮਿਲਾਂਗੇ, ਤੁਹਾਨੂੰ ਟਾਈਮ ਤੁਹਾਡੇ ਕੋਲ ਲਵਾਂਗੇ। ਥੈਂਕ ਯੂ ਜੀ। ਮੈਂ ਅਗਰ ਸਿਰਫ ਐਂਡਿੰਗ ਵਿੱਚ ਇਹੀ ਕਹਾਂਗਾ ਕਿ ਇੱਥੇ ਦੇ 2:30 ਵਜ ਗਏ ਨੇ ਸਿੰਗਾਪੁਰ ਦੇ ਅੰਦਰ। ਬਹੁਤ ਖੁਸ਼ੀ ਹੋਈ ਤਾਂ ਤੁਸੀਂ ਮੌਕਾ ਦਿੱਤਾ। ਇਹੋ ਜਿਹੀ ਗੱਲਾਂ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ। ਲੋਕਾਂ ਦਾ ਪਿਆਰ ਵੱਧਦਾ ਇਸ ਦੇ ਨਾਲ, ਅਸੀਂ ਇੱਕ ਦੂਜੇ ਨੂੰ ਸਮਝਦੇ ਹਾਂ। ਬਿਕੋਜ਼ ਅੱਜ ਦੀ ਦੁਨੀਆ ਦੇ ਅੰਦਰ ਵੈਰ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਹੈ, ਲੇਕਿਨ ਇਸ ਸਪਿਰਿਟ ਦੀ ਵਨਨੈਸ ਨੂੰ ਅਸੀਂ ਲੈ ਕੇ ਅਗਰ ਚੱਲਦੇ ਹਾਂ ਤੇ ਲੋਕਾਂ ਵਿੱਚ ਗੱਲਾਂ ਬਾਤਾਂ ਹੁੰਦੀ ਰਹਿਣੀ ਚਾਹੀਦੀਆਂ ਨੇ। ਬਿਕੋਜ਼ ਮੈਂ ਹਰ ਟਾਈਮ ਕਹਿਣਾ ਬਾਬਾ ਨਾਨਕ ਦੀ ਜਰਨੀ ਦੇ ਅੰਦਰ ਮੈਂ ਬਾਰ-ਬਾਰ ਕਹਿਣਾ, ਅੱਜ ਮੈਂ ਇਸ ਨੂੰ ਅੱਜ ਨਹੀਂ ਬੋਲਿਆ ਸੀਗਾ ਕਿ ਪੀਪਲ ਵਾਂਟ ਟੂ ਲਿਵ ਟੂਗੇਦਰ। ਮੈਨੂੰ ਕਾਫੀ ਵਾਰੀ ਲੋਕ ਕਹਿੰਦੇ ਨੇ ਕਿ ਪਾਕਿਸਤਾਨ ਵਿੱਚ ਤੁਸੀਂ ਇਤਨਾ ਕੰਮ ਕੀਤਾ, ਤੁਸੀਂ ਚੱਲੇ ਹੋ, ਲੋਕਾਂ ਦੇ ਨਾਲ ਕੀ ਤੁਹਾਡਾ ਸੰਬੰਧ ਰਿਹਾ। ਮੈਂ ਕਿਹਾ ਯਾਰ, ਐਜ਼ ਯੂ ਥਿੰਕ ਸੋ ਯੂ ਅਟਰੈਕਟ। ਤੁਹਾਡੀ ਸੋਚ ਨਹੀਂ ਅਗਰ ਠੀਕ ਹੋਏਗੀ ਤੁਹਾਨੂੰ ਸਾਰੇ ਚੰਗੇ ਬੰਦੇ ਮਿਲਣਗੇ। ਬੁਰਾਈ ਤੇ ਚੰਗਿਆਈ ਹਰ ਇੱਕ ਜਗ੍ਹਾ ਮੌਜੂਦ ਹੁੰਦਾ ਹੈ, ਤੇ ਸੋਚ ਨਹੀਂ ਆਪਣੀ ਠੀਕ ਰੱਖੋ, ਤੁਹਾਨੂੰ ਰੱਬ ਇਹੋ ਜਿਹੇ ਬੰਦਿਆਂ ਨੂੰ ਮਿਲਾਏਗਾ, ਤੁਸੀਂ ਗਦ ਹੁੰਦੇ ਰਹੋਗੇ। ਤੇ ਇਸ ਨੂੰ ਮੈਂ ਕਹਿੰਦੇ ਬਸ ਇਹ ਕਹਾਂਗਾ ਕਿ 2:30 ਤੇ ਵੱਜ ਗਏ ਨੇ ਇੱਥੇ। ਮੈਨੂੰ ਅੱਜ ਕਿਸੇ ਨੇ ਸਿੰਗਾਪੁਰ ਦੇ ਅੰਦਰ ਮੈਸੇਜ ਭੇਜਿਆ, ਓ ਦ ਲੈਕਚਰ ਇਜ਼ ਟੂ ਲੇਟ ਐਟ 1 o'clock, ਰਾਈਟ। ਤੇ ਮੈਂ ਉਹਨੂੰ ਸਿਰਫ ਇੱਕ ਲਾਈਨ ਭੇਜੀ, ਮੈਂ ਕਿਹਾ ਲੈਗੇਸੀ ਨੈਵਰ ਸਲੀਪਸ। ਸਰ ਬਹੁਤ ਸ਼ੁਕਰੀਆ, ਵਾਕਈ ਤੁਸੀਂ ਠੀਕ ਕਹ ਰਹੇ ਹੋ। ਲੋ ਜੀ ਫਿਰ ਰੱਬ ਰਾਖਾ ਜਨਾਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਰੱਬ ਰਾਖਾ ਜੀ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਫੇਸਬੁੱਕ ਤੇ ਜੁੜੇ ਸਨ। ਔਰ ਤੁਸੀਂ ਆਪਣੇ ਕੁਐਸਚਨ, ਜਿਸ ਤਰ੍ਹਾਂ ਹਰ ਲੈਕਚਰ ਦੇ ਵਿੱਚ ਹੁੰਦਾ ਹੈ ਕਿ ਆਪਣੇ ਕੁਐਸਚਨ ਜਿਹੜੇ ਨੇ ਉਹ ਜ਼ਰੂਰ ਪੁੱਟ ਕਰਨਾ, ਥੱਲੇ ਕਮੈਂਟ ਬੁੱਕ ਦੇ ਵਿੱਚ ਜ਼ਰੂਰ ਲਿਖ ਦੇਣਾ, ਤਾਂ ਕਿ ਸਾਡੇ ਰਿਸਰਚਰ ਜਿਹੜੇ ਨੇ ਉਹਨੂੰ ਵੇਖ ਲੈਣ ਔਰ ਉਹਦੇ ਹਵਾਲੇ ਨਾਲ ਉਹ ਆਨਸਰ ਕਰ ਸਕਣ। ਬਾਕੀ ਉਹਨਾਂ ਦਾ ਜਿਹੜਾ WhatsApp ਨੰਬਰ ਹੈ, ਉਹਨਾਂ ਦੇ ਤੁਸੀਂ ਜਿੱਦਾਂ ਪਹਿਲੇ ਵੀ ਦੱਸਿਆ YouTube ਚੈਨਲ ਦੀ ਰਾਹੀਂ ਜਾਂ ਉਹਨਾਂ ਦੀ ਆਪਣੀ ਫੇਸਬੁੱਕ ਪ੍ਰੋਫਾਈਲ ਤੇ ਤੁਸੀਂ ਜਾ ਕੇ ਉਹਨਾਂ ਕੋਲ ਲੈ ਲਓ, ਉਹ ਤੁਹਾਨੂੰ ਦੇ ਦੇਣਗੇ। ਔਰ ਜਿਹੜਾ ਨਾ ਉਹ ਫਿਰ ਉਹਦੇ ਨਾਲ ਤੁਸੀਂ ਗੱਲਬਾਤ ਉਹਨਾਂ ਨਾਲ ਕਰ ਸਕੋਗੇ। ਅੱਛਾ, ਆਖਰ ਤੇ ਇਹ ਕਿ ਤੁਹਾਡੇ ਦੋਸਤਾਂ ਦਾ ਬਹੁਤ ਸ਼ੁਕਰੀਆ। ਅਸੀਂ ਇਨ ਟਾਈਮ ਆਉਣ ਦੀ ਕੋਸ਼ਿਸ਼ ਕਰਦੇ ਹਾਂ, ਲਿਹਾਜ਼ਾ ਸਾਰੇ ਦੋਸਤਾਂ ਨੂੰ ਵੀ ਰਿਕੁਐਸਟ ਹੈ ਕਿ ਉਹ ਵੀ 10 ਵਜੇ ਪਹੁੰਚ ਜਾਇਆ ਕਰਨ। ਪਾਕਿਸਤਾਨ ਟਾਈਮ ਦੇ ਮੁਤਾਬਕ 10 ਵਜੇ ਅਸੀਂ ਆਉਂਦੇ ਹਾਂ, ਔਰ ਸਾਰੇ ਦੋਸਤ ਉਸ ਟਾਈਮ ਜਿਹੜੇ ਨੇ ਉਹ ਵੀ ਆ ਜਾਇਆ ਕਰਨ। ਸੋ ਬਹੁਤ ਸ਼ੁਕਰੀਆ ਤੁਹਾਡੇ ਸਾਰੇ ਦੋਸਤਾਂ ਦਾ ਆਉਣ ਦਾ, ਤੇ ਮਿਲਦੇ ਹਾਂ ਫਿਰ ਅਗਲੇ ਲੈਕਚਰ ਤੇ ਸਾਰਿਆਂ ਨੂੰ ਰੱਬ ਰਾਖਾ।